शुरू करते हाँ उस दो जहान दे पालनहार का नाम लैके जो सब ते बहुत ही रहमत और बख्शिशां करने वाला है। अज दे सत्संग की असीं शुरुआत करिए उस तो पहला अज जिस परिवार की वजह के नाल सानू सारिਆਂ ਨੂੰ इस सत्संग का आनंद लैण का मौका मिल रहा है। इस सत्संग च असीं अज जिन्हां की वजह नाल बैठे हैं तो सब तो पहला असीं अपनी तरफों आई हुई सारी संगत की तरफों ये परिवार के सारे मैंबरां नूं बहुत बहुत बधाई देवांगे, मुबारकबाद देवांगे, क्योंकि हर साल ये सत्संग करवाते हैं और सानू सारिਆਂ ਨੂੰ इस सत्संग का आनंद लैण का मौका इन्हां दी वजह नाल मिल जाता है। इसलिए फिर जे इस परिवार की वजह के नाल सानू इस सत्संग च बैठण दा, क्योंकि फिर दसांगे कि जदों इंसान सत्संग च बहिंदा है ना तो फिर कहते हैं ना कि बिच संगत हर प्रभ बसे जियो, तो जिथे सत्संग हुंदा उत्थे प्रभु का वास हुंदा है। तो जे इस परिवार की वजह नाल सानू उस प्रभु के कोल बैठण का मौका मिलिया है तो फिर साडा ही फर्ज बनता कि असीं इन्हां वास्ते उस मालिक के चरनां च अरदास बेनती करिए कि मालिक इस घर परिवार नूं हमेशा खुशियां दे नाल, रहमतां दे नाल, बरकतां दे नाल भरपूर रखण। आने वाला समा इन्हां वास्ते होर भी ज़्यादा खुशियां, कामयाबी, सफलता भरिया होवे। दिन दुगनी रात चौगनी तरक्की मालिक इन्हां नूं देण, इन्हां दे रिज़क च कम्मां कारां च बरकतां होण, इन्हां दा आपसी प्यार मुहब्बत एकता सदा बनी रवे। और जिस तरह मालिक दी रहमत दे नज़ारे लै रहे है, आनंद लुट रहे हैं मालिक दी रहमतां दा, इसी तरह मालिक होर रहमतां करदे चले जाण ताकि दिन दुगनी रात चौगनी तरक्की होर होवे, होर आनंद लैण। और हर साल इसी तरह ये रल मिल के सत्संग करवाते रहन तो सानू सारिਆਂ ਨੂੰ भी इसी तरह सत्संग का आनंद लैण का मौका मिलता रहे। ये सारी संगत रल के बेनती करो। करती बेनती हुण आओ तुहाडी तरफ आ जाइए। होर सुनाओ की हाल है तुहाडा सारिਆਂ दा? खुश हो? तैयार हो फिर आनंद लैण नूं? क्योंकि हुण थोड़ी एनर्जी भेजनी है तुहाडे अल। एनर्जी यानी वो शक्ति, वो ताकत जिसनों तुसीं समझदे हो ना परमात्मा नूं ਅਸੀਂ ਪਰਮਾਨੰਦ ਤਾਂ ਕਹਿੰਦੇ ਹੀ ਆ, ਪਰ ਉਹਦੇ ਨਾਲ ਨਾਲ ਉਹਨੂੰ ਪਰਮ ਸ਼ਕਤੀਸ਼ਾਲੀ ਵੀ ਕਿਹਾ ਜਾਂਦਾ ਹੈ। ਉਹਨੂੰ ਸ਼ਕਤੀ ਦਾ ਭੰਡਾਰ ਵੀ ਕਿਹਾ ਜਾਂਦਾ ਕਿ ਨਹੀਂ? ਕਿ ਸਾਰੀਆਂ ਸ਼ਕਤੀਆਂ ਦਾ ਭੰਡਾਰ ਕੌਣ ਹੈ? ਸਾਰੀਆਂ ਸ਼ਕਤੀਆਂ ਦਾਤਾ ਕੌਣ ਹੈ? ਤਾਂ ਜਿਸ ਵੇਲੇ ਦਾਤੇ ਦੀ ਗੱਲ ਆਉਂਦੀ ਨਾ ਤਾਂ ਫਿਰ ਇਸ਼ਾਰਾ ਉਹ ਮਾਲਿਕ ਦੀ ਤਰਫ ਜਾਂਦਾ ਹੈ, ਉਹ ਪਰਮਾਤਮਾ ਪ੍ਰਭੂ ਦੀ ਤਰਫ ਜਾਂਦਾ ਜਿਸ ਨੇ ਸਾਨੂੰ ਜ਼ਿੰਦਗੀ, ਜਿਸ ਨੇ ਸਾਨੂੰ ਜੀਵਨ ਦਿੱਤਾ ਹੈ। ਇਸ ਲਈ ਜਦੋਂ ਸਾਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਜਿੱਦਾਂ ਜਿੱਦਾਂ ਇਨਸਾਨ ਜੀਵਨ 'ਚ ਉਹ ਕੰਮ ਕਰਦਾ ਹੈ ਜਿਹੜਾ ਕੰਮ ਸਾਨੂੰ ਸਾਡੇ ਮਾਲਿਕ ਦੇ ਨੇੜੇ ਲੈ ਜਾਵੇ, ਉਦਾਂ ਉਦਾਂ ਇਨਸਾਨ ਦੇ ਜੀਵਨ 'ਚੋਂ ਪਰੇਸ਼ਾਨੀਆਂ, ਚਿੰਤਾਵਾਂ, ਡਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਇਨਸਾਨ ਦੇ ਜੀਵਨ 'ਚ ਇੱਕ ਨਵੀਂ એનર્ਜੀ, ਨਵੀਂ ਸ਼ਕਤੀ ਆਣੀ ਸ਼ੁਰੂ ਹੋ ਜਾਂਦੀ ਹੈ। ਇਹ ਯਾਦ ਰੱਖਣਾ, ਕਿਉਂਕਿ ਅਸੀਂ ਖੁਦ ਇਹ ਚੀਜ਼ ਦਾ ਅਨੁਭਵ ਕਰ ਰਹੇ ਹਾਂ। ਸਮਝਦੇ ਹੋ ਕਿ ਨਹੀਂ? ਜਿਸਨੇ ਖੁਦ ਅਨੁਭਵ ਕੀਤਾ ਹੋਵੇ, ਜਿੱਦਾਂ ਅਸੀਂ ਕਈ ਵਾਰ ਦੱਸੀਦਾ ਕਿ ਜਦ ਤੱਕ ਬੰਦਾ ਖੁਦ ਕਿਸੇ ਫਲ ਨੂੰ ਨਾ ਖਾਵੇ ਉਹਨੂੰ ਉਹਦੇ ਸਵਾਦ ਦਾ ਪਤਾ ਨਹੀਂ ਲੱਗਦਾ। कोई जिन्ना मर्जी कह देवे ये फल बड़ा स्वादिष्ट है, ये फल बड़ा मिठा है, ਇਹਦਾ रस बड़ा स्वाद है, या ਇਹਦੇ ਚ आ विटामिन है, या ਇਹਦੇ ਚ आ है। ਹੁਣ ਸੁਣ ਤਾਂ ਅਸੀਂ ਲਵਾਂਗੇ ਪਰ ਸਵਾਦ ਦਾ ਪਤਾ ਉਦੋਂ ਹੀ ਲੱਗਣਾ ਜਦੋਂ ਚੱਖਾਂਗੇ, ਜਦੋਂ ਖੁਦ ਖਾਵਾਂਗੇ। ਹੁਣ ਅਸੀਂ ਵੀ ਤੁਹਾਨੂੰ ਦੱਸ ਹੀ ਸਕਦੇ ਹਾਂ ਕਿ ਅਸੀਂ ਉਸ ਪਰਮ ਪਿਤਾ ਪਰਮਾਤਮਾ, ਉਹ ਪ੍ਰਭੂ ਦੇ ਜਿੱਦਾਂ ਜਿੱਦਾਂ ਨੇੜੇ ਹੋਏ, ਜਿੱਦਾਂ ਸਮਝ ਲਓ ਕਿ ਇੱਕ ਨਦੀ ਜਿੱਦਾਂ ਜਿੱਦਾਂ ਸਾਗਰ ਦੇ ਨੇੜੇ ਜਾਂਦੀ ਹੈ ਨਾ ਔਰ ਸਾਗਰ ਦੇ ਵਿੱਚ ਸਮਾਂਦੀ ਹੈ, ਉਦਾਂ ਉਦਾਂ ਨਦੀ ਨੂੰ ਪਤਾ ਲੱਗਦਾ ਕਿ ਕਿੱਥੇ ਮੈਂ ਨਿੱਕੀ ਜਿਹੀ ਨਦੀ ਸੀ ਹੁਣ ਮੈਂ ਵਿਸ਼ਾਲ ਸਾਗਰ ਬਣ ਗਈ। ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਵੀ ਅਗਰ ਆਪਣੇ ਜੀਵਨ ਨੂੰ ਅਸੀਂ ਦੇਖਦੇ ਹਾਂ, ਕਿਉਂਕਿ ਆਪਣੇ ਅਨੁਭਵ ਤੋਂ ਹੀ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਕਿ ਆਪਣੇ ਜੀਵਨ ਨੂੰ ਅਸੀਂ ਦੇਖਦੇ ਹਾਂ ਕਿ ਅੱਜ ਤੋਂ 10 ਸਾਲ ਪਹਿਲਾਂ ਅਸੀਂ ਕੁਝ ਹੋਰ ਸੀ ਪਰ ਅੱਜ ਆਪਣੇ ਆਪ ਨੂੰ ਕੁਝ ਹੋਰ ਫੀਲ ਕਰ ਰਹੇ ਹਾਂ ਔਰ ਸਾਨੂੰ ਪਤਾ ਕਿ ਆਉਣ ਵਾਲੇ 10 ਸਾਲ ਬਾਅਦ ਹੋਰ ਬਹੁਤ ਕੁਝ ਫੀਲ ਕਰਨਾ ਹੈ ਅਸੀਂ, ਕਿਉਂਕਿ ਉਹ ਪਰਮਾਤਮਾ ਦੀਆਂ ਰਹਿਮਤਾਂ ਦਾ ਭੰਡਾਰ ਹੀ ਐਸਾ ਹੈ। 10 ਸਾਲ ਪਹਿਲਾਂ ਅਸੀਂ ਉਮਰ 'ਚ 10 ਸਾਲ ਛੋਟੇ ਸੀ ਪਰ ਸਾਡੀ એનર્ਜੀ ਉਨੀ ਨਹੀਂ ਸੀ, ਪਰ ਹੁਣ 10 ਸਾਲ 'ਚ ਉਮਰ ਸਾਡੀ ਜ਼ਰੂਰ ਵੱਧ ਗਈ ਹੈ। 10 ਸਾਲ ਬੰਦਾ ਕਹਿੰਦਾ 10 ਸਾਲ ਜ਼ਿਆਦਾ ਹੋ ਗਈ, ਪਰ ਇਹ 10 ਸਾਲ 'ਚ ਸਾਡੀ એનર્ਜੀ ਵੀ ਕਈ ਗੁਣਾ ਵੱਧ ਗਈ ਹੈ। ਸਮਝਦੇ ਹੋ ਕਿ ਨਹੀਂ? ਔਰ ਸਾਨੂੰ ਇਹ ਵੀ ਪਤਾ ਹੈ ਕਿ ਬੰਦਾ ਕਹਿੰਦਾ ਉਮਰ ਵਧਣ ਦੇ ਨਾਲ ਨਾਲ એનર્ਜੀ ਘਟਦੀ ਹੈ, ਤਾਕਤ ਘਟਦੀ ਹੈ, ਪਰ ਅਸੀਂ ਕਹਿੰਦੇ ਨਹੀਂ, ਇਹ ਗਲਤ ਹੈ ਕਿ ਜਿੰਨਾ ਅਸੀਂ ਆਪਣੇ ਮਾਲਿਕ ਨਾਲ, ਮੂਲ ਨਾਲ ਜੁੜ ਕੇ ਰਹਿੰਦੇ ਆ ਉਨਾ ਉਮਰ ਦੇ ਨਾਲ ਨਾਲ ਸਾਡੀ એનર્ਜੀ, ਸਾਡੀ ਸ਼ਕਤੀ, ਸਾਡੀ ਖੂਬਸੂਰਤੀ, ਸਾਡਾ ਜਲਾਲ, ਸਾਡਾ ਨੂਰ ਹੋਰ ਵੀ ਵੱਧਦਾ ਹੈ। ਕਿਉਂਕਿ ਹੁਣ ਜ਼ਰਾ ਸਮਝਣਾ, ਫਰਜ਼ ਕਰੋ ਇੱਕ ਗਮਲੇ 'ਚ ਪੌਦਾ ਹੈ, ਇੱਕ ਗਮਲੇ ਵਿੱਚ ਕੀ ਹੈ? ਇੱਕ ਪੌਦਾ ਹੈ। ਹੁਣ ਉਹ ਪੌਦਾ
ਅਗਰ ਤੁਸੀਂ ਉਹਨੂੰ ਪਾਣੀ ਨਹੀਂ ਦਿੰਦੇ, ਹੁਣ ਫਰਜ਼ ਕਰੋ ਉਸ ਤੇ ਫੁੱਲ ਵੀ ਹੈ, ਪੱਤੇ ਵੀ ਹਰੇ ਲੱਗੇ ਹੋਏ ਹੈ, ਫੁੱਲ ਵੀ ਹੈ, ਪੱਤੇ ਵੀ ਲੱਗੇ ਹੋਏ ਆ, ਪਰ ਜੇ ਤੁਸੀਂ ਉਸ ਪੌਦੇ ਨੂੰ ਪਾਣੀ ਨਹੀਂ ਦਿੰਦੇ ਤਾਂ ਫਿਰ ਕੀ ਹੋਏਗਾ? ਹੌਲੀ ਹੌਲੀ ਜਵਾਬ ਦਿਓ, ਹੌਲੀ ਹੌਲੀ ਕੀ ਹੋਏਗਾ? ਥੋੜਾ ਜਵਾਬ ਵੀ ਨਾਲ ਨਾਲ ਦੇਣਾ ਹੈ, ਕਿਉਂਕਿ ਅਸੀਂ ਫਿਰ ਕਹਾਂਗੇ ਕਿ ਸਤਸੰਗ ਸੁਣਨਾ ਹੀ ਨਹੀਂ ਹੈ, ਨਾਲ ਨਾਲ ਸਤਸੰਗ 'ਚ ਸਹਿਯੋਗ ਵੀ ਦੇਣਾ ਹੈ। ਸਹਿਯੋਗ ਦਾ ਮਤਲਬ ਹੁੰਦਾ, ਜਿੱਦਾਂ ਸਮਝ ਲਓ ਟੀਚਰ ਬੈਠਾ ਹੈ, ਉਹ ਬੱਚਿਆਂ ਨੂੰ ਪੁੱਛਦਾ, ਬੱਚੋ ਆਹ ਸਵਾਲ ਹੁਣ ਜਵਾਬ ਦਿਓ, ਤਾਂ ਬੱਚੇ ਬੈਠੇ ਤਾਂ ਬੱਚੇ ਸਿੱਖ ਪਾਣਗੇ ਕੁਛ। ਫਿਰ ਦਾ ਮਤਲਬ ਬੱਚਿਆਂ ਦਾ ਧਿਆਨ ਕਿਤੇ ਹੋਰ ਹੈ, ਟੀਚਰ ਸਮਝਾਉਣਾ ਕੁਛ ਚਾਹੁੰਦਾ ਤਾਂ ਬੱਚੇ ਇੰਟਰਸਟ ਨਹੀਂ ਲੈ ਰਹੇ, ਇਸ ਲਈ ਜੋ ਪੁੱਛਣਗੇ ਨਾਲ ਨਾਲ ਜਵਾਬ ਦੇਣਾ ਹੈ। ਦੇਣ ਨੂੰ ਤਿਆਰ ਹੋ ਕਿ ਨਹੀਂ? ਫਿਰ ਤੁਸੀਂ ਵੀ ਕਹਿ ਸਕਦੇ ਹੋ ਸਤਸੰਗ ਸੁਣ ਕੇ ਵੀ ਆਏ ਤਾਂ ਸਤਸੰਗ 'ਚ ਸਹਿਯੋਗ ਦੇ ਕੇ ਵੀ ਆਏ ਹਾਂ, ਅਸੀਂ ਸਮਝਦੇ ਹੋ ਕਿ ਨਹੀਂ? ਕੋਈ ਸਮਝ ਕੇ ਆਏ ਆ, ਕੋਈ ਸਿੱਖ ਕੇ ਆਏ ਆ। ਹੁਣ ਅਗਰ ਉਸ ਪੌਦੇ ਨੂੰ ਅਸੀਂ ਪਾਣੀ ਨਾ ਪਾਈਏ, ਅਗਰ ਉਸ ਪੌਦੇ ਨੂੰ ਪਾਣੀ ਨਾ ਪਾਈਏ, ਖਾਦ ਨਾ ਪਾਈਏ, ਤਾਂ ਫਿਰ ਦਿਨ ਪ੍ਰਤੀ ਦਿਨ ਕੀ ਹੋਏਗਾ? ਕੀ ਉਹ ਹਰਾ ਹੋਏਗਾ? ਕੀ ਉਹਦੇ ਨਵੇਂ ਪੱਤੇ ਆਣਗੇ? ਕੀ ਨਵੇਂ ਫੁੱਲ ਆਣਗੇ? ਜਾਂ ਫਿਰ ਕੀ ਹੋਏਗਾ? ਜਿਹੜੇ ਪੱਤੇ ਲੱਗੇ ਹੋਏ ਐ, ਜਿਹੜੇ ਫੁੱਲ ਲੱਗੇ ਹੋਏ ਐ, ਉਹ ਵੀ ਹੌਲੀ 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 ਝੜਦੇ ਚਲੇ ਜਾਣਗੇ ਔਰ ਪੌਦਾ ਪੂਰੀ ਤਰ੍ਹਾਂ ਸੁੱਕ ਜਾਏਗਾ। ਸਮਝਦੇ ਹੋ ਕਿ ਨਹੀਂ? ਇਹ ਕਿਉਂ ਸੁੱਕ ਰਿਹਾ ਹੈ? ਕਿਸੇ ਨੇ ਕਾਰਨ ਨਹੀਂ ਸਮਝਿਆ, ਕਿਸੇ ਨੇ ਕਾਰਨ ਨਹੀਂ ਸਮਝਿਆ। ਹੁਣ ਇੱਕ ਇਨਸਾਨ ਕਵੇ ਕਿ ਲੈ ਬਈ ਇਹ ਪੌਦਾ ਤਾਂ ਸੁੱਕ ਰਿਹਾ ਕਿਉਂਕਿ ਉਮਰ ਹੋ ਰਹੀ ਹੈ ਪੌਦੇ ਦੀ, ਉਮਰ ਵੱਧ ਰਹੀ ਹੈ ਪੌਦੇ ਦੀ, ਤਾਂ ਇਹ ਪੌਦੇ ਦੇ ਪੱਤੇ ਝੜ ਰਹੇ ਹੈ, ਤਾਂ ਇਹ ਪੌਦੇ ਦੇ ਫੁੱਲ ਝੜ ਰਹੇ ਹੈ, ਤਾਂ ਇਹ ਪੌਦੇ ਦੇ ਅੰਦਰ ਜਿਹੜੀ ਹਰਿਆਲੀ ਸੀ ਨਾ ਉਹ ਘਟ ਰਹੀ ਹੈ ਔਰ ਇਹ ਸੁੱਕਦਾ ਜਾ ਰਿਹਾ ਹੈ ਔਰ ਹੁਣ ਉਮਰ ਹੋ ਗਈ, ਮੁਰਝਾ ਗਿਆ, ਖਤਮ ਹੋ ਗਿਆ। ਹੁਣ ਜਿਹਨੂੰ ਸਮਝ ਨਾ ਹੋਵੇ ਉਹਨੇ ਇਹ ਗੱਲ ਕਹਿਣੀ ਹੈ। ਹੁਣ ਅਸੀਂ ਤੁਹਾਨੂੰ ਪੁੱਛਾਂਗੇ ਕਿ ਅਗਰ ਉਹ ਪੌਦਾ ਸੁੱਕ ਰਿਹਾ ਹੈ ਔਰ ਉਹ ਸੁੱਕਦੇ ਹੋਏ ਪੌਦੇ ਨੂੰ ਦੁਬਾਰਾ ਹਰਾ ਕਰਨਾ ਚਾਹੁੰਦੇ ਹਾਂ, ਅਸੀਂ ਜੇ ਚਾਹੁੰਦੇ ਹਾਂ ਕਿ ਉੱਤੇ ਦੁਬਾਰਾ ਨਵੀਆਂ ਪੱਤੀਆਂ ਆਣ, ਜੇ ਚਾਹੁੰਦੇ ਹਾਂ ਉੱਤੇ ਦੁਬਾਰਾ ਨਵੇਂ ਫੁੱਲ ਆਣ, ਤਾਂ ਸਾਨੂੰ ਕਰਨਾ ਕੀ ਪਏਗਾ? ਕੀ ਕਰਨਾ ਪਏਗਾ? ਜਵਾਬ ਦਿਓ। ਉਹਨੂੰ ਪਾਣੀ ਦੇਣਾ ਸ਼ੁਰੂ ਕਰਨਾ ਪਏਗਾ, ਕਿਉਂਕਿ ਜਿੱਦਾਂ ਜਿੱਦਾਂ ਪੌਦੇ ਦੀ ਜੜ੍ਹਾਂ 'ਚ ਪਾਣੀ ਜਾਏਗਾ ਉਦਾਂ ਉਦਾਂ ਮੁਰਝਾਇਆ ਹੋਇਆ ਸੁੱਕਿਆ ਹੋਇਆ ਪੌਦਾ ਦੁਬਾਰਾ ਹਰਾ ਹੋਣਾ ਸ਼ੁਰੂ ਹੋ ਜਾਏਗਾ। ਉੱਤੇ ਨਵੇਂ ਫੁੱਲ ਵੀ ਆਣਗੇ, ਨਵੇਂ ਪੱਤੇ ਵੀ ਆਣੇ ਸ਼ੁਰੂ ਹੋ ਜਾਣਗੇ। ਉਹ ਜਿਹੜੀਆਂ ਟਹਿਣੀਆਂ ਪੀਲੀਆਂ ਪੀਲੀਆਂ ਸੁੱਕੀਆਂ ਸੁੱਕੀਆਂ ਨਾ, ਉਹਨਾਂ ਟਹਿਲੀਆਂ ਅੰਦਰ ਵੀ ਇੱਕ ਨਵੀਂ ਜਾਨ ਆਏਗੀ, ਉਹ ਵੀ ਹਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਪਰ ਗੱਲ ਹੈ ਉਹ ਪੌਦੇ ਨੂੰ ਪਾਣੀ ਪਾਣ ਦੀ। ਤਾਂ ਜੇ ਹੁਣ ਬੰਦਾ ਕਵੇ ਇਹਦੀ ਤਾਂ ਉਮਰ ਹੋ ਗਈ ਤਾਂ ਝੜ ਗਿਆ, ਇਹਦੀ ਤਾਂ ਉਮਰ ਹੋ ਗਈ ਤਾਂ ਸੁੱਕ ਗਿਆ, ਇਹਦੀ ਤਾਂ ਉਮਰ ਹੋ ਗਈ ਤਾਂ ਨਸ਼ਟ ਹੋ ਗਿਆ, ਤਾਂ ਉਮਰ ਦਾ ਉੱਥੇ ਕੋਈ ਸਵਾਲ ਨਹੀਂ ਹੈ। ਉੱਥੇ ਸਵਾਲ ਹੈ ਇਹਨੂੰ ਸਹੀ ਢੰਗ ਨਾਲ ਪਾਣੀ, ਕਿਉਂਕਿ ਪੌਦੇ ਦੀ ਖੁਰਾਕ ਹੈ ਪਾਣੀ। ਜੇ ਉਹਨੂੰ ਉਹਦੀ ਖੁਰਾਕ ਮਿਲੇਗੀ ਤਾਂ ਪੌਦਾ ਕਦੀ ਖਤਮ ਹੋ ਹੀ ਨਹੀਂ ਸਕਦਾ, ਨਸ਼ਟ ਹੋ ਹੀ ਨਹੀਂ ਸਕਦਾ। ਕਿਉਂਕਿ ਅਸੀਂ ਆਪਣੀਆਂ ਅੱਖਾਂ ਨਾਲ ਇਦਾਂ ਦੇ ਪੇੜ ਵੀ ਦੇਖੇ ਜਿਨ੍ਹਾਂ ਦੀ ਉਮਰ ਲਿਖ ਕੇ ਲਾਇਓ ਕਿ 10,000 ਸਾਲ ਪੁਰਾਣਾ। ਬੋਲੋ ਸਮਝਦੇ ਹੋ ਕਿ ਨਹੀਂ? ਕਿੰਨੇ ਹਜ਼ਾਰ ਸਾਲ ਪੁਰਾਣਾ ਬ੍ਰਿਕਸ਼। ਹੁਣ ਉਹ ਪੇੜ 10,000 ਸਾਲ ਪੁਰਾਣਾ ਜਾਂ ਕਿੰਨੇ ਹਜ਼ਾਰ ਸਾਲ ਪੁਰਾਣਾ ਵੀ ਖੜਾ ਹੈ, ਕਿਉਂਕਿ ਉਹਨੂੰ ਸਹੀ ਖੁਰਾਕ, ਉਹਨੂੰ ਖਾਦ ਪਾਣੀ ਜੋ ਚਾਹੀਦਾ ਉਹਨੂੰ ਉਹ ਚੀਜ਼ ਮਿਲ ਰਹੀ ਹੈ, ਅੱਜ ਵੀ ਖੜਾ ਹੈ। ਹੁਣ ਇਸੇ ਤਰ੍ਹਾਂ ਅਸੀਂ ਦੱਸਣਾ ਚਾਹੁੰਦੇ, ਹੁਣ ਇਸ ਪੌਦੇ ਦੀ ਜਗ੍ਹਾ ਇਨਸਾਨ ਆਪਣੇ ਆਪ ਨੂੰ ਰੱਖੇ। ਸਮਝ ਲਓ ਜਦੋਂ ਪ੍ਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਤਾਂ ਉਹ ਗਮਲੇ 'ਚ ਪੌਦਾ ਲੱਗ ਗਿਆ, ਜੀਵਨ ਦੇ ਗਮਲੇ 'ਚ ਸਾਡੀ ਜ਼ਿੰਦਗੀ ਦਾ ਪੌਦਾ ਲੱਗ ਗਿਆ। ਪਰ ਹੁੰਦਾ ਕੀ ਹੈ, ਉਹ ਜਿੰਨੀ ਕੁ એનર્ਜੀ ਅਸੀਂ ਪਿੱਛੋਂ ਲੈ ਕੇ ਆਏ ਹੁੰਦੇ ਆ ਨਾ, ਉਨੀ ਕੁ એનર્ਜੀ ਸਾਡੇ ਅੰਦਰ ਰਹਿੰਦੀ ਹੈ। ਫਿਰ ਸਾਡੀ ਉਮਰ ਵੱਧਦੀ ਹੈ 10 ਸਾਲ 15 ਸਾਲ 20 ਸਾਲ 25 ਸਾਲ 30 ਸਾਲ। ਔਰ ਹੌਲੀ ਹੌਲੀ ਕੀ ਹੁੰਦਾ ਹੈ, ਉਹ ਬੰਦਾ ਆਪਣੇ ਜੀਵਨ ਦੇ ਪੌਦੇ ਨੂੰ ਉਹ ਪਾਣੀ ਪਾਣਾ ਭੁੱਲ ਜਾਂਦਾ ਹੈ ਜਿਹਨੂੰ ਅਸੀਂ ਪ੍ਰਾਣ ਸ਼ਕਤੀ ਕਹਿੰਦੇ ਆ, ਜਿਹਨੂੰ ਪ੍ਰਾਣ ਦਾਤਾ ਕਹਿੰਦੇ ਆ, ਜਿਸਨੇ ਸਾਡੇ ਅੰਦਰ ਪ੍ਰਾਣਾਂ ਦਾ ਸੰਚਾਰ ਕਰਨਾ ਹੈ, ਜਿਸਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਅਸੀਂ ਉਹਦੇ ਨਾਲ ਜੁੜਨਾ ਭੁੱਲ ਜਾਂਦੇ ਤਾਂ ਹੁੰਦਾ ਕੀ ਹੈ, ਇਹ ਸਾਡੀ ਜੀਵਨ ਦਾ ਪੌਦਾ ਵੀ ਹੌਲੀ ਹੌਲੀ ਕਹਿ ਦਿਓ ਹੁਣ ਸੁੱਕਣਾ ਸ਼ੁਰੂ ਹੋ ਜਾਂਦਾ। ਪੌਦੇ ਦੇ ਪੱਤੇ ਝੜਦੇ ਆ, ਬੰਦਾ ਹੀ ਕਹਿੰਦਾ ਬਾਲ ਝੜਨੇ ਸ਼ੁਰੂ ਹੋ ਗਏ, ਦੰਦ ਝੜਨੇ ਸ਼ੁਰੂ ਹੋ ਗਏ, ਅੰਗ ਝੜਨੇ ਸ਼ੁਰੂ ਹੋ ਗਏ। ਸਮਝਦੇ ਹੋ ਕਿ ਨਹੀਂ? ਪੱਤੇ ਮੁਰਝਾਉਂਦੇ ਆ, ਮੁਰਝਾਉਂਦੇ ਕਿਹਨੂੰ ਕਹਿੰਦੇ ਆ? ਪੱਤੇ ਮੁਰਝਾਉਂਦੇ ਆ, ਇਕੱਠੇ ਜੇ ਹੋ ਜਾਂਦੇ ਆ ਤਾਂ ਬੰਦਾ ਕਹਿੰਦਾ ਚਿਹਰਾ ਮੁਰਝਾ ਗਿਆ, ਝੁਰਰੀਆਂ ਪੈ ਗਈਆਂ, ਉਹ ਮੇਰਾ ਚਿਹਰਾ ਮੁਰਝਾ ਗਿਆ, ਝੁਰਰੀਆਂ ਪੈ ਗਈਆਂ, ਬੁਢਾਪਾ ਆ ਗਿਆ। ਪੁੱਛੋ ਕਿਉਂ ਆਇਆ? ਉਮਰ ਕਰਕੇ, ਕਿਉਂਕਿ ਹੁਣ ਉਮਰ ਹੋ ਗਈ ਹੈ। ਕਮਾਲ ਦੀ ਗੱਲ ਹੈ, ਇੱਥੇ ਉਮਰ ਦਾ ਸਵਾਲ ਨਹੀਂ ਹੈ, ਜਰਾ ਸਮਝਣਾ। ਉਮਰ ਦਾ ਸਵਾਲ ਨਹੀਂ ਹੈ, ਇੱਥੇ ਸਵਾਲ ਹੈ ਕਾਹਦਾ? ਕਿ ਸਾਨੂੰ ਸਹੀ ਖੁਰਾਕ ਨਹੀਂ ਮਿਲ ਰਹੀ, ਜੋ ਸਾਡੀ ਪ੍ਰਾਣ ਸ਼ਕਤੀ ਹੈ, ਜੋ ਸਾਡੇ ਜੀਵਨ ਦੀ ਅਸਲੀ ਖੁਰਾਕ ਹੈ, ਜਿਸਨੇ ਸਾਨੂੰ એનર્ਜੀ ਦੇਣੀ ਹੈ, ਸ਼ਕਤੀ ਦੇਣੀ ਹੈ, ਅਸੀਂ ਉਹਦੇ ਨਾਲ ਟੁੱਟ ਕੇ ਬੈਠੇ ਹੋਏ ਹਾਂ। ਹੋਰ ਸਭ ਕੁਝ ਅਸੀਂ ਕਰੀ ਜਾਂਦੇ ਹਾਂ,
ਬੰਦਾ ਰੋਟੀ ਵੀ ਖਾਂਦਾ ਹੈ, ਕੱਪੜਾ ਵੀ ਪਾਉਂਦਾ, ਮਕਾਨ ਵੀ ਬਣਾਉਂਦਾ, ਗੱਡੀਆਂ ਵੀ ਖਰੀਦਦਾ, ਕੰਮਕਾਰ ਵੀ ਕਰਦਾ ਹੈ। ਪਰ ਇਹ ਚੀਜ਼ਾਂ ਹੁਣ ਪੌਦੇ ਨੂੰ ਵੀ ਤੁਸੀਂ ਨਾ ਪਾਣੀ ਨਾ ਦਿਓ। ਪੌਦੇ ਨੂੰ ਕਹ ਲੈ ਆ 100 ਦਾ ਨੋਟ ਰੱਖਦਾ ਤੇਰੇ ਕੋਲ, ਆ ਨਾ ਰੇਸ਼ਮੀ ਕੱਪੜਾ ਆ ਤੇਰੇ ਉੱਪਰ ਰੱਖ ਦਿੱਤਾ ਮੈਂ, ਆ ਗੱਡੀ ਖੜੀ ਕਰ ਦਿੱਤੀ ਪੌਦੇ ਆ ਲੈ, ਉਹ ਗੱਡੀ ਦਾ ਮਾਲਕ ਚਾਬੀ ਟੰਗਤੀ ਤੇਰੇ ਨਾਲ, ਕਰੋੜ ਦੀ ਗੱਡੀ ਦੀ ਚਾਬੀ ਤੇਰੇ ਨਾਲ ਟੰਗ ਦਿੱਤੀ ਹੈ। ਜਾਂ ਆ ਮੈਂ 10 ਕਰੋੜ ਦੀ ਕੋਠੀ ਲਈ ਹੈ ਰਜਿਸਟਰੀ, ਇਸ ਪੌਦੇ ਤੇਰੇ ਨਾਂ ਤੇ ਕਰ ਦਿੱਤੀ ਹੈ, ਤਾਂ ਪੌਦਾ ਹਰਾ ਹੋ ਜਾਏਗਾ? ਪੌਦਾ ਭੰਗੜਾ ਪਾਏਗਾ, ਲੈ ਵੀ ਹੋ ਗਿਆ ਹਰਾ ਮੈਂ ਕਿਉਂਕਿ ਮੈਨੂੰ ਗੱਡੀ ਮਿਲ ਗਈ, ਹੋ ਗਿਆ ਮੈਂ ਹਰਾ ਕਿਉਂਕਿ ਮੈਨੂੰ ਪੈਸਾ ਮਿਲ ਗਿਆ। ਉਹ ਨਹੀਂ, ਪੈਸੇ ਨਾਲ ਉਹ ਪੌਦੇ ਨੂੰ ਨਵਾਂ ਜੀਵਨ ਨਹੀਂ ਮਿਲਣਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਇਹ ਚੀਜ਼ਾਂ ਤਾਂ ਸਿਰਫ ਸੁਵਿਧਾ ਵਾਸਤੇ ਹੈ। ਪ੍ਰਾਣ ਦਾਤਾ ਧਨ ਨਹੀਂ ਹੈ, ਪ੍ਰਾਣ ਦਾਤਾ ਮਕਾਨ ਨਹੀਂ ਹੈ, ਪ੍ਰਾਣ ਦਾਤਾ ਕੋਈ ਪਦਾਰਥ ਨਹੀਂ ਹੈ। ਪ੍ਰਾਣ ਦਾਤਾ ਤਾਂ ਉਹ ਪ੍ਰਮਾਤਮਾ ਹੈ, ਉਹ ਮਾਲਿਕ। ਅਗਰ ਉਹਦੇ ਨਾਲ ਨਾ ਜੁੜਾਂਗੇ, ਉਹ ਅੰਮ੍ਰਿਤ ਨਾਲ ਸਾਨੂੰ ਪ੍ਰਾਪਤ ਹੋਏਗਾ ਸਾਡੇ ਜੀਵਨ ਦੇ ਪੌਦੇ ਨੂੰ, ਤਾਂ ਸਾਡੇ ਅੰਦਰ ਹਰਿਆਲੀ ਕਦੀ ਆ ਹੀ ਨਹੀਂ ਸਕਦੀ। ਸਮਝਦੇ ਹੋ ਕਿ ਨਹੀਂ? ਸੱਚ ਦੱਸੀਏ ਤੁਹਾਨੂੰ, ਕਈ ਵਾਰ ਨਾ ਕੋਈ ਜੀ ਪਾਸਪੋਰਟ ਲੈ ਕੇ ਆਂਦਾ ਹੈ, ਜਦੋਂ ਅਸੀਂ ਪਾਸਪੋਰਟ ਦੇਖੀ ਤਾਂ ਜਨਮ ਦੇ ਡੇਟ ਦੇਖੀ ਦੀ ਹੈ, ਹੈਰਾਨ ਰਹਿ ਜਾਂਦਾ ਹੈ ਸਾਡੇ ਨੂੰ 5 ਸਾਲ ਛੋਟਾ, ਪਰ ਬਣਿਆ ਕੀ ਇਹਦਾ? ਧੋਲੇ ਆਏ ਹੋਏ ਆ, ਚਿਹਰਾ ਮੁਰਝਾਇਆ ਹੋਇਆ, ਕਰ ਕੀ ਰਿਹਾ? 5 ਸਾਲ ਛੋਟਾ ਪਰ ਲੱਗ ਇੱਦਾਂ ਰਿਹਾ ਜਿੱਦਾਂ ਸਾਡੇ ਤੋਂ 15 ਸਾਲ ਬੜਾ ਹੁੰਦਾ। ਕਮਾਲ ਦੀ ਗੱਲ ਹੈ। ਔਰ ਇੱਕ ਜਗ੍ਹਾ ਅਸੀਂ ਦੱਸਣਾ ਚਾਹੁੰਦੇ, ਸਤਸੰਗ ਤੇ ਗਿਆ ਜਲੰਧਰ ਵੱਲ, ਇੱਕ ਮਾਈ ਆਈ, ਕਹਿੰਦੀ ਮਹਾਰਾਜ ਉਹ ਜਿਹੜੇ ਪਹਿਲੇ ਮਾਲਕ ਜੀ ਸੀ ਉਹ ਬਦਲ ਗਏ, ਤੁਹਾਡੇ ਬੜੇ ਭਰਾ ਸੀ ਉਹ, ਹੁਣ ਤੁਸੀਂ ਛੋਟੇ ਆ ਗਏ ਆ। ਉਹ ਤਾਂ ਭਾਰੇ ਜਿਹੇ ਸੀ, ਮੋਟੇ ਜਿਹੇ ਸੀ, ਥੋੜਾ ਏਦਾਂ, ਤੁਸੀਂ ਤੇ ਯੰਗ ਮਤਲਬ ਨਿਆਣੇ ਜਿਹੇ ਆ ਤੁਸੀਂ। ਉਹ ਇੱਕ ਮਾਈ ਉਹੀ ਹੈ ਅਸੀਂ, ਸਮਝਦੇ ਹੋ ਕਿ ਨਹੀਂ? ਅਸੀਂ ਉਹੀ ਆ, ਪਰ ਕੀ ਕਰੀਏ? ਅਸੀਂ ਕੁਝ ਨਹੀਂ ਕਰ ਰਹੇ, ਬਸ ਆਪਣੇ ਮਾਲਿਕ ਨਾਲ ਪਿਆਰ ਕਰ ਰਹੇ। ਉਹ ਜਿੱਦਾਂ ਜਿੱਦਾਂ ਉਹਦੇ ਨੇੜੇ ਹੁੰਦੇ ਉਹ ਆਪਣੀ ਆਪ ਹੀ ਸਾਨੂੰ ਇਹ એનર્ਜੀ ਦੇ ਰਿਹਾ ਕਿ ਅਸੀਂ ਆਪ ਹੈਰਾਨ ਹੈ ਕਿ ਲੋਕੀ ਕਹਿੰਦੇ ਉਮਰ ਵੱਧਦੀ ਹੈ, ਸਾਨੂੰ ਲੱਗਦਾ ਸਾਡੀ ਘਟੀ ਜਾਂਦੀ ਹੈ। ਸਮਝਦੇ ਹੋ ਕਿ ਨਹੀਂ? ਔਰ ਸ਼ਾਇਦ ਦੇਖ ਕੇ ਤੁਸੀਂ ਵੀ ਫੀਲ ਕਰਦੇ ਹੋਵੋਗੇ, ਲੋਕੀ ਕਹਿੰਦੇ ਵੱਧਦੀ ਹੈ ਮੇਰੀ ਉਮਰ, ਪਰ ਅਸੀਂ ਕਹਿੰਦੇ ਸਾਨੂੰ ਇਦਾਂ ਲੱਗਦਾ ਉਮਰ ਘਟਦੀ ਜਾ ਰਹੀ ਹੈ, એનર્ਜੀ ਵੱਧਦੀ ਜਾ ਰਹੀ ਹੈ, ਸ਼ਕਤੀ ਵੱਧਦੀ ਜਾ ਰਹੀ ਹੈ। ਉਹ ਅੱਜ ਪ੍ਰਤੱਖ ਇਹ ਦਿਖਾਉਣ ਦੀ ਲੋੜ ਹੈ ਦੁਨੀਆ ਨੂੰ, ਕਿਉਂਕਿ ਗੱਲਾਂ ਬਹੁਤ ਸੁਣਾ ਰਹੀਆਂ ਕਿ ਬਈ ਫਲਾਣੇ ਸੰਤ ਮਹਾਪੁਰਸ਼ ਨੇ ਅਵਤਾਰ ਨੇ ਕੀ ਕੀਤਾ। ਬੋਲੋ ਸਮਝਦੇ ਹੋ ਕਿ ਨਹੀਂ? ਕਥਾਵਾਂ ਬਹੁਤ ਸੁਣ ਲਈਆਂ, ਹੁਣ ਕਥਾਵਾਂ ਦੀ ਨਹੀਂ, ਰਿਐਲਿਟੀ ਵਿੱਚ ਇਦਾਂ ਦੇ ਬਣ ਕੇ ਦਿਖਾਓ ਕਿ ਦੁਨੀਆ ਤੁਹਾਨੂੰ ਦੇਖ ਕੇ ਮੰਨੇ ਕਿ ਵਾਕਈ ਉਹ ਪਰਮਾਤਮਾ ਨਾਲ ਜੁੜ ਕੇ ਜੇ ਆਹ ਰੰਗ ਚੜ੍ਹਦਾ ਹੈ ਤਾਂ ਮੈਂ ਵੀ ਕਿਉਂ ਨਾ ਜੁੜਾਂ, ਮੈਂ ਵੀ ਕਿਉਂ ਨਾ ਬਣਾ ਉਦਾਂ ਦਾ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਇੱਕ ਭਾਰਾ ਜਿਹਾ ਇਨਸਾਨ ਬੈਠਾ ਹੋਵੇ, ਸਮਝ ਲਓ ਭਾਰਾ ਜਿਹਾ ਇਨਸਾਨ ਬੈਠਾ ਹੋਵੇ, ਕਹੇ ਲੈ ਵੀ ਸ਼੍ਰੀ ਰਾਮ ਇੰਨੇ ਫਿੱਟ ਸੀ ਕਿ ਧਨੁਸ਼ ਤੋੜ ਦਿੱਤਾ ਸ਼ਿਵ ਜੀ ਦਾ, ਸ਼੍ਰੀ ਕ੍ਰਿਸ਼ਨ ਇੰਨੇ ਫਿੱਟ ਸੀ ਕਿ ਭਾਈ ਉਹਨਾਂ ਨੇ ਕਾਲੀਏ ਨਾਗ ਦੇ ਸਿਰ ਤੇ ਨਰਤਕ ਕੀਤਾ। ਅੱਛਾ, ਕਥਾ ਸੁਣ ਲਈ, ਸ਼੍ਰੀ ਕ੍ਰਿਸ਼ਨ ਫਿੱਟ ਸੀ, ਸ਼੍ਰੀ ਰਾਮ ਫਿੱਟ ਸੀ, ਫਲਾਣੇ ਫਿੱਟ ਸੀ, ਤੁਸੀਂ ਉਹਨਾਂ ਨੂੰ ਮੰਨਦੇ, ਤੁਸੀਂ ਫਿੱਟ ਕਿਉਂ ਨਹੀਂ ਹੋ? ਅੱਜ ਰੂਪ ਬਣ ਕੇ ਦਿਖਾਓ। ਅੱਜ ਅਸੀਂ ਕਹਿ ਸਕਦੇ ਹਾਂ ਕਿ ਜੇ ਉਹ ਫਿੱਟ ਸੀ ਤਾਂ ਸਭ ਤੋਂ ਪਹਿਲਾਂ ਕੁਦਰਤ ਦਾ ਨਿਯਮ ਹੀ ਇਹੀ ਹੈ ਕਿ ਜੋ ਕੁਦਰਤ ਨਾਲ ਜੁੜੇਗਾ ਫਿੱਟ ਹੋਏਗਾ। ਤਾਂ ਹੀ ਅਸੀਂ ਵੀ ਦਿਨ ਪ੍ਰਤੀ ਦਿਨ ਫਿੱਟ ਹੋਈ ਜਾਂਦੇ, ਇਹ ਨਿਯਮ ਹੈ ਕੁਦਰਤ ਦਾ। ਪਰ ਬੰਦਾ ਕੀ ਹੈ, ਕਥਾਵਾਂ ਸੁਣਾਈ ਜਾਂਦਾ ਹੈ, ਆਪ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਜਿੱਥੇ ਉਹ ਪਹੁੰਚੇ ਸੀ, ਜਿੱਥੇ ਉਹਨਾਂ ਨੇ ਕਦਮ ਰੱਖਿਆ, ਜਿਸ ਆਨੰਦ ਨੂੰ ਉਹਨਾਂ ਨੇ ਜਾਣਿਆ। ਅੱਜ ਬੰਦਾ ਆਪ ਨਹੀਂ ਉੱਥੇ ਪਹੁੰਚਦਾ, ਬਸ ਕਥਾਵਾਂ ਸੁਣਾਉਂਦਾ ਹੈ ਕਿ ਫਲਾਣੇ ਅਵਤਾਰ ਨੇ ਕੀ ਕੀਤਾ, ਫਲਾਣੇ ਪੀਰ ਨੇ ਕੀ ਕੀਤਾ, ਫਕੀਰ ਨੇ ਕੀ ਕੀਤਾ, ਗੁਰੂ ਨੇ ਕੀ ਕੀਤਾ। ਉਹ ਮਜ਼ਾ ਇਹ ਨਹੀਂ ਉਹਨਾਂ ਨੇ ਕੀ ਕੀਤਾ, ਮਜ਼ਾ ਤਾਂ ਹੈ ਕਿ ਤੁਸੀਂ ਕੀ ਕਰਦੇ ਹੋ। ਕਿਉਂਕਿ ਦੁਨੀਆ ਨੇ ਅੱਜ ਤੁਹਾਨੂੰ ਦੇਖਣਾ ਹੈ, ਤੁਹਾਨੂੰ ਸੁਣਨਾ ਹੈ, ਔਰ ਦੁਨੀਆ ਸੁਣ ਕੇ ਨਹੀਂ ਦੇਖ ਕੇ ਸਮਝਦੀ ਹੈ। ਹੁਣ ਇਹੀ ਤੁਹਾਨੂੰ ਸਮਝਾਈਏ। ਹੁਣ ਤੁਸੀਂ ਬੱਚੇ ਨੂੰ ਤਸਮਾ ਬੰਨ੍ਹਣਾ ਸਿਖਾਉਣਾ ਹੈ ਕਿ ਪੈਰ ਦੇ ਬੂਟ ਦਾ ਤਸਮਾ ਕਿੱਦਾਂ ਬੰਨਿਆ ਜਾਂਦਾ ਹੈ, ਬੋਲ ਕੇ ਸਮਝਾ ਦੋਗੇ ਤੁਸੀਂ? ਪੁੱਤ ਇਦਾਂ 2 ਤਸਮੇ ਫੜ, ਫਿਰ ਇੱਕ ਨੂੰ ਇਦਾਂ ਘੁਮਾ ਦੇ, ਦੂਜੇ ਨੂੰ ਇਦਾਂ ਘੁਮਾ ਦੇ, ਫਿਰ ਦੂਜੇ ਨੂੰ ਫੜ ਕੇ ਇਦਾਂ ਕਰ ਦੇ। ਬੱਚੇ ਨੇ ਕਹਿਣਾ ਕਰੀ ਕੀ ਜਾਂਦਾ ਹੈ, ਕਰਕੇ ਦਿਖਾਓ। ਸਾਹਮਣੇ ਤਸਮਾ ਹੋਵੇ, ਪਕੜੋ, ਸਾਹਮਣੇ ਦਿਖਾਓ। ਹੁਣ ਕਿਸੇ ਨੂੰ ਟਾਈ ਲਾਣੀ ਸਿਖਾਣੀ ਹੋਵੇ, ਗਲ 'ਚ ਟਾਈ ਪਾਈ ਦੀ ਨਾ, ਸਮਝਣਾ ਜ਼ਰਾ ਸਾਰਿਆਂ ਨੇ। ਕਿਉਂ ਗੱਲਾਂ ਸੱਚੀਆਂ ਗੱਲਾਂ ਕੌੜੀਆਂ ਜ਼ਰੂਰ ਲੱਗਦੀਆਂ ਆ, ਪਰ ਫਿਰ ਕਹਾਂਗੇ ਕੌੜੀਆਂ ਗੋਲੀਆਂ ਖਾਓਗੇ ਤਾਂ ਹੀ ਸਿਹਤ ਬਣਨੀ ਹੈ। ਇਹ ਮਿੱਠੀਆਂ ਮਿੱਠੀਆਂ ਗੋਲੀਆਂ ਨਹੀਂ ਲੋੜ, ਹੁਣ ਸੱਚਾਈ ਨੂੰ ਸਮਝਣ ਦੀ ਲੋੜ ਹੈ, ਸੱਚਾਈ ਨਾਲ ਜੁੜਨ ਦੀ ਲੋੜ ਹੈ। ਸਮਝਦੇ ਹੋ ਕਿ ਨਹੀਂ? ਹੁਣ ਮਿੱਠੀਆਂ ਮਿੱਠੀਆਂ ਗੋਲੀਆਂ ਉਹਦੇ ਨਾਲ ਜ਼ਿੰਦਗੀ 'ਚ ਸ਼ੂਗਰ ਖਾਈ ਜਾਓਗੇ ਤਾਂ ਬਿਮਾਰੀਆਂ ਲੱਗਣੀਆਂ ਹੈ। ਤਾਂ ਜੇ ਨਿੰਮ ਦੇ ਪੱਤੇ ਕੜਵੇ ਖਾਵਾਂਗੇ ਨਾ, ਆਂਵਲਾ ਪੀਵਾਂਗੇ ਕੜਵਾ, ਤਾਂ ਉਹਨੇ ਜ਼ਿੰਦਗੀ 'ਚ ਤਾਜ਼ਗੀ ਦੇਣੀ ਹੈ, ਨਵਾਂ ਜੀਵਨ ਦੇਣਾ ਹੈ।
ਸਮਝ ਲਓ ਕਿ ਸਾਡੀਆਂ ਗੱਲਾਂ ਵੀ ਆਮਲੇ ਦੀ ਤਰ੍ਹਾਂ ਹੀ ਆ, ਖਾਣ ਨੂੰ ਕੋੜੀਆਂ ਪਰ ਜੀਵਨ ਤੇ ਅਸਰ ਬਹੁਤ ਬੜਾ ਦਿੰਦੀਆਂ ਹੈ, ਨਵੀਂ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਹੈ। ਇਸ ਕਰਕੇ ਕਿਸੇ ਨੇ ਟਾਈ ਬੰਨਣੀ ਹੋਵੇ, ਹੁਣ ਫਰਜ਼ ਕਰੋ ਤੁਸੀਂ ਕਹਿਣਾ ਇਦਾਂ ਕੋਟ ਪੈਂਟ ਪਾ ਕੇ ਨਾ ਇਦਾਂ ਟਾਈ, ਇਹਨੂੰ ਇਦਾਂ ਫੜ ਲਾ, ਇਦਾਂ ਕਰਕੇ ਇਦਾਂ ਘੁਮਾ ਦੇ, ਇਦਾਂ ਕਰਕੇ ਇਦਾਂ ਖਿੱਚਦੇ, ਫਿਰ ਟਾਈ ਬਣ ਜਾਣੀ। ਸਮਝ ਆਈ ਕਿਸੇ ਨੂੰ ਕੁਛ? ਪਰ ਕੋਈ ਗਲ 'ਚ ਪਾ ਕੇ ਕਰਕੇ ਦਿਖਾਵੇ, ਨਾਲ ਨਾਲ ਕਰਕੇ ਦਿਖਾਵੇ, ਟਾਈ ਪਕੜੀ ਹੈ ਨਾਲ ਨਾਲ ਕਰਕੇ ਦਿਖਾਵੇ, ਬੰਦੇ ਨੂੰ ਸਮਝ ਵੀ। ਹੁਣ ਤੁਸੀਂ ਬੱਚੇ ਨੂੰ ਰੋਟੀ ਪਕਾਣੀ ਸਿਖਾਣੀ ਹੋਵੇ ਬਿਨਾਂ ਆਟੇ ਤੋਂ, ਗੱਲਾਂ 'ਚ ਹੀ ਕੀ ਸਿਖਾਓਗੇ ਕਿ ਧੀਏ ਆ ਜਾ, ਤੇਰੀ ਹੁਣ 12-13 ਸਾਲ ਦੀ ਹੋ ਗਈ, ਤੈਨੂੰ ਰੋਟੀ ਬਣਾਉਣੀ ਸਿਖਾਵਾਂ। ਉਹ ਤਿੱਦਾਂ ਕਰਨਾ, ਪਹਿਲਾਂ ਡੱਬੇ 'ਚੋਂ ਆਟਾ ਕੱਢ ਕੇ ਪਰਾਤ 'ਚ ਪਾ ਲੈਣਾ, ਫਿਰ ਉਹ 'ਚ ਪਾਣੀ ਪਾ ਦੇਣਾ, ਫਿਰ ਗੁੰਨ ਲੈਣਾ ਉਹਨੂੰ ਇੱਦਾਂ ਇੱਦਾਂ, ਔਰ ਫਿਰ ਰੋਟੀ ਇੱਦਾਂ ਚੱਕਣੀ ਹੈ, ਔਰ ਫਿਰ ਉਹਦਾ ਪੇੜਾ ਐਂ ਕਰ ਲੈਣਾ, ਔਰ ਫਿਰ ਐਂ ਕਰਕੇ ਐਵੇਂ ਪਾ ਦੇਣਾ। ਕੁੜੀਆਂ ਨੂੰ ਸਮਝੀ ਕੋਈ, ਤਾੜੀਆਂ ਹੀ ਵਜਾ ਕੇ ਕਰਦਾ ਹੈ। ਆਏਗਾ ਕਦੋਂ? ਜਦੋਂ ਚੀਜ਼ ਸਾਹਮਣੇ ਕਰਕੇ, ਆਟਾ ਲਓ, ਉਹਨੂੰ ਬਣਾ ਕੇ ਦਿਖਾਓ, ਕੋਲ ਪ੍ਰੈਕਟੀਕਲੀ ਕਰਕੇ ਦਿਖਾਓ, ਫਿਰ ਉਹਨੂੰ ਪਤਾ ਲੱਗਣਾ ਚੀਜ਼ ਬਣਦੀ ਕਿੱਦਾਂ ਹੈ। ਅਸੀਂ ਇਹੀ ਕਹਿੰਦੇ ਸੀ, ਪ੍ਰੈਕਟੀਕਲ ਤੇ ਜ਼ੋਰ ਦਿੰਦੇ ਆ ਕਿ ਜੇ ਪ੍ਰਮਾਤਮਾ ਦੇ ਨਾਮ 'ਚ ਸ਼ਕਤੀ ਹੈ, ਹਰ ਦੁੱਖ ਦਰਦ ਨੂੰ ਦੂਰ ਕਰਨ ਦੀ ਤਾਕਤ ਹੈ, ਤਾਂ ਫਿਰ ਲੋਕਾਂ ਨੂੰ ਉਦਾਂ ਦੇ ਬਣ ਕੇ ਦਿਖਾਓ ਕਿ ਲੋਕ ਤੁਹਾਨੂੰ ਕਹਿਣਗੇ ਵਾਕਈ ਵੀ ਤੈਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਨਾਲ ਜੁੜ ਗਿਆ, ਤਾਂ ਕਿੰਨੇ ਸਾਲਾਂ ਤੋਂ ਤੈਨੂੰ ਦਵਾਈ ਦੀ ਲੋੜ ਨਹੀਂ ਪਈ, ਕਿੰਨੇ ਸਾਲਾਂ ਤੋਂ ਬਿਮਾਰੀ ਤੇਰੇ ਲਾਗੇ ਨਹੀਂ ਆਈ। ਸਮਝਦੇ ਹੋ ਕਿ ਨਹੀਂ? ਬਣ ਕੇ ਦਿਖਾਣਾ ਪੈਣਾ ਹੈ, ਕਿਉਂਕਿ ਅੱਜ ਸੰਸਾਰ ਨੂੰ ਗੱਲਾਂ ਨਾਲ ਨਹੀਂ ਕਰਕੇ ਦਿਖਾਉਣ ਦੀ ਜ਼ਰੂਰਤ ਹੈ। ਇਹ ਗੱਲ ਫਿਰ ਕਹਾਂਗੇ, ਹੁਣ ਤੁਸੀਂ ਕਹੀ ਜਾਓ ਸੱਚ ਬੋਲੋ ਸੱਚ ਬੋਲੋ, ਆਪ ਝੂਠ ਬੋਲਦੇ ਰਹੋ, ਤਾਂ ਫਿਰ ਉਹਦੇ ਨਾਲ ਅਸਰ ਹੋਣਾ ਕਿਸੇ ਤੇ? ਉਹ ਜੇ ਸੱਚ ਬੁਲਾਣਾ ਤਾਂ ਕਹੋ ਘੱਟ, ਬੋਲ ਕੇ ਦਿਖਾਓ, ਆਪ ਉਸ ਰਸਤੇ ਚੱਲ ਕੇ ਦਿਖਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਹੁਣ ਸਾਡੀ ਬੇਟੀ ਹੈ ਰੂਹਾਨੀ, 8 ਸਾਲ ਦੀ ਹਾਲੇ ਉਮਰ ਉਹਦੀ। ਹੁਣ ਜਰਾ ਗੌਰ ਕਰਨਾ, ਸਵੇਰੇ ਉੱਠਦੀ ਹੈ, ਸਭ ਤੋਂ ਪਹਿਲਾਂ ਉੱਠਦੇ ਸਾਰ ਹੀ ਉਹਨੂੰ ਪਤਾ ਜੈ ਜੀ ਨੇ ਸਭ ਤੋਂ ਪਹਿਲਾਂ ਸੂਰਿਆ ਨਮਸਕਾਰ ਕਰਨਾ ਹੈ, ਜਾਂ ਇਸ ਤਰ੍ਹਾਂ, ਕਿਉਂਕਿ ਇਹ ਨਹੀਂ ਕਿ ਉੱਠਦੇ ਸਾਰੇ, ਅੱਜ ਕੱਲ੍ਹ ਬੰਦਾ ਉੱਠਦਾ ਹੈ ਨਾਲ ਹੀ ਮੋਬਾਈਲ ਲੈ ਕੇ, ਮੈਸੇਜ ਤਾਂ ਨਹੀਂ ਆਇਆ ਕਿਸੇ ਦਾ, ਮੈਡੀਟੇਸ਼ਨ ਸ਼ੁਕਰ ਕਰਨਾ ਹੈ। ਇਸ ਕਰਕੇ ਉਹ ਆਪ ਹੀ ਸਾਨੂੰ ਦੇਖ ਕੇ, ਸਾਨੂੰ ਕਦੀ ਕਹਿਣ ਦੀ ਲੋੜ ਨਹੀਂ ਪਈ ਉਹਨੂੰ ਕਿ ਬੇਟਾ ਤੂੰ ਸ਼ੁਕਰ ਕਰ ਜਾਂ ਤੂੰ ਪਹਿਲਾਂ ਆਹ ਕੰਮ ਕਰ, ਸਾਨੂੰ ਦੇਖ ਕੇ ਨਾਲ ਨਾਲ ਕਰਦੀ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਬੱਚਿਆਂ ਨੂੰ ਕਵਾਂਗੇ ਬੇਟਾ ਸਵੇਰੇ ਉੱਠ ਕੇ ਸ਼ੁਕਰ ਕਰੀਦਾ ਹੈ, ਪਰ ਆਪ ਸਵੇਰੇ ਉੱਠ ਕੇ ਮੋਬਾਈਲ ਤੇ ਲੱਗ ਜਾਈਏ, ਟੀਵੀ ਔਨ ਕਰ ਲਈਏ, ਬੱਚੇ ਨੇ ਕਹਿਣਾ ਸਾਨੂੰ ਕਹਿੰਦੇ ਸ਼ੁਕਰ ਕਰੀਦਾ, ਆਪ ਟੀਵੀ ਦੇਖਣ ਲੱਗੇ ਹੋ। ਬੱਚੇ ਦੇ ਅਸਰ ਪੈਣਾ। ਬੱਚਾ ਤੁਹਾਨੂੰ ਦੇਖ ਕੇ ਸਿੱਖਦਾ ਹੈ। ਉਹ ਤੁਸੀਂ ਉਦਾਂ ਦੀ ਆਪਣੀ ਜ਼ਿੰਦਗੀ ਬਣਾਓ ਕਿ ਜਿਹੜਾ ਤੁਹਾਨੂੰ ਦੇਖੇ, ਉਹ ਦੇਖ ਕੇ ਤੁਹਾਨੂੰ ਬੋਲਣ ਦੀ ਲੋੜ ਘੱਟ, ਉਹ ਦੇਖ ਕੇ ਕਵੇ ਵੀ ਇਦਾਂ ਦਾ ਜੀਵਨ ਚਾਹੀਦਾ, ਮੈਂ ਵੀ ਇਦਾਂ ਦਾ ਬਣਨਾ ਹੈ, ਤਾਂ ਕਿ ਮੈਨੂੰ ਵੀ ਇਹ ਆਨੰਦ, ਇਹ ਖੁਸ਼ੀ, ਇਹ ਚਮਕ ਮਿਲ ਸਕੇ। ਸਮਝ ਆ ਰਹੀ ਹੈ ਸਾਰਿਆਂ ਨੂੰ? ਇਸ ਕਰਕੇ ਫਿਰ ਕਵਾਂਗੇ ਪਹਿਚਾਣੋ ਆਪਣੇ ਅੰਦਰੋਂ ਪਰਮ ਸ਼ਕਤੀ ਨੂੰ, ਕਿ ਇੱਕ ਪੌਦੇ ਨੂੰ ਜੋ ਮਰਜ਼ੀ ਦੇ ਦਿਓ, ਪਰ ਜੇ ਪਾਣੀ ਦੇਣਾ ਭੁੱਲ ਗਏ ਤਾਂ ਪੌਦੇ ਨੇ ਸੁੱਕਦਾ ਸੁੱਕ ਜਾਣਾ ਹੈ। ਔਰ ਅੱਜ ਜੇ ਤੁਹਾਡੇ ਜੀਵਨ 'ਚ ਇਹ ਸੋਕਾ ਆਇਆ ਹੈ ਨਾ, ਆ ਚਿਹਰੇ ਮੁਰਝਾਏ ਜਿਹੇ ਹੈ, ਹਾਏ ਹਾਏ ਕਰਦਿਆਂ ਜ਼ਿੰਦਗੀ ਲੰਘ ਰਹੀ ਹੈ, ਜਾਂ ਪਰੇਸ਼ਾਨੀਆਂ 'ਚ ਜ਼ਿੰਦਗੀ ਗੁਜ਼ਰ ਰਹੀ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਪੈਸੇ ਦੀ ਕਮੀ ਹੈ, ਪੈਸਾ ਹੈ ਤੁਹਾਡੇ ਕੋਲ। ਇਹਦਾ ਮਤਲਬ ਇਹ ਨਹੀਂ ਕਿ ਕਾਰ ਦੀ ਕਮੀ ਹੈ, ਗੱਡੀ ਮੋਟਰਸਾਈਕਲ ਸਾਈਕਲ ਹੈ ਤੁਹਾਡੇ ਕੋਲ, ਘਰ ਵੀ ਹੈ ਤੁਹਾਡੇ ਕੋਲ, ਸਭ ਕੁਝ ਹੁੰਦਿਆਂ ਹੋਇਆ ਵੀ ਇਨਸਾਨ ਦੁੱਖਾਂ ਦੀ ਜ਼ਿੰਦਗੀ ਜੀ ਰਿਹਾ, ਮੁਰਝਾਈ ਹੋਈ ਜ਼ਿੰਦਗੀ ਜੀ ਰਿਹਾ ਹੈ। ਜਿੱਦਾਂ ਹੀ ਦੱਸੀਦਾ ਨਾ ਕਿ ਅੱਜ ਇਨਸਾਨ ਇਦਾਂ ਜ਼ਿੰਦਗੀ ਜੀ ਰਿਹਾ ਹੈ ਕਿ ਜਿੱਦਾਂ ਕੋਈ ਮੋਟਰਸਾਈਕਲ ਲੈ ਕੇ ਤੁਰਿਆ ਹੈ ਤਾਂ ਉਹਦਾ ਤੇਲ ਖਤਮ ਹੋ ਜਾਵੇ, ਉਹਨੂੰ ਵਿਚਾਰਾ ਧੱਕਾ ਲਾ ਕੇ ਤੁਰ ਰਿਹਾ ਹੈ, ਘੜੀਸਦਾ ਹੋਇਆ ਮੋਟਰਸਾਈਕਲ ਨੂੰ, ਕਿਉਂਕਿ ਜਿਹਦਾ ਮੋਟਰਸਾਈਕਲ ਨੂੰ ਚਲਾਉਣਾ ਬੜਾ ਔਖਾ ਹੋ ਜਾਂਦਾ ਜਦੋਂ ਉਹਦਾ ਕਿਤੇ ਤੇਲ ਖਤਮ ਹੋ ਜਾਵੇ, ਜ਼ੋਰ ਲੱਗਦਾ ਹੈ। ਏਦਾਂ ਬੰਦਾ ਹੁਣ ਮੋਟਰਸਾਈਕਲ ਤਾਂ ਕੋਲ ਹੈ ਪਰ ਤੇਲ ਹੀ ਖਤਮ ਹੈ। ਇਸ ਕਰਕੇ ਜਿਹਦਾ ਮਜ਼ਾ ਲੈ ਸਕਦਾ, ਜਿੱਤੇ ਬਹਿ ਕੇ ਆਰਾਮ ਨਾਲ ਸ਼ੂ ਕਰਦਾ ਜਾ ਸਕਦਾ ਸੀ, ਉਹਨੂੰ ਖਿੱਚਦਾ ਲਿਜਾ ਰਿਹਾ ਹੈ। ਕੋਈ ਪੁੱਛੇ ਕਿੱਦਾਂ ਮੋਟਰਸਾਈਕਲ ਦਾ ਆਨੰਦ ਹੈ? ਕਿੱਥੇ ਆਨੰਦ ਭਾਈ, ਇਹ ਤਾਂ ਜੀ ਦਾ ਜੰਜਾਲ ਬਣ ਗਿਆ, ਬੜਾ ਮੁਸ਼ਕਿਲ ਹੈ। ਹੁਣ ਤਾਂ ਦਿਲ ਕਰਦਾ ਇੱਥੇ ਖੜਾ ਕਰਕੇ ਚਲ ਜਾਵਾਂ। ਸਮਝਦੇ ਹੋ ਕਿ ਨਹੀਂ? ਹੁਣ ਮੋਟਰਸਾਈਕਲ ਨੂੰ ਖੜਾ ਕਰਨ ਦੀ ਲੋੜ ਨਹੀਂ ਹੈ, ਲੋੜ ਇਹਦੇ 'ਚ ਤੇਲ ਪਵਾਉਣ ਦੀ, ਤਾਂ ਕਿ ਇਹਦਾ ਤੂੰ ਪੂਰਾ ਆਨੰਦ। ਹੁਣ ਅੱਜ ਜ਼ਿੰਦਗੀ ਬੰਦੇ ਪਤਾ ਕਿੱਦਾਂ ਜੀ ਰਹੇ ਹੈ, ਜਰਾ ਦੇਖਣਾ, ਲਾਈਟ ਵੀ ਦੇਖ ਲਓ ਬਈ, ਪ੍ਰਬੰਧ ਹੈ ਕੋਈ ਜਨਰੇਟਰ ਤੱਕ? ਨਹੀਂ ਨਹੀਂ ਹੈ ਨਹੀਂ, ਵਾਹ ਚਲੋ ਕੋਈ ਨਹੀਂ, ਅੱਜ ਆਪਾਂ ਘੰਟੇ ਦਾ ਸਤਸੰਗ 10 ਮਿੰਟਾਂ 'ਚ ਕਰ ਲੈਣਾ। ਕਿਤੇ ਨਾ ਕਿਤੇ ਕੁਦਰਤ ਕਹਿੰਦੀ ਤੁਸੀਂ ਵੀ ਰੈਸਟ ਕਰ ਲਓ, ਥੋੜਾ ਜਿਹਾ ਲਗਾਤਾਰ ਸਤਸੰਗ ਹੈ ਤੁਹਾਡੇ ਨਾ। ਸੋ ਅਸੀਂ ਮੋਟਰਸਾਈਕਲ ਦੀ ਗੱਲ ਕਰ ਰਹੇ ਸੀਗੇ, ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਪਿੱਛੇ ਤੱਕ?
ਚਲੋ ਬਹੁਤ ਅੱਛੀ ਗੱਲ ਹੈ। ਜਿਹਨੂੰ ਨਹੀਂ ਵੀ ਆਈ ਕੋਈ ਗੱਲ ਨਹੀਂ, ਫਿਰ ਹੁਣ ਮਜਬੂਰੀ ਹੈ, ਕੀ ਕਰੀਏ, ਹੈ ਨਾ। ਸੋ ਜਿੱਦਾਂ ਹੀ ਮੋਟਰਸਾਈਕਲ ਦੀ ਗੱਲ ਕਰ ਰਹੇ ਸੀਗੇ ਕਿ ਮੋਟਰਸਾਈਕਲ ਲੈ ਕੇ ਬੰਦਾ ਜਾ ਰਿਹਾ, ਉਹ ਜਿਸ ਮੋਟਰਸਾਈਕਲ ਦਾ ਅਸੀਂ ਆਨੰਦ ਲੈ ਸਕਦੇ ਹਾਂ, ਤੇਲ ਪਵਾ ਕੇ ਸ਼ੂ ਕਰਦੇ ਨਿਕਲ ਸਕਦੇ ਆ, ਬਸ ਬੰਦਾ ਕੀ ਕਰਦਾ ਹੈ, ਧੱਕਾ ਲਾ ਕੇ ਲਿਜਾ ਰਿਹਾ। ਪੁੱਛੋ ਆਨੰਦ ਆ ਰਿਹਾ? ਨਹੀਂ, ਇਹ ਤਾਂ ਮੋਟਰਸਾਈਕਲ ਮੇਰੇ ਜੀ ਦਾ ਜੰਜਾਲ ਬਣ ਗਿਆ। ਅੱਜ ਕਈ ਇਨਸਾਨ ਅਗਰ ਪੁੱਛੋ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ, ਉਹ ਕਾਹਦੀ ਜ਼ਿੰਦਗੀ, ਦੁੱਖਾਂ ਦੀ ਜ਼ਿੰਦਗੀ ਹੈ, ਇਹਨਾਂ ਤੋਂ ਰੱਬ ਜ਼ਿੰਦਗੀ ਦਿੰਦਾ ਹੀ, ਦਿਲ ਕਰਦਾ ਸਭ ਕੁਝ ਛੱਡ ਕੇ ਮਰ ਜਾਈਏ ਬਸ। ਇਹ ਉਹ ਜੀਵ ਹੈ ਜਿਹੜੇ ਧੱਕਾ ਲਾ ਕੇ ਜ਼ਿੰਦਗੀ ਦਾ ਮੋਟਰਸਾਈਕਲ ਚਲਾ ਰਹੇ ਆ, ਔਰ ਇਹਨਾਂ ਨੂੰ ਇਹ ਨਹੀਂ ਪਤਾ ਅਗਰ ਤੇਲ ਪਵਾ ਲਈਏ ਤਾਂ ਅਸੀਂ ਇਹਦਾ ਕਿੰਨਾ ਆਨੰਦ, ਬੋਲੋ, ਕਿੰਨਾ ਆਨੰਦ ਲੈ ਸਕਦੇ ਹਾਂ। ਸੋ ਜ਼ਿੰਦਗੀ ਨੂੰ ਏਦਾਂ ਨਾ ਸਮਝੋ, ਜ਼ਿੰਦਗੀ ਨੂੰ ਏਦਾਂ ਨਾ ਸਮਝੋ ਕਿ ਦੁੱਖਾਂ ਭਰੀ ਹੈ, ਜਾਂ ਜੀਵਨ 'ਚ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹੈ, ਜਾਂ ਜੀਵਨ 'ਚ ਤਕਲੀਫਾਂ ਹੀ ਤਕਲੀਫਾਂ ਹੈ। ਨਹੀਂ, ਜ਼ਿੰਦਗੀ ਇਦਾਂ ਦੀ ਨਹੀਂ ਹੈ, ਇਹਨੂੰ ਇਦਾਂ ਨਾ ਸਮਝੋ। ਅਗਰ ਇਦਾਂ ਸਮਝਦੇ ਆ ਤੇ ਇਹਦਾ ਇੱਕੋ ਹੀ ਮਤਲਬ ਹੈ, ਪਤਾ ਕਿਹੜਾ ਮਤਲਬ ਇਹਦਾ? ਇਹਦਾ ਮਤਲਬ ਇਹੀ ਕਿਤੇ ਨਾ ਕਿਤੇ ਸਾਨੂੰ ਜ਼ਿੰਦਗੀ ਨੂੰ ਚਲਾਉਣ ਦਾ ਤਰੀਕਾ ਹੀ ਨਹੀਂ ਆਉਂਦਾ, ਸਾਨੂੰ ਜ਼ਿੰਦਗੀ ਨੂੰ ਜੀਣ ਦੀ ਕਲਾ ਹੀ ਨਹੀਂ ਆਉਂਦੀ, ਜਾਂ ਸਮਝ ਲਓ ਕਿ ਸਾਡੀ ਜ਼ਿੰਦਗੀ ਦੇ ਮੋਟਰਸਾਈਕਲ 'ਚ ਹਾਲੇ ਪੈਟਰੋਲ ਪਿਆ ਹੀ ਨਹੀਂ ਹੈ, ਤਾਂ ਹੀ ਅਸੀਂ ਧੱਕਾ ਲਾ ਕੇ ਲਿਜਾ ਰਹੇ ਹਾਂ। ਇਸ ਲਈ ਹੁਣ ਸਾਨੂੰ ਜ਼ਰੂਰਤ ਹੈ ਕਿਸੇ ਐਸੇ ਗੁਰੂ, ਐਸੇ ਮੁਰਸ਼ਿਦ ਰੂਪੀ ਪੈਟਰੋਲ ਪੰਪ ਦੀ, ਜਿਹੜਾ ਸਾਡੀ ਇਹ ਮੋਟਰਸਾਈਕਲ ਜ਼ਿੰਦਗੀ ਦੇ ਵਿੱਚ ਉਹ ਪੈਟਰੋਲ એનર્ਜੀ ਦਾ ਭਰ ਸਕੇ ਕਿ ਅਸੀਂ ਇਸ ਜ਼ਿੰਦਗੀ ਦੇ ਮੋਟਰਸਾਈਕਲ ਦਾ ਪੂਰਾ ਆਨੰਦ ਲੈ ਸਕੀਏ। ਐਸੇ ਮੁਰਸ਼ਿਦ ਦੀ ਲੋੜ ਹੈ, ਐਸੇ ਗੁਰੂ ਦੀ ਲੋੜ ਹੈ। ਪਰ ਹੁਣ ਫਿਰ ਕਵਾਂਗੇ ਕਿ ਪੈਟਰੋਲ ਪੰਪ ਵੀ ਉਹੀ ਪੈਟਰੋਲ ਭਰ ਸਕਦਾ ਜਿੱਥੇ ਆਪ ਪੈਟਰੋਲ ਹੋਵੇ, ਜਿਹੜਾ ਆਪ ਹੀ ਖਾਲੀ ਜਿਹਾ ਹੋ ਕੇ ਬੈਠਾ ਹੋਵੇ, ਉਹਨਾਂ ਦੂਜੇ 'ਚ ਕੀ ਭਰਨਾ ਹੈ ਨਾ। ਸਮਝ ਆ ਰਹੀ ਸਾਡੀ ਗੱਲ? ਇਸ ਕਰਕੇ ਇਹ ਜ਼ਿੰਦਗੀ 'ਚ ਦੁੱਖ ਨਹੀਂ ਹੈ, ਇਹ ਜ਼ਿੰਦਗੀ 'ਚ ਖੁਸ਼ੀਆਂ ਹੈ, ਇਹ ਜ਼ਿੰਦਗੀ 'ਚ ਆਨੰਦ ਹੈ। ਜਿੱਦਾਂ ਅਸੀਂ ਇੱਕ ਸ਼ੇਰ ਬੋਲੀ ਦਾ ਹੈ, ਇੱਥੇ ਹੀ ਬੋਲਣਾ ਚਾਹਾਂਗੇ ਕਿ ਜ਼ਿੰਦਗੀ खूबसूरत है मगर हमें जीना नहीं आता। जिंदगी खूबसूरत है मगर हमें जीना नहीं आता। और नशा तो हर एक चीज में है मगर हमें पीना नहीं आता। हर चीज परमात्मा का जिदा कहते नाम खुमारी नानका दे दिओ आवाज। हुण पहला दसो तुसीं ये नशा चाहते हो कि नहीं? आ शराब का नशा बहुत लोग करते हैं, भंग का नशा भी बहुत करते हैं, तंबाकू का, अफीम का, चरस का, गांजे का, या होर कई चीज़ों के नशे लोग बहुत करते हैं। पर जेडे वो नशे करते वो तो जीवन को बर्बाद करके बह जाते हैं, जीवन को रोग लवा के बह जाते हैं, अपना घर गवा के अपने परिवार को उजाड़ के बह जाते हैं। क्योंकि ये हकीकत है, इनू मजाक ना समझो। क्योंकि जिदा दसिया कि साडे को तो जीवां की बेनती आती रहती है कि माल को मुंडा नशे करता, नौ भी चली गई बच्चों को लैके, हुण 6 महीने हो गए घर ही बैठी, आती नहीं है। वो आ जाए, वही क्या आएगी किद्दां वो? क्योंकि एक औरत अपना घर परिवार छड्ड के किहदे सहारे आंदे? पति के सहारे, कि पति मैनू सहारा देवे, मैनू संभाले, मेरियां जरूरतां पूरियां करे। तो जे पति आप ही नशा पी के, नशा करके डिगिया पिया है और औरत दे कोलों उल्टा मंग रहा है कि मैनू पैसे दे शराब पीनी है, तो इदां दे पति नू छड्डे ना तो होर की करे? और इदां दे पति दे मगर घूमे कि लै जी तू मैनू कुट्टी जा, मारी जा, गाला कड्डी जा, तो मैं दिहाड़ी ला के तेनू शराब पीण दे वास्ते पैसे देई जांदी है। वो पहला इनू ये ना कहो कि नो आवे वापस, ये कहो कि पहला मेरा पुत नशा छड्डे, अपने पैरों ते खड़े। क्योंकि ऐसी किसी की जिंदगी क्यों बर्बाद करिए कि तेरा मुंडा नशे कर रहा तो नो नू वापस ले आइए। पहला मुंडे का सुधार होना चाहिए है कि मुंडा नशे का त्याग करे और अपने पैरों ते खड़े, और पता लगे उन्हों की पता लगे कि मेरा पति हुण नशे नहीं करता, अपने पैरों ते खड़ के अपनी जिम्मेवारी भी चक सकता, तो मेरी और मेरे बच्चों की जिम्मेवारी भी चक सकता, फिर वो खुशी नाल आएगी। समझ आ रही कि नहीं? हुण अज इंसान नशे करके फिर बंदा कहता नशे का मजा ही बड़ा, वो ये मजा नहीं है, मजा थोड़ी पलदा तो सजा सारी कह दो सारी जिंदगी दी है। क्योंकि पैग ला लिया, नशा कर लिया, कोई भी नशा मजा थोड़ी देर दा है, पर सजा सारी जिंदगी दी है। पर फिर कहांगे जो परमात्मा के नाम की गल आती है, पहला सजा लगती है, सिमरन करना बड़ा औखा, बंदगी करनी बड़ी औखी, ध्यान करना बड़ा औखा, पहला औखा लगता है, पर बाद जो असर नजर आता है, वो नज़ारा आता है, तो फिर बंदा कहता पहला सजा लगी सी, पर हुण तां उम्र भर दा मजा ही मजा है, आनंद ही आनंद है, खुशी ही खुशी है। इसलिए असीं भी तुहानूं भी यही गल कहांगे कि अगर तुसीं चाहते हो कि तुहाडी जिंदगी का पौधा जिहड़ा इसलिए मुरझांदा जा रहा है, इसलिए सुकदा जा रहा है,
ਇਹਨੂੰ ਉਮਰ ਦਾ ਨਾਮ ਨਾ ਦਿਓ ਕਿ ਉਮਰ ਹੈ, ਇਹਨੂੰ ਇਹ ਨਾਮ ਦਿਓ ਕਿ ਮੇਰੀਆਂ ਗਲਤੀਆਂ ਹੈ, ਕਿ ਮੈਂ ਪਾਣੀ ਪਾਣਾ ਭੁੱਲ ਗਿਆ, ਪ੍ਰਭੂ ਦੇ ਨਾਮ ਦਾ ਪਾਣੀ ਪਾਣਾ, ਧਿਆਨ ਕਰਨਾ, ਸਿਮਰਨ ਕਰਨਾ, ਉਹ ਮੂਲ ਨਾਲ ਜੁੜਨਾ ਮੈਂ ਭੁੱਲ ਗਿਆ। ਮੂਲ ਯਾਨੀ ਜਿੱਥੋਂ ਮੈਨੂੰ ਜ਼ਿੰਦਗੀ, ਔਰ ਹੁਣ ਮੈਨੂੰ ਐਸੇ ਸਤਿਗੁਰ ਦੀ, ਐਸੇ ਸੰਤ ਗੁਰੂ ਰਹਿਬਰ ਦੀ ਜ਼ਰੂਰਤ ਹੈ ਜਿਹੜਾ ਮੈਨੂੰ ਉਹ ਯੁਕਤੀ ਦੇਵੇ ਕਿ ਮੈਂ ਉਸ ਮੂਲ ਨਾਲ ਕਿੱਦਾਂ ਜੁੜ ਕੇ એનર્ਜੀ ਪ੍ਰਾਪਤ ਕਰ ਸਕਦਾ ਹਾਂ। ਇੱਕ ਗੱਲ ਦਾ ਹੋਰ ਸਾਨੂੰ ਜਵਾਬ ਦੇਣਾ ਤੁਸੀਂ। ਅੱਛਾ, ਕੀ ਅਸੀਂ ਸ਼ਬਦ ਲੈ ਲਿਆ, ਫਰਜ਼ ਕਰੋ ਬੰਦਾ ਕਹਿੰਦਾ ਸ਼ਬਦ ਲੈ ਲਿਆ, ਨਾਮ ਲੈ ਲਿਆ, ਨਾਮ ਕੋਈ ਵੀ ਹੋ ਸਕਦਾ ਜੋ ਗੁਰੂ ਸਾਨੂੰ ਦਿੰਦੇ ਹੈ, ਚਾਹੇ ਫਰਜ਼ ਕਰੋ ਹੁਣ ਉਦਾਹਰਨ ਦੇਣ ਲੱਗੇ ਆ, ਫਰਜ਼ ਕਰੋ ਬੰਦਾ ਕਹਿੰਦਾ ਮੈਨੂੰ ਮੇਰੇ ਗੁਰੂ ਨੇ ਕਿਹਾ ਰਾਮ ਰਾਮ ਜਪ, ਜਾਂ ਵਾਹਿਗੁਰੂ ਵਾਹਿਗੁਰੂ ਕਹਿ, ਜਾਂ ਅੱਲਾ ਅੱਲਾ ਕਹਿ, ਜਾਂ ਗੋਡ ਗੋਡ ਕਹਿ, ਈਸ਼ਵਰ ਈਸ਼ਵਰ ਕਹਿ। ਤਾਂ ਇੱਕ ਗੱਲ ਦਾ ਜਵਾਬ ਦੇਣਾ ਕਿ ਸਿਰਫ ਅੱਲਾ ਅੱਲਾ, ਰਾਮ ਰਾਮ, ਈਸ਼ਵਰ ਈਸ਼ਵਰ, ਗੋਡ ਗੋਡ ਕਰਨ ਨਾਲ ਹੀ ਸਾਨੂੰ એનર્ਜੀ ਮਿਲ ਜਾਏਗੀ। ਅਗਰ ਇੰਨੀ ਗੱਲ ਹੀ ਹੁੰਦੀ ਤਾਂ ਫਿਰ ਤਾਂ ਵੀ ਸਾਰੀ ਦੁਨੀਆ ਹੀ ਰਾਮ ਰਾਮ ਕਰ ਰਹੀ ਹੈ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ। ਪਰ ਦਿਨ ਪ੍ਰਤੀ ਦਿਨ ਹੋ ਕੀ ਰਿਹਾ ਹੈ? ਨਫ਼ਰਤ ਵੱਧਦੀ ਜਾ ਰਹੀ ਹੈ, ਨਫ਼ਰਤ ਵੱਧਦੀ ਜਾ ਰਹੀ ਹੈ, ਇਨਸਾਨ ਦੀ એનર્ਜੀ ਘਟਦੀ ਜਾ ਰਹੀ ਹੈ, ਖੁਸ਼ੀ ਘਟਦੀ ਜਾ ਰਹੀ ਹੈ, ਪਰੇਸ਼ਾਨੀਆਂ ਹੋ ਰਿਹਾ ਕਿ ਨਹੀਂ? ਇਹਦਾ ਮਤਲਬ ਹੈ ਸਿਰਫ ਇੱਕ ਸ਼ਬਦ ਦਾ ਉਚਾਰਨ ਕਰਨ ਨਾਲ ਹੀ ਗੱਲ ਨਹੀਂ ਬਣਨੀ। ਹੁਣ ਜਿੱਦਾਂ ਸਮਝ ਲਓ ਕਿ ਜੇ ਤੁਸੀਂ ਮਿਸਰੀ 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 ਦਾ ਮਤਲਬ ਸਮਝਦੇ ਹੋ ਪਹਿਲਾਂ? ਮਿਸਰੀ ਕਿਹੜੀ ਹੁੰਦੀ ਭਲਾ? ਜਿਹੜੀ ਸਾਡੇ ਮੂੰਹ ਨੂੰ ਮਿੱਠਾ ਕਰਦੀ ਹੈ। ਹੁਣ ਤੁਸੀਂ ਕਹੋ ਮਿਸਰੀ ਮਿਸਰੀ ਮਿਸਰੀ, ਮੂੰਹ ਮਿੱਠਾ ਹੋ ਗਿਆ, ਹੋ ਜਾਏਗਾ ਮੂੰਹ ਮਿੱਠਾ? ਕਹਿ ਕੇ ਦੇਖੋ ਇੱਕ ਵਾਰੀ। ਗੁੜ ਗੁੜ ਕਹਿ ਲਓ, ਬਰਫੀ ਬਰਫੀ ਕਹਿ ਲਓ, ਚਲੋ ਮਿਸਰੀ ਸ਼ਾਇਦ ਕਿਸੇ ਨੂੰ ਪਸੰਦ ਨਾ ਹੋਵੇ, ਬਰਫੀ ਸਾਰਿਆਂ ਨੂੰ ਪਸੰਦ ਹੁੰਦੀ ਹੈ। ਔਰ ਉੱਦਾਂ ਵੀ ਅਸੀਂ ਉੱਥੇ ਬੈਠੇ ਜਿੱਥੇ ਖੋਏ ਵਾਲੀ ਬਰਫੀ ਤਿਆਰ ਕੀਤੀ ਜਾਂਦੀ ਹੈ। ਸੋ ਬਰਫੀ ਬਰਫੀ ਕਹਿਣ ਨਾਲ ਮੂੰਹ ਮਿੱਠਾ ਹੋ ਜਾਂਦਾ ਹੈ, ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਹੋ ਜਾਂਦਾ ਹੈ। ਤਾਂ ਹੁਣ ਸ਼ਬਦ ਹੈ ਬਰਫੀ, ਬਰਫੀ ਸਿਰਫ ਸ਼ਬਦ ਹੈ, ਉਹ ਬਰਫੀ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਗੁੜ ਸਿਰਫ ਸ਼ਬਦ ਹੈ, ਉਹ ਗੁੜ ਨਹੀਂ ਹੈ। ਇਹਦੇ ਰਾਮ ਸਿਰਫ ਸ਼ਬਦ ਹੈ, ਉਹ ਰਾਮ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਪਰ ਇੱਥੇ ਕੀ ਹੁੰਦਾ ਹੈ, ਬੰਦੇ ਨੂੰ ਮਿਰਚ ਲੱਗਦੀ ਹੈ, ਬੰਦੇ ਨੂੰ ਕਹਿੰਦੇ ਬਰਫੀ ਬਰਫੀ ਤੇਰੀ ਮਿਰਚ ਹਟ ਜਾਏਗੀ, ਮਿੱਠਾ ਕਿਉਂ ਲੱਭਦਾ ਆ? ਉਹਨਾਂ ਨੇ ਪਾਗਲ ਹੈ ਮੈਂ, ਮਿਰਚ ਮੈਨੂੰ ਲੱਗੀ, ਉਹ ਮਿੱਠਾ ਲਿਆਓ, ਇਹ ਖਾਣਾ ਤਾਂ ਹੀ ਮੇਰਾ ਕੋੜਾ ਮੂੰਹ ਮਿੱਠਾ ਹੋਏਗਾ। ਸਿਰਫ ਬਰਫੀ ਬਰਫੀ ਕਹਿਣ ਨਾਲ ਕੀ ਮਿਰਚ ਹਟ ਜਾਏਗੀ? ਉਹ ਜੇ ਬਰਫੀ ਬਰਫੀ ਕਹਿਣ ਨਾਲ ਮਿਰਚ ਨਹੀਂ ਹਟਦੀ ਤਾਂ ਸਿਰਫ ਰਾਮ ਰਾਮ ਕਹਿਣ ਨਾਲ ਤੇਰੇ ਦੁੱਖ ਦਲਿੱਦਰ ਕਿੱਦਾਂ ਹਟ ਜਾਣਗੇ? ਜਰਾ ਸਮਝਣਾ ਸਾਰਿਆਂ ਨੇ, ਉਹ ਕੋਈ ਯੁਕਤੀ ਹੋਰ ਹੈ। ਸਿਮਰਨ ਸਿਰਫ ਇੱਕ ਝਲਕ ਹੈ। ਜਿੱਦਾਂ ਹੁਣ ਬੰਦਾ ਕਹਿੰਦਾ ਮੈਂ ਦਿੱਲੀ ਜਾਣਾ ਹੈ, ਤਾਂ ਬੰਦਾ ਕਹਿੰਦਾ ਦਿੱਲੀ ਇੱਧਰ ਹੈ, ਉਹ ਦਿੱਲੀ ਸ਼ਬਦ ਹੈ, ਇਸ਼ਾਰਾ ਹੈ ਉਹ ਮੰਜ਼ਿਲ ਦੀ ਤਰਫ, ਪਰ ਉਹ ਮੰਜ਼ਿਲ ਨਹੀਂ ਹੈ। ਇਹ ਗੱਲ ਕਲੀਅਰ ਸਮਝ ਲਿਓ ਤੁਸੀਂ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਇੱਥੇ ਬੈਠੇ ਕੋ ਮਾਲਕਾਂ ਕੋ ਜਾਣਾ ਹੈ, ਹੁਣ ਮਾਲਕਾਂ ਕੋ ਜਾਣਾ ਹੈ, ਇੱਕ ਸ਼ਬਦ ਹੈ ਜਿਹਦੇ ਨਾਲ ਸਾਨੂੰ ਇਸ਼ਾਰਾ ਮਿਲਦਾ ਹੈ, ਪਰ ਇਹ ਮਾਲਕ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਇਹ ਦਰਬਾਰ ਜਦੋਂ ਬੰਦਾ ਕੋਈ ਵੀ ਲੈ ਲਵੇ ਕਿ ਮੈਂ ਵੀ ਤਾਜ ਮਹਿਲ ਜਾਣਾ ਹੈ, ਤਾਜ ਮਹਿਲ ਤਾਜ ਮਹਿਲ, ਤਾਂ ਤਾਜ ਮਹਿਲ ਕਹਿਣ ਨਾਲ ਇੱਛਾ ਪੈਦਾ ਹੋਏਗੀ ਤਾਜ ਮਹਿਲ ਜਾਣ ਦੀ, ਪਰ ਉਹ ਤਾਜ ਮਹਿਲ ਸ਼ਬਦ ਤਾਜ ਮਹਿਲ ਤਾਂ ਜੇ ਬੰਦਾ ਸੋਚੇ ਤਾਜ ਮਹਿਲ ਤਾਜ ਮਹਿਲ ਤਾਜ ਮਹਿਲ, ਮੈਂ ਤਾਂ 108 ਵਾਰੀ ਮਣਕਾ ਫੇਰਿਆ, ਮੈਂ ਤਾਂ 2.5 ਘੰਟੇ ਬਹਿ ਕੇ ਤਾਜ ਮਹਿਲ ਤਾਜ ਮਹਿਲ ਤਾਜ ਮਹਿਲ ਕੀਤੀ, ਤਾਂ ਭਾਈ ਤੂੰ ਚਾਹੇ 2.5 ਘੰਟੇ ਬਹਿ ਕੇ ਕਰ, 24 ਘੰਟੇ ਬਹਿ ਕੇ ਕਰ, ਤਾਜ ਮਹਿਲ ਸ਼ਬਦ ਹੀ ਹੈ, ਇਹ ਤਾਜ ਮਹਿਲ ਹੈ ਨਹੀਂ। ਔਰ ਏਦਾਂ ਨਹੀਂ ਤਾਜ ਮਹਿਲ ਜਾਇਆ ਜਾਣਾ, ਉਹਦੇ ਵਾਸਤੇ ਕੁਝ ਨਿਯਮ ਹੈ, ਉਹਦੇ ਵਾਸਤੇ ਕੁਝ ਤਰੀਕੇ ਹੈ। ਸਿਰਫ ਰੱਟੇ ਲਾਉਣ ਨਾਲ ਹੀ ਕੋਈ ਮੰਜ਼ਿਲ ਨਹੀਂ ਮਿਲਦੀ। ਫਿਰ ਕਵਾਂਗੇ ਤੁਹਾਨੂੰ ਕਿ ਤਾਜ ਮਹਿਲ ਕਹਿਣ ਨਾਲ ਤਾਜ ਮਹਿਲ ਨਹੀਂ ਮਿਲ ਜਾਣਾ, ਉਹਦੇ ਵਾਸਤੇ ਨਿਯਮ ਹੈ ਕਿ ਭਾਈ ਟੈਕਸੀ ਕਰ, ਬੱਸ ਦੀ ਟਿਕਟ ਲੈ, ਜਾਂ ਫਿਰ ਇੱਕ ਟ੍ਰੇਨ ਦੀ ਟਿਕਟ ਲੈ ਜਿਹੜੀ ਤਾਜ ਮਹਿਲ ਜਾਣ ਵਾਲੀ ਹੈ, ਜਿਹੜੀ ਆਗਰੇ ਜਾਣ ਵਾਲੀ ਹੈ, ਉਹ ਬੱਸ 'ਚ ਬੈਠ, ਉਸ ਟ੍ਰੇਨ 'ਚ ਬੈਠ, ਔਰ ਜੋ ਨਿਯਮ ਹੈ ਨਾ, ਆਹ ਸਟੇਸ਼ਨ ਤੇ ਉਤਰਨਾ ਹੈ, ਆਹ ਏਦਾਂ ਕਰਨੀ ਹੈ, ਉਹ ਨਿਯਮ ਦੇ ਮੁਤਾਬਿਕ ਚੱਲ, ਫਿਰ ਤੂੰ ਤਾਜ ਮਹਿਲ ਪਹੁੰਚ। ਔਰ ਜਦੋਂ ਤਾਜ ਮਹਿਲ ਮਿਲ ਗਿਆ ਤਾਂ ਫਿਰ ਤੈਨੂੰ ਤਾਜ ਮਹਿਲ ਕਹਿਣ ਦੀ ਲੋੜ ਨਹੀਂ ਹੈ। ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ ਕਿ ਅਬ ਨਾ ਮੈਂ ਮਾਲਾ ਜਪੂੰ, ਅਬ ਨਾ ਭਜੂ ਮੈਂ ਰਾਮ, ਅਬ ਨਾ ਮੈਂ ਮਾਲਾ ਜਪੂੰ, ਅਬ ਨਾ ਭਜੂ ਮੈਂ ਰਾਮ, ਕਬੀਰ ਰਾਮ ਮੁਝਕੋ ਭਜੇ ਮੈਂ ਕਰੂੰ ਆਰਾਮ। ਇਹ ਕਬੀਰ ਸਾਹਿਬ ਦੀ ਬਾਣੀ ਹੈ। ਕਹਿੰਦੇ ਹੁਣ ਮੈਨੂੰ ਮਾਲਾ ਫੜਨ ਦੀ ਵੀ ਲੋੜ ਨਹੀਂ ਰਹਿ ਗਈ, ਤਾਂ ਰਾਮ ਰਾਮ ਕਹਿਣ ਦੀ ਵੀ ਲੋੜ ਨਹੀਂ ਰਹਿ ਗਈ, ਕਿਉਂਕਿ ਹੁਣ ਮੰਜ਼ਿਲ ਤੇ ਪਹੁੰਚ ਗਏ। ਫਿਰ ਕੀ ਰਾਮ ਰਾਮ ਕਰਨਾ? ਹੁਣ ਤਾਂ ਰਾਮ ਮੇਰੇ 'ਚ ਤਾਂ ਮੈਂ, ਜਿੱਦਾਂ ਸ਼ਾਹ ਹੁਸੈਨ ਨੇ ਵੀ ਕਿਹਾ ਨਾ, ਅੰਦਰ ਤੂੰ ਤੇ ਬਾਹਰ ਤੂੰ, ਰੋਮ ਰੋਮ ਵਿੱਚ ਤੂੰ, ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਹੀਂ ਬਸ। ਔਰ ਸੱਚ ਦੱਸੀਏ ਇੱਕ ਟਾਈਮ ਉਹ ਵੀ ਸੀ ਅਸੀਂ ਮਾਲਾ ਫੜ ਕੇ ਬਹਿੰਦੇ ਹੁੰਦੇ ਸੀ 10-15 ਸਾਲ ਪਹਿਲਾਂ, ਕਈ ਫੋਟੋਆਂ 'ਚ ਤੁਸੀਂ ਦੇਖੋਗੇ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਮੰਜ਼ਿਲ ਮਿਲੀ ਮਾਲਾ ਛੁੱਟ ਗਈ, ਛੱਡਣੀ ਨਹੀਂ ਪਈ, ਆਪਣੇ ਆਪ ਛੁੱਟ ਗਈ। ਜਿੱਦਾਂ ਹੁਣ ਕਹਿੰਦੇ ਆ ਨਾ
कि माला फेरत जुग भया मिटा न मन का फेर कर का मन का डार के मन का पर जदों मंजिल मिली तो फिर पता लगा कि हुण तां अपने आप ही चल रहा सब कुछ अंदर, हुण तां आनंद ही आनंद है। हुण जिहड़ी गल उदों कबीर साहब कहंदे सी अज वो समझ आ रही है। जिद्दां दस्सिया ना, पहला सुणदे हुंदे सी, पढ़दे हुंदे सी, पर अज महसूस करदे आ। पहला सुनिया सी बर्फी मिठी हुंदी, अज बर्फी खा के उहदा स्वाद लै रहे हैं। और असीं यही चाहते कि तुसीं भी सिर्फ बर्फी बर्फी करदे ना किते जिंदगी खराब करदे हो, तुसीं भी बर्फी दा स्वाद ਲੈਣਾ ਸਿੱਖ ਲਓ ਕਿ ਕਿੱਦਾਂ ਸਵਾਦ ਲਿਆ ਜਾਂਦਾ, ਕਿੱਦਾਂ ਉਹ એનર્ਜੀ। ਇਹ ਤਾਂ ਜਾਣਦੇ ਕਿ ਰੱਬ ਸ਼ਕਤੀ ਦਾ ਭੰਡਾਰ ਹੈ, ਪਰ ਉਹ ਸ਼ਕਤੀ ਦਾ ਇਸਤੇਮਾਲ ਕਿੱਦਾਂ ਕਰਾਂਗੇ? ਸਿਰਫ ਕਹਿਣ ਨਾਲ ਹੀ ਕਿ ਸ਼ਕਤੀ ਦਾ ਭੰਡਾਰ ਹੈ, ਜੇ ਸਾਨੂੰ ਸ਼ਕਤੀ ਨਾ ਮਿਲੇ। ਉਹਨੂੰ ਮੰਨਦੇ ਆ ਸ਼ਕਤੀ ਦਾ ਭੰਡਾਰ ਹੈ, ਪਰ ਆਪ ਦਿਨ ਪ੍ਰਤੀ ਦਿਨ ਅਸੀਂ ਡਾਊਨ ਹੁੰਦੇ ਜਾ ਰਹੇ ਹਾਂ। ਦਿਨ ਪ੍ਰਤੀ ਦਿਨ ਸਾਡੇ ਡਰ, ਸਾਡੀਆਂ ਚਿੰਤਾਵਾਂ, ਸਾਡੀਆਂ ਫਿਕਰਾਂ ਵੱਧਦੀਆਂ ਜਾ ਰਹੀਆਂ ਹੈ। ਫਿਰ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦਾ ਪੂਰਾ ਆਨੰਦ ਲੈ ਸਕਦੇ ਹਾਂ? ਕਿਉਂਕਿ ਇੱਥੋਂ ਹੀ ਪਤਾ ਲੱਗਦਾ ਹੈ कि किते ना किसी साडे जीवन का पौधा जिहड़ा सुक रहा है ना, इहदा कारण यही है कि सानू सही मायने च पानी मिल ही नहीं रहा कि साडे अंदर हरियाली आ सके, साडे अंदर एक चमक आ सके, साडे अंदर एक नूर पैदा हो सके। क्योंकि किहड़ी चीज़ तो बने हो तुसीं पहले दसो सानू? अब्बल अल्लाह की गया है गुरबाणी अंदर, किहड़ी चीज़ तो बने हो तुसीं? असीं सारे कातों बने आ? अब्बल अल्लाह नूर उपाया कुदरत दे सब बंदे, एक नूर ते सब जग उपजिया को भले। हुण बने ओहदे नूर तो आ, चेहरे देखिए अपने, जरा गौर करना। ਇਹਦਾ मतलब की है कि ਉਹਦਾ ਨੂਰ ਤਾਂ ਸਾਡੇ ਅੰਦਰ ਹੈ, ਪਰ ਉਹ ਨੂਰ ਨੂੰ ਜਾਣਨ ਦੀ ਕਦੀ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ। ਜਿੱਦਾਂ ਹੁਣ ਸਮਝ ਲਓ ਬੰਦੇ ਦੇ ਘਰ 'ਚ ਖਜ਼ਾਨਾ ਪਿਆ ਤਾਂ ਬੰਦਾ ਬਾਹਰ ਹੀ ਘੁੰਮਦਾ ਫਿਰਦਾ ਹੈ, ਕਦੀ अलमारी खोल के खजाने ਨੂੰ ਦੇਖਣ ਦੀ, ਉਹ ਹੀਰੇ ਮੋਤੀਆਂ ਨੂੰ ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੇ ਘਰ ਦੇ ਨਾ ਅਲਮਾਰੀ ਦੇ ਵਿੱਚ ਜਾਂ ਘਰ ਦੀ ਤਿਜੋਰੀ ਵਿੱਚ ਹੀ ਕਿੱਡਾ ਵੱਡਾ ਧਨ ਹੈ, ਉਹ ਮੈਂ ਜਾਣਿਆ ਹੀ ਨਹੀਂ ਤਾਂ ਮੈਂ ਬਾਹਰ ਹੀ ਧੱਕੇ ਖਾ ਖਾ ਕੇ ਜ਼ਿੰਦਗੀ ਖਰਾਬ ਕਰ ਲਈ। ਇਸ ਲਈ ਥੋੜਾ ਜਿਹਾ ਸਮਝਣਾ ਹੈ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸੀਦਾ ਕਿ ਹਰ ਕੋ ਦੇਖਣ ਕਾ ਭਲਾ ਕਿਆ ਲੱਗਦਾ ਹੈ ਮੋਲ, ਬਾਹਰ ਕੇ ਪਟ ਬੰਦ ਕਰ ਅੰਦਰ ਕੇ ਪਟ ਖੋਲ। ਹੁਣ ਇਹਦਾ ਮਤਲਬ ਕੀ ਹੈ ਕਿ ਅੰਦਰ ਹੀ ਹੈ ਉਹ ਸ਼ਕਤੀ, ਪਰ ਸਿਰਫ ਜਿਹਦਾ ਕਿਹਾ ਕਿ ਰੱਟਾ ਲਾਹਣ ਨਾਲ ਕੁਛ ਨਹੀਂ ਹੋਣਾ। ਉਹ ਸ਼ਕਤੀ ਨੂੰ ਦੇਖਣ ਦੇ, ਉਹ ਸ਼ਕਤੀ ਨਾਲ ਜੁੜਨ ਦੇ, ਉਹ ਸ਼ਕਤੀ ਨਾਲ ਕਿੱਦਾਂ ਅਸੀਂ ਲਿੰਕ ਆਪਣਾ ਬਣਾ ਸਕਦੇ ਹਾਂ। ਉਹਦੇ ਕੁਝ ਭੇਦ ਹੁੰਦੇ, ਕੁਝ ਰਾਜ ਹੁੰਦੇ, ਕੁਝ ਵਿਧੀਆਂ ਹੁੰਦੀਆਂ ਹੈ। ਜਦੋਂ ਉਸ ਵਿਧੀ ਦੇ ਮੁਤਾਬਿਕ ਅਸੀਂ ਚੱਲਦੇ ਹਾਂ ਨਾ, ਫਿਰ ਸਾਡੇ ਜੀਵਨ 'ਚ ਨਿਡਰਤਾ ਆਉਂਦੀ ਹੈ। ਜਿੱਦਾਂ ਕਬੀਰ ਸਾਹਿਬ ਨੇ ਕਿਹਾ ਕਿ ਨਿਸ ਦਿਨ ਸਤ ਸੰਗਤ ਮੇ ਰਾਚੇ, ਸ਼ਬਦ ਮੇ ਸੁਰਤ ਸਮਾਏ, ਕਹੇ ਕਬੀਰ ਤਿਨ ਕੋ ਭੋ ਨਾਹੀ, ਨਿਰਭੈ ਪਦਵੀ ਪਾਏ। कबीर साहब कहते जे इंसान निस दिन एक नियम बना लवे कि जदों भी मैनू मौका मिले सत्संग नाल मैं जुड़ना है। हुण पहले समय तां सत्संग चल के जाना पैंदा सी, फिर कमांगे, क्योंकि पहला समा बड़ा औखा सी कि जे सत्संग नाल जुड़ना तां असीं घर बैठे कोई जुड़ सकदा सी सत्संग नाल? नहीं जुड़ सकदा सी। इस करके फिर देखो कुदरत ने की कीता, विज्ञान के जरिए इन्नी तरक्की की कि प्यारिया जे हुण तू घर हर रोज सत्संग ते चल के नहीं जा सकदा तो तेरी जेब में एक मोबाइल है, जे ते तू हर रोज सत्संग घर बैठा ही सवेरे सवेरे सुन सकदे कि नहीं? बोलो समझदे हो कि नहीं? पर यह भी फर्क है, ये भी कहांगे, इत्थे भी सोच का फर्क है। एक बंदा कहता मोबाइल खरीदना है, वो क्यों खरीदना है? ताकि घर बैठा गेम खेडां, ताकि घर बैठा WhatsApp ते मैसेज भेजा, ताकि घर बैठा वीडियो देखी जावां, फिल्मां देखी जावां, ताकि घर बैठा फलाने नाल गल करां। हुण एक बंदा दूजा है, वो कहता मोबाइल खरीदना है, वो क्यों? वो इसलिए ताकि मैं घर बैठ के सत्संग सुन सकां, कोई चंगे विचार सुन सकां। चलो गल तां करनी है, मैसेज तां करनी है, जिहड़े फैमिली मैंबरां नूं करने है, गल तां करनी है, पर उहदे नाल नाल मेरा मकसद है मोबाइल इसलिए लवां ताकि मैं कोई रब दे घर दी गल सुन सका। हुण उहदी नीयत देखो कितनी चंगी है, समझ आ रही कि नहीं? और फल फर्क सारा काहदा पैना? नीयत दा। समझदे हो कि नहीं? क्योंकि कहते कि परमात्मा साडी नीयत नूं देखदा है। जिस तरह असीं किहा कहंदे आ ना, इत्थे एक लाइन कहनी चाहांगे, इहनूं जरा समझ लेना कि इंसान की पहचान उसके कर्मों से होती है। इंसान की पहचान उसके कर्मों से होती है, वरना अच्छे और कीमती कपड़े तो पुतलों के भी पहने होते हैं। शोरूम चले जाओ, पुतले खड़े होंगे कि नहीं? पुतले
बोलो समझदे हो कि नहीं? पुतलियां दे उपर किन्ने कीमती नाल टैग लगा हुंदा, 5000 दी शर्ट, 10,000 दी पेंट, इन्ने हज़ार दे बूट, समझदे हो कि नहीं? वो टैग लगे हुंदे नाल नाल। हुण जे कपड़ियां नाल ही बंदे दी वैल्यू होवे, कीमत होवे, तो फिर कहंदे है इंसान दी सही मायने च पहचान ओदी करनी ना हुंदी है, ओदे कर्मां नाल हुंदे कि मैं कर्म की करदा है। तो अजकल बंदा करनी नूं अच्छा नहीं करदा, कर्म अच्छे नहीं करदा, काते जोर दिंदा है कपड़ा अच्छा होना चाहिए है, जुत्ती अच्छी होनी चाहिए है, समझदे हो कि नहीं? जुत्ती अच्छी होनी चाहिए, कपड़ा अच्छा होना चाहिए है, जिहड़ा पर्स है, बैग है, जो भी मेरे कोल है अच्छा होना चाहिए है। और तुसीं सब कुछ अच्छा इकट्ठा कर लो तो याद रखो जिन्ना मर्जी अच्छा इकट्ठा कर लो, हुण मौत आ गई, वो सब कुछ इत्थे रह जाना है। पर जे कर्म अच्छे करोगे, मौत आ जाए तो करनी नाल जाएगी, क्योंकि उत्थे अमलां दे हुणे ने नवेड़े किसे नहीं तेरी। हुण दसो जिहड़ी चीज़ नाल जाण वाली वो अच्छी करनी नहीं, तो जिहड़ी चीज़ इत्थे छड़ जानी है। इस करके कोई नहीं, लै लो 10 तोले का कड़ा, लै लो 5-5 तोले दी बालियां पा लो कन्नां 'च, हुण जान निकल आंदे हो, ये पिछे झगड़े ही होने, मेरी माँ दी मैनू दे, धी ने कहना मैनू दे, पुत्र ने कहना मैनू दे, 4 पुत्र मेरी है, मेरी माँ है, मेरी माँ है, ये कड़ा मेरा, चूड़ियां मेरियां, और जिहनूं तुसीं सारी जिंदगी संभाल। इस करके असीं कहांगे कि अगर करना ही है ना, अच्छाई करो, अच्छे कर्म करो, क्योंकि अच्छे कर्म करने वाले परमात्मा भी इज्जत दिंदा है। तो जे बंदा चाहता मेरा नाम होवे दुनिया ते, तो खुद भी अच्छे बनो, तो अपनी औलाद नूं भी अच्छी शिक्षा दो, क्योंकि जे अपनी औलाद नूं अच्छी शिक्षा दे के जाओगे तो तुहाडी औलाद तुहाडा नाम रोशन करेगी। पैसा इकट्ठा करते रहो, औलाद नशे करे, औलाद माड़े पासे जावे, तब जिन्ना मर्जी सोचो मेरा नाम होएगा, ये सारा नाम मिट्टी चले जाना। जो कहना फलाने का पुत्र देख लो की करता है, समझदे हो कि नहीं? वो फलानी धी देख लो की करती है। और नाम उदों ही होना है, पैसे नाल नाम नहीं हुंदा। रावण को कितना पैसा सी, कंस को कितना पैसा सी, जरा आप ही जवाब दे दो, अज नाम है ओदा? जवाब देना सानू। कंस महलों का राजा सी कि नहीं, पर की अज नाम ओदा? कहते दुष्ट कंस। कितना याद किया जाता? दुष्ट कंस, दुष्ट कंस, पापी कंस। किहड़े नावां नाल याद किया जाता? दुर्योधन नूं किद्दां याद किया जाता है? होर असीं देख लीए कि जिन्हां ने माड़ा कीता, धन दौलत के मालिक सी, पर याद किया जाता है। तो हुण दूजे पासे आ जाइए, महात्मा बुद्ध को की सी, घर भी है नहीं सी, छड़ दिता ही सब कुछ, पैरी जुत्ती भी है नहीं सी, पर अज देखो लोकी किद्दां इज्जत करते हैं। गुरुआं रहबरां नूं देख लईए, कखां दी कुल्लियां 'च रहण वाले सी, अज उत्थे महल बने हुए हैं। सो दसना की चाहते हैं कि तुहाडी पहचान, तुहाडा नाम, तुहाडी करनी ने उच्चा करना है, तुहाडी दौलत ने, तुहाडीआं मोटर कारां ने नहीं। ये तो वो चीज़ां जिहदे पिछे औलाद ने झगड़ते फिरना है, समझदे हो कि नहीं? क्योंकि ये सिर्फ इंसान की गल नहीं, बड़े बड़े बिजनेसमैनों की भी गल है कि कोई बड़ा बिजनेसमैन मरता है तो दो पुत फिर जायदाद वास्ते झगड़ा शुरू कर देंगे है कि मैनू आ चाहिए, मैनू वो चाहिए है। बोलो समझदे हो कि नहीं? कहते पैसा इकट्ठा करूंगे तो वही विल बनेगी। विल का मतलब होता है वसीयत, विल। बोलो समझदे हो कि नहीं? सिर्फ पैसा ही जोड़ूंगे तो वही विल बनेगी, जिहदे पिछे औलाद लड़ेगी, झगड़े करेगी। सिर्फ पैसा इकट्ठा करूंगे, जमीन जायदाद मकान इकट्ठे करूंगे तो वही विल बनेगी, जिहदे पिछे औलाद झगड़ेगी। पर अगर अच्छे कर्म करूंगे तो तुहाडी गुड विल बनेगी कि सारी दुनिया तारीफ करेगी, सारी दुनिया उस्तत करेगी, क्योंकि गुड विल, बंदा बहुत चंगा सी भाई, और सारी दुनिया तारीफ करेगी। आज तारीफ होती कि नहीं गुरुआं रहबरां पीरां फकीरां दी, क्योंकि उन्हां दी करनी अच्छी सी। हुण एक बिल बना सकते हैं ਜਿਹਦੇ ਪਿੱਛੇ ਸਾਡਾ ਪਰਿਵਾਰ ਹੀ ਝਗੜਦਾ ਫਿਰੇ ਕਿ ਉਹਨੂੰ ਇੰਨਾ ਦੇਤਾ, ਉਹਨੂੰ ਇੰਨਾ ਦੇਤਾ, ਵਸੀਅਤ ਡੈਡੀ ਉਹਨੂੰ ਇੰਨਾ ਦੇ ਗਿਆ, ਮਾਂ ਉਹਨੂੰ ਇੰਨਾ ਦੇ ਗਈ, ਮੈਨੂੰ ਦਿੱਤਾ ਹੀ ਕੁਛ ਨਹੀਂ। ਸਾਰੀ ਜ਼ਿੰਦਗੀ ਮਾਂ ਬਾਪ ਨੂੰ ਹੀ ਗਾਲਾਂ ਕੱਢਦੇ ਆ ਉਹ ਨਿਆਣੇ, ਸਮਝਦੇ ਹੋ ਕਿ ਨਹੀਂ? ਜਾਂ ਆਪਣੀ ਅੱਛੀ ਕਰਨੀ ਨਾਲ ਤੁਸੀਂ ਗੁੱਡ ਬਿਲ ਬਣਾ ਸਕਦੇ ਹੋ, ਆਪਣੇ ਆਪ ਨੂੰ ਐਸਾ ਬਣਾ ਸਕਦੇ ਹੋ ਦੁਨੀਆ ਤੁਹਾਡੀ ਤਾਰੀਫ ਕਰੇ, ਦੁਨੀਆ ਤੁਹਾਡੀ ਉਸਤਤ ਕਰੇ, ਦੁਨੀਆ ਤੁਹਾਡਾ ਗੁਣਗਾਨ ਕਰੇ। ਇਸ ਲਈ ਫਿਰ ਕਵਾਂਗੇ कि आओ हुण समझिए, क्योंकि समा भी काफ़ी हो रहा, इसलिए सत्संग नूं थोड़ा आखिरले पासे भी लैके चलीए, क्योंकि अज थोड़ा लेट होने का कारण दस ही दिता होना, तुहानूं दस्सिया कि नहीं कि रस्ते 'च एक एक्सीडेंट हो गया सी। हुण देखो ये भी गल बड़ी समझण वाली है। एक सफ़र जिहड़ा 45 मिनट का या 1 घंटे का है, 60 मिनट का है, एक गड्डी ठुक गई, एक एक्सीडेंट हो गया बस का, तो वही सफ़र 2 घंटे का हो गया। समझदे हो कि नहीं? इत्थों समझ आती कुछ?
ਕਿ ਸਾਡੀ ਵੀ ਇਹ ਜ਼ਿੰਦਗੀ ਦਾ ਸਫ਼ਰ ਨਾ ਕਿ ਜਿਹੜੀ ਮੰਜ਼ਿਲ ਨੂੰ ਅਸੀਂ ਆਨੰਦ ਨਾਲ ਪਾ ਸਕਦੇ ਹਾਂ, ਆਰਾਮ ਨਾਲ ਪਾ ਸਕਦੇ ਹਾਂ, ਪਰ ਜਦੋਂ ਅਸੀਂ ਵੀ ਗੁੱਸਾ ਕਰਕੇ, ਨਫ਼ਰਤ ਕਰਕੇ, ਕ੍ਰੋਧ ਕਰਕੇ, ਨਿੰਦਿਆ ਚੁਗਲੀ ਕਰਕੇ ਆਪਣੇ ਜੀਵਨ ਦੀਆਂ ਗੱਡੀਆਂ ਇੱਧਰ ਉੱਧਰ ਠੋਕਦੇ ਰਹਿੰਦੇ ਆ ਤਾਂ ਸਾਡੀ ਮੰਜ਼ਿਲ ਉਨੀ ਦੂਰ ਹੋ ਜਾਂਦੀ ਹੈ। ਇਹ ਐਕਸੀਡੈਂਟ ਵੀ ਸਮਝਾਉਂਦਾ ਹੈ ਕਿ ਭਾਈ ਟੱਕਰਾਂ ਨਾ ਮਾਰਦਾ ਜਾ ਕੇ, ਕਦੀ ਇਹਦੇ ਮੱਥੇ ਲੱਗ, ਕਦੀ ਉਹਦੇ ਮੱਥੇ ਲੱਗ, ਉਹਨੂੰ ਆਪਣਾ ਕੰਮ ਕਰਨ ਦੇ, ਤੂੰ ਆਪਣੀ ਜ਼ਿੰਦਗੀ ਜੀ। ਉਹ ਤੂੰ ਕਿਸੇ ਨਾਲ, ਕਿਉਂਕਿ ਦੇਖਿਆ ਕਿ ਬੰਦਾ ਕੋਈ ਆਪਣੇ ਘਰ 'ਚ ਬੈਠਾ ਆ, ਉਹ ਕੁਛ ਕਰਦਾ, ਤੈਨੂੰ ਪਤਾ ਉਹਨੇ ਏਦਾਂ ਕੀਤੀ ਸੀ, ਹੈ ਉਹ ਕਰ ਰਿਹਾ, ਭਾਈ ਤੈਨੂੰ ਕੀ ਹੈ? ਕਿਸੇ ਦੀ ਨਿੰਦਿਆ ਕਰਕੇ ਤੂੰ ਕਦੀ ਜੀਵਨ 'ਚ ਤਰੱਕੀ ਨਹੀਂ ਕਰ ਸਕਦਾ। ਉਹ ਜਿਹੜੀ એનર્ਜੀ, ਜਿਹੜੀ ਆਪਣੀ ਸ਼ਕਤੀ ਤੂੰ ਦੂਜਿਆਂ ਨੂੰ ਬੁਰਾ ਬੋਲਣ ਵਿੱਚ ਲਾਉਂਦਾ ਹੈ, ਦੂਜਿਆਂ ਦੀ ਨਿੰਦਿਆ ਕਰਨ ਵਿੱਚ ਲਾਉਂਦਾ ਹੈ, ਉਹੀ ਸ਼ਕਤੀ ਆਪਣੇ ਆਪ ਨੂੰ ਬਿਹਤਰ ਬਣਾਉਣ ਵਿੱਚ ਲਾ। ਜਿਹੜਾ ਟਾਈਮ ਤੂੰ ਕਿਸੇ ਦੀਆਂ ਗੱਲਾਂ ਕਰਕੇ ਖਰਾਬ ਕਰਦਾ, ਉਹੀ ਟਾਈਮ ਤੂੰ ਧਿਆਨ ਕਰ, ਸਿਮਰਨ ਕਰ, ਕੋਈ ਅੱਛਾ ਕਰ ਤਾਂ ਕਿ ਤੂੰ ਬਿਹਤਰ ਹੋ ਸਕੇ। ਕਿਉਂਕਿ ਦੂਜੇ ਦੀ ਨਿੰਦਿਆ ਕਰਕੇ ਬੁਰਾ ਬਣ ਕੇ ਵੀ ਜਾ ਸਕਦਾ ਆ, ਤਾਂ ਉਹੀ ਟਾਈਮ ਆਪਣੇ ਆਪ ਨੂੰ ਕੋਈ ਸਿੱਖਣ ਵਿੱਚ, ਕੁਝ ਅੱਛਾ ਕਰਨ ਵਿੱਚ ਲਗਾਈਏ ਤਾਂ ਬਹੁਤ ਅੱਗੇ ਅਸੀਂ ਵੱਧ ਸਕਦੇ ਕਿ ਨਹੀਂ। ਹੁਣ ਸਮਝ ਲੈ ਕਿ ਸਕੂਲ ਦੇ ਅੰਦਰ ਦੋ ਬੱਚੇ ਹੈ, ਇੱਕ ਬੱਚਾ ਕੀ ਹੈ ਟਾਈਮ, ਹੁਣ ਸਮਝ ਲਓ ਕਿ ਸਕੂਲ ਦਾ ਟਾਈਮ 4 ਘੰਟੇ ਦਾ ਹੈ, ਉਦਾਹਰਨ ਦੇਣ ਲੱਗੇ ਆ। ਹੁਣ ਇੱਕ ਬੱਚਾ ਆ, ਉਹ ਦੂਜੇ ਦੀ ਗੱਲਾਂ ਕਰਦਾ ਕਰਦਾ 4 ਘੰਟੇ, ਉਹ ਤੈਨੂੰ ਪਤਾ ਫਲਾਨਾ ਮੁੰਡਾ ਉਹ ਪੈਨਸਲ ਖਾਂਦਾ ਹੈ, ਉਹ ਫਲਾਨਾ ਮੁੰਡਾ ਸਲੇਟੀ ਖਾਂਦਾ ਹੈ, ਫਲਾਨਾ ਮੁੰਡਾ ਇਦਾਂ ਆ, ਉਹ ਆਪਣੇ 4 ਘੰਟੇ ਦੂਜੇ ਦੀਆਂ ਗੱਲਾਂ ਕਰਕੇ ਹੀ। ਤਾਂ ਇੱਕ ਦੂਸਰਾ ਬੱਚਾ ਹੈ, ਉਹਨੂੰ ਕੋਈ ਮਤਲਬ, ਉਹ ਕਹਿੰਦਾ ਭਰਾਵਾ ਦੂਜਿਆਂ ਦੀਆਂ ਗੱਲਾਂ ਕਰਨ ਦਾ ਮੇਰੇ ਕੋਲ ਟਾਈਮ ਨਹੀਂ, ਪੜ੍ਹ ਕੇ ਮੈਂ ਡਿਗਰੀ ਲੈਣੀ, ਅਫਸਰ ਬਣਨਾ ਆ, ਇਸ ਲਈ 4 ਘੰਟੇ ਪੜ੍ਹਨਾ ਹੈ, ਪੜ੍ਹਨ ਦੇ ਮੈਨੂੰ। ਉਹ ਆਪਣਾ ਸਾਰਾ ਧਿਆਨ ਕਿਤਾਬਾਂ 'ਚ ਲਾਉਂਦਾ ਹੈ, ਪੜ੍ਹਦਾ ਹੈ, ਪਾਠ ਯਾਦ ਕਰਦਾ ਹੈ। ਹੁਣ ਜ਼ਰਾ ਸੋਚੋ ਆਉਣ ਵਾਲੇ ਸਮੇਂ 'ਚ ਜਿਹੜਾ ਬੱਚਾ 4 ਘੰਟੇ ਜਿਹੜੇ ਪੜ੍ਹਾਈ ਚਲਾਉਣੇ ਚਾਹੀਦੇ ਸੀ, ਮਿਹਨਤ ਕਰਨੀ ਚਾਹੀਦੀ ਸੀ, ਉਹ ਗੱਲਾਂ ਬਾਤਾਂ ਗੱਪਾਂ ਛੱਪਾਂ 'ਚ ਬੁਰਾਈਆਂ ਕਰਨ ਚਲਾ ਰਿਹਾ ਹੈ, ਹੁਣ ਉਹ ਤਰੱਕੀ ਕਰੇਗਾ? ਜਾਂ ਜਿਹੜਾ ਬੱਚਾ ਕਹਿੰਦਾ ਗੱਲਾਂ ਕਰਨ ਦਾ ਮੇਰੇ ਕੋਲ ਟਾਈਮ ਹੈ ਨਹੀਂ ਕਿਉਂਕਿ ਮੇਰੀ ਮੰਜ਼ਿਲ ਬਹੁਤ ਬੜੀ ਹੈ, ਮੈਨੂੰ ਮਿਹਨਤ ਕਰਨ ਦਿਓ ਕਿਉਂਕਿ ਬਹੁਤ ਅੱਗੇ ਜਾਣਾ ਹੈ, ਹੁਣ ਕਿਹੜਾ ਬੱਚਾ ਤਰੱਕੀ ਕਰੇਗਾ? ਆਪ ਹੀ ਜਵਾਬ ਦੇ ਦਿਓ। ਜਿਹੜਾ ਦੂਜੇ ਦੀ ਨਿੰਦਿਆ 'ਚ ਲੱਗਾ ਹੈ ਉਹੀ ਟਾਈਮ ਖਰਾਬ ਕਰ ਰਿਹਾ ਹੈ, ਜਾਂ ਜਿਹੜਾ ਉਹ ਟਾਈਮ ਮਿਹਨਤ ਕਰਨ ਚਲਾ ਰਿਹਾ ਹੈ? ਇਹ ਤਾਂ ਸਾਫ਼ ਗੱਲ ਹੈ ਨਾ, ਇਹ ਤੁਹਾਡਾ ਜਵਾਬ ਹੈ। ਹੁਣ ਤੁਸੀਂ ਵੀ ਸੋਚੋ ਕਿ ਮੈਂ ਜਿਹੜਾ ਟਾਈਮ ਆਂਡੀਆਂ ਗੁਆਂਢੀਆਂ ਦੀ, ਲੋਕਾਂ ਦੀ ਨਿੰਦਿਆ ਕਰਨ ਚਲਾਉਂਦਾ ਹੈ, ਖਬਰਾਂ ਲਾ ਕੇ ਬਹਿ ਜਾਂਦਾ ਆ, ਖਬਰਾਂ ਵਿੱਚ ਉਹ ਫਲਾਣੇ ਮੰਤਰੀ ਨੇ ਕੀ ਕੀਤਾ, ਫਲਾਣੇ ਮਿਨਿਸਟਰ ਨੇ ਕੀ ਕੀਤਾ, ਉਹ ਜੋ ਕਰਦੇ ਕਰ ਭਾਈ, ਤੂੰ ਦੇਖ ਮੈਂ ਕੀ ਕਰ ਸਕਦਾ ਆ, ਉਹਨਾਂ ਨੇ ਕਰ ਲਿਆ, ਤੇਰੇ ਸੁਣਨ ਨਾਲ ਕੀ ਹੋ ਜਾਣਾ ਹੈ, ਤੇਰੀ ਟੈਨਸ਼ਨ ਹੀ ਵਧਣੀ ਹੈ। ਇਹਦੇ ਨਾਲੋਂ ਚੰਗਾ ਉਹ ਭਾਈ ਜੋ ਕਰਦੇ ਕਰ, ਮੈਂ ਆਪਣੇ ਆਪ ਨੂੰ ਬਿਹਤਰ ਬਣਾਵਾਂ, ਮੈਂ ਅੱਛਾ ਕੀ ਕਰ ਸਕਦਾ ਹਾਂ। ਕਿਉਂਕਿ ਸੱਚ ਦੱਸੀਏ ਅੱਜ ਸਾਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ, ਨਾ ਕਦੀ ਪੇਪਰ ਪੜ੍ਹਿਆ, ਅਖਬਾਰ ਪੜ੍ਹੀ ਹੈ, ਤੇ ਨਾ ਹੀ ਅਸੀਂ ਟੀਵੀ ਦੇਖਿਆ ਹੈ ਕਿ ਖਬਰਾਂ ਸੁਣੀਆਂ ਹੈ ਕਦੀ, ਕਿਉਂਕਿ ਇਹ 'ਚ ਨੈਗੇਟਿਵਿਟੀ ਤੋਂ ਸਿਵਾ ਅੰਦਰ ਜਾਂਦਾ ਹੀ ਕੁਛ ਨਹੀਂ ਹੈ। ਪਰ ਬੰਦੇ ਦੀ ਆਦਤ ਕੀ ਹੈ, ਰਾਤ ਨੂੰ ਨਾ ਸੌਣ ਲੱਗੇ ਆ ਖਬਰਾਂ ਲਾ ਦੇਣਾ, ਉਹ ਨੈਗੇਟਿਵ ਚੀਜ਼ਾਂ ਇੰਨੀਆਂ ਸੁਣਦਾ ਹੈ ਨਾ, ਤਾਂ ਰਾਤ ਨੂੰ ਨੀਂਦ ਆਣੀ ਵੀ ਔਖੀ ਹੋ ਜਾਂਦੀ। ਉਹ ਭਾਈ ਜਿਹੜਾ ਆਹ ਦੇਖ ਕੇ ਵਿਅਰਥ ਦਾ ਕੂੜਾ ਇਕੱਠਾ ਕਰ ਰਿਹਾ ਅੰਦਰ, ਇਹਨਾਂ ਨੂੰ ਚੰਗਾ ਸ਼ਾਂਤ ਹੋ ਕੇ ਅੱਖਾਂ ਬੰਦ ਕਰਕੇ ਬਹਿ ਜਾ, ਉਹ ਸਿਮਰਨ ਕਰ ਲੈ, ਉਹ ਯੁਕਤੀ ਲੈ ਕੇ ਗੁਰੂ ਕੋਲੋਂ ਨਾ ਅੰਦਰ ਲੱਭਣ ਦੀ ਕੋਸ਼ਿਸ਼ ਕਰ, ਤਾਂ ਕਿ ਆਹ ਟਾਈਮ ਜਿਹੜਾ ਇੱਧਰ ਵਿਅਰਥ ਗਵਾ ਰਿਹਾ ਹੈ। ਹੁਣ ਕਈ ਜਗ੍ਹਾ ਕੋਈ ਕ੍ਰਿਕਟ ਮੈਚ ਦੇਖਣ ਲੱਗੇ ਰਹਿੰਦੇ ਮੋਬਾਈਲਾਂ ਤੇ ਜਾਂ ਟੀਵੀ ਤੇ, ਉਹ ਮੈਚ ਹੀ ਨਹੀਂ ਛੱਡਦੇ, ਉਹ ਕੀ ਦੇਣਾ ਮੈਚ ਨੇ, ਜਰਾ ਗੌਰ ਕਰਨਾ, ਘੰਟਾ ਰੁਕ ਲੈ। ਉਦੋਂ ਜਵਾਬ ਆਇਆ ਨਾ, ਇੰਡੀਆ ਜਿੱਤੀ, ਪਾਕਿਸਤਾਨ ਜਿੱਤਿਆ, ਕੌਣ ਜਿੱਤਿਆ? ਟਾਈਮ ਕਿਉਂ ਖਰਾਬ ਕਰ ਰਿਹਾ ਆਪਣਾ ਕਿ 40-45 ਮਿੰਟ ਜਾਂ 2 ਘੰਟੇ ਏਦਾਂ ਹੀ ਦੇਖੀ ਜਾਈਏ, ਉਹ ਛੱਕਾ ਮਾਰਿਆ, ਚੌਕਾ ਮਾਰਿਆ। ਓਏ ਤੂੰ ਕਦੋਂ ਜ਼ਿੰਦਗੀ 'ਚ ਛੱਕੇ ਚੌਕੇ ਮਾਰੇਗਾ ਬੰਦਗੀ ਦੇ, ਭਗਤੀ ਦੇ? ਆ ਕਦੋਂ ਤੱਕ ਮੋਬਾਈਲ ਲੈ ਕੇ ਇੱਦਾਂ ਬੈਠਾ ਰਹੇਗਾ? ਨਜ਼ਰਾਂ ਵੀ ਖਰਾਬ, ਦਿਮਾਗ ਵੀ ਖਰਾਬ। ਤਾਂ ਸੱਚੀਆਂ ਗੱਲਾਂ ਕੋੜੀਆਂ ਲੱਗਦੀਆਂ, ਪਰ ਬਦਲੋ ਜ਼ਿੰਦਗੀ ਨੂੰ ਕਿ ਇਹ ਚੀਜ਼ਾਂ ਨੇ ਕੋਈ ਟਾਈਮ ਦੇ ਵਿੱਚ ਤੁਹਾਨੂੰ ਤਰੱਕੀ ਨਹੀਂ ਦੇਣੀ। ਉਹ ਜਿਹੜੀ ਚੀਜ਼ ਸਾਨੂੰ 4 ਘੰਟੇ ਬਾਅਦ ਉਦੋਂ ਹੀ ਪਤਾ ਲੱਗ ਜਾਣੀ ਹੋ ਕੀ ਰਿਹਾ ਹੈ। ਹੁਣ ਕਈ ਵਾਰ ਦੇਖਿਆ ਚੁਣਾਵ ਦੇ ਨਤੀਜੇ ਆਉਣ ਵਾਲੇ ਹੈ, ਬੰਦਾ ਉਹ ਚਲਾ ਗਿਆ ਉੱਪਰ, ਉਹ ਥੱਲੇ ਆ ਗਿਆ, ਬੰਦੇ ਦਾ ਦਿਲ ਵੀ ਐਉਂ ਜਾਂਦਾ, ਐਉਂ। ਉਹ ਭਾਈ ਬੈਠਾ ਰਹੇ, ਸ਼ਾਮ ਤੱਕ ਉਦੋਂ ਅਨਾਊਂਸ ਹੋ ਜਾਣਾ ਹੈ। ਕੋਈ ਤੇਰੇ ਟੀਵੀ ਦੇਖਣ ਨਾਲ ਕੋਈ ਤੇਰੇ ਨੇਤਾ ਨੇ ਜਿੱਤ ਨਹੀਂ ਜਾਣਾ, ਜਾਂ ਤੇਰੇ ਟੀਵੀ ਦੇਖਣ ਨਾਲ ਕੋਈ ਤੂੰ ਨਾ ਦੇਖੇ ਤਾਂ ਹਾਰ ਜਾਣਾ ਉਹਨਾਂ। ਉਹ ਬੈਠਾ ਰਹੇ ਸ਼ਾਮ ਤੱਕ, ਤੂੰ ਰੱਬ ਰੱਬ ਕਰ, ਆਹ ਟਾਈਮ ਘਰ ਛੁੱਟੀ ਹੈ, ਬਹਿ ਕੇ ਸਿਮਰਨ ਕਰਾਂ, ਜਾਂ ਬੱਚਿਆਂ ਨਾਲ ਹੀ ਖੇਡਾਂ, ਪਤਨੀ ਨਾਲ, ਬੱਚਿਆਂ ਨਾਲ, ਪਰਿਵਾਰ ਨਾਲ, ਪਤੀ ਨਾਲ ਬਹਿ ਕੇ ਗੱਲਾਂ ਬਾਤਾਂ ਕਰਾਂ। ਉਹ ਇਹ ਟਾਈਮ ਨੂੰ ਕਿਤੇ ਲਾਵਾਂ ਵਿਅਰਥ ਦੀਆਂ ਚੀਜ਼ਾਂ ਨੂੰ। ਠੀਕ ਹੈ, ਜੋ ਹੋਣਾ ਰਿਜ਼ਲਟ ਤਾਂ ਸਾਹਮਣੇ ਆਇਆ ਨਾ ਕਿ ਨਹੀਂ? ਤੁਸੀਂ ਟੀਵੀ ਦੇਖੋ ਨਾ ਦੇਖੋ, ਲਾਈਟ ਚਲੀ ਜਾਵੇ, ਟੀਵੀ ਬੰਦ ਹੈ, ਤਾਂ ਕੀ ਰਿਜ਼ਲਟ ਨਹੀਂ ਆਉਣਾ? ਸ਼ਾਮ ਨੂੰ ਪਤਾ ਨਹੀਂ ਲੱਗਣਾ? ਤਾਂ ਫਿਰ ਜਿਹੜੀ ਚੀਜ਼ ਪਤਾ ਹੀ ਲੱਗ ਜਾਣੀ, ਉਹਦੇ ਪਿੱਛੇ ਟਾਈਮ ਕਿਉਂ ਖਰਾਬ ਕਰਨਾ? ਮੈਚ ਕੌਣ ਜਿੱਤਦਾ ਹੈ ਪਤਾ ਨਹੀਂ ਲੱਗਣਾ? ਜਵਾਬ ਦੇ ਦਿਓ। ਕਿਉਂਕਿ ਅੱਗੇ ਅੱਜ ਤੋਂ 15-20 ਸਾਲ ਪਹਿਲਾਂ ਸਾਨੂੰ ਸ਼ੌਕ ਸੀ ਕ੍ਰਿਕਟ ਦੇਖਣ ਦਾ, ਪਰ ਹੁਣ ਕੋਈ ਕਹੇ ਨਾ ਇੰਡੀਆ ਦਾ ਮੈਚ, ਉਹ ਕੋਈ ਨਹੀਂ, ਸ਼ਾਮ ਨੂੰ ਪਤਾ ਲੱਗ ਜਾਣਾ, ਟਾਈਮ ਹੈ ਨਹੀਂ ਸਾਡੇ ਕੋਲ, ਪਤਾ ਲੱਗ ਜਾਣਾ ਕਿਹੜਾ ਜਿੱਤਿਆ ਕਿਹੜਾ ਹਾਰਿਆ, ਕੀ ਟਾਈਮ ਖਰਾਬ ਕਰਨਾ ਆਪਣਾ। ਉਹ ਐਸੀ ਕਮੇ ਕਮ ਅਕਲ ਹੁੰਦੇ ਆ ਉਹ ਜਿਹੜੇ ਆਪਣੇ ਟਾਈਮ ਦੀ ਵੈਲਿਊ ਨੂੰ
ਸਮਝਦੇ ਨਹੀਂ ਔਰ ਵਿਅਰਥ ਦੀਆਂ ਇਹਨਾਂ ਚੀਜ਼ਾਂ 'ਚ ਜਿਹੜੇ ਟਾਈਮ ਖਰਾਬ ਕਰ ਦਿੰਦੇ ਆ। ਸੱਚ ਦਸੀਏ, ਅਸੀਂ ਆ ਮੁੰਡੇ ਖੜੇ ਆ ਇੱਥੇ, ਅਸੀਂ ਤਾਂ ਜਦੋਂ ਬਹਿ ਕੇ ਖਾਣਾ ਵੀ ਖਾਈਦਾ ਨਾ, ਅਸੀਂ ਇਹਨਾਂ ਨੂੰ ਪਤਾ ਕੀ ਕਹੀਦਾ ਹੈ, ਉਹ ਖਾਣਾ ਖਾਣ ਦਾ ਵੀ ਟਾਈਮ ਸਾਨੂੰ ਲੱਗਦਾ ਵੇਸਟ ਕਰ ਰਹੇ ਹਾਂ ਅਸੀਂ। ਇੱਦਾਂ ਕਰੋ, ਮਸ਼ੀਨ ਜੇ ਲਿਆਓ, ਰੋਟੀ ਪਾ ਕੇ ਦਾਲ ਪਾ ਕੇ ਗ੍ਰਾਈਂਡ ਜਿਹਾ ਕਰਕੇ ਉੱਥੇ ਪੀ ਜਾਈਏ ਅਸੀਂ। ਸੱਚੀ ਗੱਲ, ਮਜ਼ਾਕ ਨਹੀਂ ਕਰ ਰਹੇ ਅਸੀਂ। ਇਹ ਕਿ ਇੰਨਾ ਸਾਨੂੰ ਤਾਂ ਲੱਗਦਾ ਕਿ ਰੋਟੀ ਖਾਣ 'ਚ ਮੇਰਾ ਟਾਈਮ ਹੈ, ਇਹਨੂੰ ਵੀ ਆਪਣੇ ਆਪ ਨੂੰ ਬਿਹਤਰ ਕਰਨ ਵਿੱਚ ਲਾਈਏ, ਹੋਰ ਬੈਸਟ ਕਰੀਏ ਅਸੀਂ, ਹੋਰ ਆਪਣੀ એનર્ਜੀ ਵਧਾ ਸਕਦੇ ਹਾਂ ਅਸੀਂ, ਹੋਰ ਆਪਣੀ ਸ਼ਕਤੀ ਵਧਾ ਸਕਦੇ ਹਾਂ, ਹੋਰ ਲੋਕਾਂ ਦਾ ਭਲਾ ਕਰ ਸਕਦੇ ਹਾਂ। ਅੱਜ ਹਜ਼ਾਰਾਂ ਜੀਵਾਂ ਦੀ ਜ਼ਿੰਦਗੀ 'ਚ ਬਦਲਾਅ ਆਇਆ ਹੈ, ਅਸੀਂ ਲੱਖਾਂ ਦੇ ਜੀਵਨ 'ਚ ਲਿਆਂਦਾ ਹੈ ਔਰ ਕਰੋੜਾਂ ਦੇ ਜੀਵਨ 'ਚ ਲੈ ਕੇ ਆਣਾ, ਕਿਉਂਕਿ ਸਾਡਾ ਟਾਈਮ ਇੱਕ ਇੱਕ ਮਿੰਟ ਕੀਮਤੀ, ਅਸੀਂ ਵੇਸਟ ਨਹੀਂ ਕਰਨਾ ਚਾਹੁੰਦੇ। ਅਸੀਂ ਤਾਂ ਇੱਦਾਂ ਸੋਚ ਰਹੇ ਹਾਂ। ਔਰ ਕਈ ਵਾਰ ਘਰ ਬਹਿ ਕੇ ਖਾਣਾ ਨਹੀਂ ਖਾਈਦਾ, ਖਾਣਾ ਵੀ ਗੱਡੀ 'ਚ ਖਾਈਦਾ ਅਸੀਂ। ਸਮਝ ਲੈਣਾ ਜ਼ਰਾ ਕਿ ਜਿਹੜਾ ਇੱਥੇ ਟਾਈਮ ਖਰਾਬ ਹੋਣਾ ਨਾ, ਗੱਡੀ 'ਚ ਬਹਿੰਦੇ ਬਹਿੰਦੇ ਖਾ ਲਈਏ ਤਾਂ ਕਿ ਟਾਈਮ ਬਚੇ, ਕਿਉਂਕਿ ਇਹ ਜ਼ਿੰਦਗੀ ਬੜੀ ਛੋਟੀ ਹੈ ਔਰ ਕਰਨਾ ਬਹੁਤ। ਪਰ ਅੱਜ ਬੰਦਾ ਇੱਦਾਂ ਵਿਹਲਾ ਹੋ ਕੇ ਬੈਠਾ ਹੈ, ਤਾਸ਼ ਖੇਡਣ ਲੱਗਾ ਹੋਇਆ। ਕੀ ਕਰ ਰਹੇ ਹੋ? ਟਾਈਮ ਪਾਸ ਕਰ ਰਹੇ ਹੋ। ਉਹ ਪਾਗਲ, ਟਾਈਮ ਤੂੰ ਕੀ ਪਾਸ ਕਰਨਾ, ਟਾਈਮ ਤੈਨੂੰ ਪਾਸ ਕਰਦਾ ਜਾ ਰਿਹਾ ਹੈ। ਤੂੰ ਤਾਂ ਇੱਦਾਂ ਕਹਿੰਦਾ ਟਾਈਮ ਮੇਰੇ ਹੱਥ 'ਚ ਹੁੰਦਾ, ਮੈਂ ਉਹਨੂੰ ਕੱਟ ਰਿਹਾ ਹਾਂ। ਉਹ ਤੂੰ ਟਾਈਮ ਨੂੰ ਨਹੀਂ ਕੱਟ ਰਿਹਾ, ਤੂੰ ਬੇਹੋਸ਼ ਵੀ ਹੋ ਜਾਵੇਂ, ਟਾਈਮ ਨੇ ਤਾਂ ਵੀ ਤੈਨੂੰ ਕੱਟਣਾ ਹੀ ਹੈ। ਤੂੰ ਇਹ ਨਾ ਕਿ ਟਾਈਮ ਕੱਟ ਰਿਹਾ ਹੈ, ਉਹ ਟਾਈਮ ਤੈਨੂੰ ਕੱਟਦਾ ਜਾ ਰਿਹਾ। ਤੂੰ ਕੁਝ ਅੱਛਾ ਕਰ ਲੈ ਤਾਂ ਕਿ ਆਹ ਮਿੰਟ ਸਕਿੰਟ ਜਿਹੜੇ ਵਿਅਰਥ ਨਾ ਜਾਣ, ਕੁਝ ਬਿਹਤਰ ਮੈਂ कर सका, क्योंकि इससे पहले कि मरकर लाश हो जाऊं, कुछ तो ऐसा करके जाऊंगा कि मैं खास हो जाऊं। तो कुछ इतना ना करिए, खास होके जाइए। इसलिए समझो, वो परम शक्ति ਨੂੰ ਪਹਿਚਾਣੋ जिसने ਤੁਹਾਨੂੰ ਜ਼ਿੰਦਗੀ ਦਿੱਤੀ ਹੈ। ਫਿਰ ਕਵਾਂਗੇ ਹੁਣ ਆਖਰਲੇ ਬਚਨਾਂ ਦੀ ਤਰਫ ਚਲੀਏ ਕਿ ਜੁੜੀਏ ਉਸ ਤਾਕਤ ਦੇ ਨਾਲ ਜਿਸਨੇ ਸਾਨੂੰ ਪੈਦਾ ਕੀਤਾ ਹੈ। ਉਹਦੇ ਨਾਲ ਜੁੜ ਕੇ ਰਵਾਂਗੇ ਤਾਂ ਤੁਹਾਡੇ ਜੀਵਨ 'ਚ એનર્ਜੀ, ਸ਼ਕਤੀ, ਖੁਸ਼ੀ, ਆਨੰਦ ਸਭ ਕੁਝ ਸਦਾ ਬਣਿਆ ਰਹੇਗਾ। ਜੇ ਅੱਜ ਤੁਹਾਡੇ ਜੀਵਨ 'ਚ ਦੁੱਖ ਹੈ ਤਾਂ ਕਾਰਨ ਇਹੀ ਹੈ ਕਿ ਅਸੀਂ ਉਹਦੇ ਨਾਲ ਟੁੱਟ ਕੇ ਬੈਠੇ ਹਾਂ। ਜੇ ਪੱਤੇ ਸੁੱਕ ਰਹੇ ਹੈ, ਪੌਦਾ ਸੁੱਕ ਰਿਹਾ, ਤਾਂ ਇਹਦਾ ਮਤਲਬ ਪਾਣੀ ਨਹੀਂ ਸਹੀ ਮਿਲ ਰਿਹਾ। ਅਗਰ ਇਹਨੂੰ ਸਹੀ ਪਾਣੀ, ਸਹੀ ਖੁਰਾਕ ਮਿਲੇ ਤਾਂ ਪੌਦਾ ਬੜਾ ਹੁੰਦਾ ਹੈ, ਹੋਰ ਫੈਲਦਾ ਹੈ, ਹੋਰ ਉਹਤੇ ਨਵੇਂ ਪੱਤੇ ਆਉਂਦੇ ਆ। ਹੁਣ ਤੁਸੀਂ ਦੇਖੋ, ਛੋਟਾ ਜਿਹਾ ਪੌਦਾ ਹੌਲੀ ਬੜਾ ਹੁੰਦਾ ਕਿ ਨਹੀਂ, ਪਰ ਇਨਸਾਨ ਦੇ ਜੀਵਨ ਦਾ ਪੌਦਾ ਹੌਲੀ ਹੌਲੀ ਘਟਦਾ ਹੀ ਚਲਾ ਜਾਂਦਾ ਹੈ। ਕਿਉਂ? ਇਹ ਨਿਸ਼ਾਨੀ ਉਮਰ ਦੀ ਨਹੀਂ ਹੈ, ਨਿਸ਼ਾਨੀ ਹੈ ਅਸੀਂ ਆਪਣੇ ਮੂਲ ਨਾਲੋਂ, ਆਪਣੀ ਜੜ ਨਾਲੋਂ, ਉਹ ਅੰਮ੍ਰਿਤ ਨਾਲੋਂ ਟੁੱਟ ਕੇ ਬੈਠੇ, ਜਿੱਥੋਂ ਸਾਨੂੰ ਜ਼ਿੰਦਗੀ ਮਿਲੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਕਲਾ ਸਿੱਖੋ, ਵਿਧੀ ਸਿੱਖੋ, ਯੁਕਤੀ ਸਿੱਖੋ ਕਿ ਕਿਸ ਤਰ੍ਹਾਂ ਅਸੀਂ ਉਹਦੇ ਨਾਲ ਜੁੜ ਕੇ એનર્ਜੀ ਨੂੰ ਜਗਾ ਸਕਦੇ ਹਾਂ, ਕਿਸ ਤਰ੍ਹਾਂ ਸੁੱਤੀ ਸ਼ਕਤੀ ਨੂੰ ਜਗਾ ਸਕਦੇ ਹਾਂ। ਅੱਜ ਉਹੀ ਕੰਮ ਹੈ ਜਿੱਦਾਂ ਕਹਿੰਦੇ ਹਨੂਮਾਨ ਦੇ ਅੰਦਰ ਸ਼ਕਤੀਆਂ ਬੜੀਆਂ ਸੀ ਪਰ ਭੁੱਲ ਗਿਆ ਸੀ। ਸੁਣੀਏ ਕਿ ਨਹੀਂ ਕਹਾਣੀ ਕਿ ਜਦੋਂ ਸੀਤਾ ਦੀ ਤਲਾਸ਼ ਵਿੱਚ ਹਨੂਮਾਨ ਆਪਣੀ ਟੀਮ ਦੇ ਨਾਲ, ਯਾਨੀ ਬਾਨਰ ਸੈਨਾ ਨੂੰ ਲੈ ਕੇ ਨਾ ਸੀਤਾ ਦੀ ਤਲਾਸ਼ ਕਰ ਰਹੇ ਸੀ ਸਾਰੇ, ਤਾਂ ਕਰਦਿਆਂ ਕਰਦਿਆਂ ਸਮੁੰਦਰ ਦੇ ਕਿਨਾਰੇ ਪਹੁੰਚ ਗਏ। ਉਹਨੂੰ ਪਤਾ ਤਾਂ ਲੱਗ ਗਿਆ ਕਿ ਸਮੁੰਦਰ ਤੋਂ ਪਾਰ ਲੰਕਾ ਦੇ ਵਿੱਚ ਸੀਤਾ ਹੈ, ਪਰ ਹੁਣ ਗੱਲ ਇਹ ਕਿ ਐਡਾ ਵੱਡਾ ਸਮੁੰਦਰ ਪਾਰ ਕਰੇ ਕੌਣ, ਕਿਉਂਕਿ ਸਮੁੰਦਰ ਬਹੁਤ ਬੜਾ। ਤਾਂ ਉਸਨੇ ਜੰਬੰਤ, ਉਸਨੇ ਹਨੂਮਾਨ ਨੂੰ ਕਿਹਾ ਕਿ ਇਹ ਬਜਰੰਗਬਲੀ ਹੈ ਹਨੂਮਾਨ, ਤੂੰ ਤਾਂ ਬਚਪਨ 'ਚ ਇੰਨੇ ਕਾਰਨਾਮੇ ਕੀਤੇ ਸੀ, ਬੜੇ ਬੜੇ ਕਾਰਨਾਮੇ ਬਚਪਨ 'ਚ ਕੀਤੇ ਸੀ, ਹੁਣ ਤਾਂ ਤੂੰ ਫੇਰ ਬੜਾ ਹੋ ਚੁੱਕਾ ਆ, ਉਹ ਤੇਰੇ ਵਾਸਤੇ ਸਮੁੰਦਰ ਪਾਰ ਕਰਨਾ ਕੋਈ ਬੜੀ ਗੱਲ ਨਹੀਂ ਹੈ। ਤਾਂ ਉਸ ਲਈ ਹਨੂਮਾਨ ਨੇ ਕਿਹਾ ਮੈਂ ਮਿੱਚ ਕਿੱਥੇ? ਕਹਿੰਦੇ ਯਾਦ ਕਰ, ਸ਼ਕਤੀਆਂ ਤੇਰੇ ਅੰਦਰ ਹੀ ਹੈ। ਪਰ ਦਰਅਸਲ ਤੂੰ ਛੋਟਾ ਹੁੰਦਾ ਨਾ, ਸ਼ਰਾਰਤੀ ਇੰਨਾ ਹੁੰਦਾ ਸੀ ਕਿ ਕੋਈ ਰਿਸ਼ੀ ਮੁਨੀ ਯੱਗਿਆ ਕਰਦੇ ਸੀ ਜਾਂ ਰਿਸ਼ੀ ਮੁਨੀ ਭਗਤੀ ਕਰਦੇ ਸੀ, ਤਾਂ ਤੂੰ ਜਿੱਦਾਂ ਬੱਚੇ ਇਲਤੀ ਹੁੰਦੇ ਨਾ, ਹੁਣ ਇਹਦਾ ਮਤਲਬ ਨਫ਼ਰਤ ਨਹੀਂ ਸੀ, ਕੋਈ ਬੁਰਾ ਕਰਨ ਦੀ ਭਾਵਨਾ ਨਹੀਂ ਸੀ, ਬਸ ਇਲਤ ਸੀ ਅੰਦਰ। ਜਿੱਦਾਂ ਹੁਣ ਕਈ ਬੱਚੇ ਹੁੰਦੇ, ਉਹਦੇ ਅੰਦਰ ਨਹੀਂ ਹੁੰਦਾ ਕਿ ਮੈਂ ਕਿਸੇ ਨੂੰ ਦੁੱਖ ਦੇਵਾਂ, ਪਰ ਉਹ ਇਲਤ ਹੀ ਕਰ ਦਿੰਦੇ ਉੱਦਾਂ ਹੀ। ਕਦੀ ਟੀਚਰ ਦੇ ਕੁਰਸੀ ਦਾ ਪੈਰ ਵੱਢ ਦਿੱਤਾ ਕਿ ਟੀਚਰ ਗਿਰ ਜਾਵੇ, ਕਦੀ ਕਿਸੇ ਦੀ ਚੀਜ਼ 'ਚ ਕੁਛ ਇੱਦਾਂ ਕਰ ਦਿੱਤਾ ਕਿ, ਯਾਨੀ ਉਹ ਕੋਈ ਉਹਦੇ ਨਾਲ ਬੈਰ ਨਹੀਂ ਹੁੰਦਾ, ਪਰ ਬੱਚੇ ਨੂੰ ਇਲਤ ਕਰਨ 'ਚ ਹੀ ਮਜ਼ਾ ਆਉਂਦਾ ਹੈ। ਸਮਝਦੇ ਹੋ ਕਿ ਨਹੀਂ? ਸੋ ਹਨੂਮਾਨ ਵੀ ਬਚਪਨ 'ਚ ਇਲਤਾਂ ਕਰਦੇ ਹੁੰਦੇ ਸੀ, ਇੱਦਾਂ ਸ਼ਰਾਰਤਾਂ। ਤਾਂ ਕਹਿੰਦੇ ਕਿ ਜੇ ਕਿਸੇ ਨੇ ਯੱਗਿਆ ਕਰਨਾ, ਉਹਨੇ ਸ਼ਰਾਰਤ ਕਰਨੀ ਆਪਣੀ ਸ਼ਕਤੀ ਨਾਲ, ਉਹ ਯੱਗ ਦੀ ਅਗਨੀ ਬੁਝਾ ਦੇਣੀ। ਜਾਂ ਰਿਸ਼ੀ ਮੁਨੀ ਦਾ ਪਾਣੀ ਡੋਲ ਦੇਣਾ। ਕਹਿੰਦੇ ਫਿਰ ਰਿਸ਼ੀਆਂ ਨੇ ਸ਼ਰਾਪ ਦਿੱਤਾ ਕਿ ਤੂੰ ਬਚਪਨ 'ਚ ਹੀ ਇੰਨਾ ਇਲਤੀ ਹੈ, ਜਾਂ ਤੈਨੂੰ ਸ਼ਰਾਪ ਦਿੰਦੇ ਕਿ ਜਦ ਤੱਕ ਤੂੰ ਸਮਝਦਾਰ ਨਹੀਂ ਹੋ ਜਾਂਦਾ, ਜਦ ਤੱਕ ਤੈਨੂੰ ਅਕਲ ਨਹੀਂ ਆ ਜਾਂਦੀ, ਸਮਝ ਨਹੀਂ ਆ ਜਾਂਦੀ, ਉਦੋਂ ਤੱਕ ਇਹ ਤੇਰੀਆਂ ਸ਼ਕਤੀਆਂ ਭੁੱਲ ਜਾਏਗਾ, ਤੂੰ ਭੁੱਲ ਜਾਏਗਾ, ਤੈਨੂੰ ਯਾਦ ਨਹੀਂ ਰਹੇਗਾ ਮੇਰੇ 'ਚ ਕੋਈ ਸ਼ਕਤੀਆਂ ਹੈ। ਔਰ ਫਿਰ ਕਹਿੰਦੇ ਜਦੋਂ ਹਨੂਮਾਨ ਦੀ ਮਾਤਾ ਨੂੰ ਪਤਾ ਲੱਗਾ ਤਾਂ ਉਹਨੇ ਮਾਫੀ ਮੰਗੀ। ਉਹ ਕਹਿੰਦੇ ਜਦੋਂ ਇਹਨੂੰ ਕੋਈ ਯਾਦ ਦਿਲਾਏਗਾ ਤੇ ਇਹਦੀਆਂ ਸ਼ਕਤੀਆਂ ਨੂੰ ਯਾਦ ਆ ਜਾਣਗੀਆਂ। ਹੁਣ ਕਹਿੰਦੇ ਉਹੀ ਟਾਈਮ ਆ ਗਿਆ, ਹਨੂਮਾਨ ਦੇ ਅੰਦਰ ਸ਼ਕਤੀਆਂ ਤਾਂ ਹੈ ਪਰ ਭੁੱਲਿਆ ਹੋਇਆ ਹੈ। ਅੱਜ ਉਹੀ ਟਾਈਮ ਹੈ, ਤੁਸੀਂ ਸਾਰੇ ਹਨੂਮਾਨ ਬੈਠੇ ਹੋ ਤੇ ਅਸੀਂ ਤੁਹਾਨੂੰ ਯਾਦ ਦਿਲਾ ਰਹੇ ਕਿ ਤੁਹਾਡੇ ਅੰਦਰ ਬਹੁਤ ਸ਼ਕਤੀਆਂ ਆ।
ਜਾਗੋ ਜਾਗੋ, ਕਦੋਂ ਤੱਕ ਸੁੱਤੇ ਰਵਾਂਗੇ? ਆ ਜਿਹੜੀਆਂ ਮਾੜੀਆਂ ਮਾੜੀਆਂ ਤਕਲੀਫਾਂ ਦੇ ਸਮੁੰਦਰ ਤੁਹਾਡੇ ਅੱਗੇ ਹੈ ਨਾ, ਹਾਏ ਮੈਨੂੰ ਆਹ ਬਿਮਾਰੀ ਆ ਗਈ, ਐਵੇਂ ਰੋਂਦੇ ਰਹਿੰਦੇ ਪਿੱਟਦੇ ਰਹਿੰਦੇ ਹੋ, ਤੁਹਾਡੇ 'ਚ ਉਹ ਸ਼ਕਤੀ ਹੈ, ਤੁਸੀਂ ਐਦਾਂ ਇਹ ਬਿਮਾਰੀਆਂ ਦੇ ਸਮੁੰਦਰ ਤੋਂ ਪਾਰ ਚਲੇ ਜਾਵੋ, ਇਹ ਪਰੇਸ਼ਾਨੀਆਂ ਦੇ ਸਮੁੰਦਰ ਨੂੰ ਪਾਰ ਕਰ ਜਾਵੋ, ਇਹ ਤਕਲੀਫਾਂ ਦੇ ਸਮੁੰਦਰ ਨੂੰ ਪਾਰ ਕਰ ਜਾਵੋ। ਕਈ ਬੱਚੇ ਡਰਦੇ ਆ, ਹਾਏ ਮੈਨੂੰ ਸਫਲਤਾ ਨਹੀਂ ਮਿਲਦੀ। ਉਹ ਇਹ ਛੋਟਾ ਜਿਹਾ ਸਮੁੰਦਰ ਹੈ ਪੇਪਰਾਂ ਦਾ, ਫਿਕਰ ਨਾ ਕਰ, ਤੇਰੇ ਅੰਦਰ ਉਹ ਸ਼ਕਤੀ ਹੈ ਕਿ ਤੂੰ ਬੜੇ ਬੜੀਆਂ ਮੰਜ਼ਲਾਂ ਨੂੰ ਜਿੱਤ ਸਕਦਾ ਹੈ। ਪਰ ਸ਼ਕਤੀ ਨੂੰ ਜਗਾ, ਜਾਣ ਆਪਣੀ ਸ਼ਕਤੀ ਨੂੰ। ਹਨੂਮਾਨ ਨੂੰ ਜਦੋਂ ਯਾਦ ਦਿਲਾਇਆ, ਯਾਦ ਆਇਆ ਕਿ ਹਾਂ ਮੇਰੇ 'ਚ ਸ਼ਕਤੀਆਂ ਹੈ, ਤਾਂ ਫਿਰ ਹਨੂਮਾਨ ਨੇ ਕੀਤਾ ਆਪਣਾ ਰੂਪ ਬੜਾ ਔਰ ਪਹਾੜ ਤੇ ਚੜ ਕੇ ਮਾਰਿਆ ਜੰਪ, ਛਾਲ ਮਾਰੀ ਔਰ ਸਮੁੰਦਰ ਨੂੰ। ਹੁਣ ਤੁਸੀਂ ਵੀ ਬੜੇ ਹੋ ਜਾਓ, ਹੋਣਾ ਕਿ ਨਹੀਂ? ਜਾਂ ਇੰਨੇ ਕੁ ਬਣ ਕੇ ਬੈਠ, ਹਾਏ ਮੇਰਾ ਦੁੱਖ ਬਹੁਤ ਬੜਾ ਹੈ। ਕਹਿੰਦਾ ਦੁੱਖ ਹੈ, ਪੱਥਰੀ ਹੈ, ਕਿੰਨੇ MM ਦੀ? 4 MM ਦੀ। ਉਹ ਇੰਨੀ ਕੁ 4 MM ਦੀ ਪੱਥਰੀ, ਮੇਰਾ ਦੁੱਖ ਬਹੁਤ ਬੜਾ, ਮੈਂ ਮਰ ਜਾਣਾ। ਕਿਉਂਕਿ ਸਾਡੇ ਕੋਲ ਫੇਰ ਕਹਾਂ ਬੇਨਤੀ ਆਉਂਦੀ, ਉਹ ਇੰਨੀ ਕੁ ਪੱਥਰੀ ਨੇ ਤੈਨੂੰ ਮਾਰ ਦੇਣਾ, ਇੰਨੀ ਕੁ ਪੱਥਰੀ ਤੋਂ ਡਰ ਗਿਆ। ਉਹ ਹਨੂਮਾਨ ਨੇ ਪਹਾੜ ਚੱਕ ਲਿਆ ਹੱਥ ਤੇ ਤੂੰ ਨਿੱਕੀ ਨਿੱਕੀ ਪੱਥਰੀਆਂ ਤੋਂ ਡਰ ਗਿਆ। ਉਹ ਜਿਹਨੂੰ ਆਪਣੇ ਪ੍ਰਮਾਤਮਾ ਦੀ ਸ਼ਕਤੀ ਤੇ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਅੰਦਰ ਮੇਰਾ ਪਰਮ ਸ਼ਕਤੀਸ਼ਾਲੀ ਰੱਬ ਮੇਰਾ ਮਾਲਿਕ ਬੈਠਾ ਹੈ, ਉਹ ਪੱਥਰੀਆਂ ਤੋਂ ਕੀ, ਉਹ ਕੈਂਸਰ ਤੋਂ ਕੀ, ਉਹ ਕਿਸੇ ਚੀਜ਼ ਤੋਂ ਨਹੀਂ ਡਰਦਾ। ਉਹ ਤਾਂ ਬੜੇ ਬੜੇ ਪਹਾੜਾਂ ਨੂੰ ਵੀ ਹੱਥ ਤੇ ਚੱਕ ਲੈਂਦਾ, ਲੈ ਆ ਖਡੋਣਾ ਚੱਕ ਲਿਆ, ਕੀ ਫਿਕਰ ਹੈ, ਐਡੀ ਵੱਡੀ ਸ਼ਕਤੀ ਮੇਰੇ ਅੰਦਰ ਹੈ, ਤਾਂ ਕੋਈ ਬਿਮਾਰੀ ਕੋਈ ਦੁੱਖ ਮੇਰਾ ਕੁਛ ਵਿਗਾੜ ਹੀ ਨਹੀਂ ਸਕਦਾ, ਕਿਉਂਕਿ ਮੇਰੇ ਮਾਲਿਕ ਦੀ ਰਹਿਮਤ ਬਹੁਤ, ਮੇਰੇ ਮਾਲਕ ਦੀ ਸ਼ਕਤੀ ਬਹੁਤ। ਉਹ ਸ਼ਕਤੀ ਨੂੰ ਸਮਝੀਏ। ਪਰ ਫਿਰ ਕਹਾਂਗੇ ਉਹ ਸ਼ਕਤੀ ਨੂੰ ਅੰਦਰ ਪਹਿਚਾਨਣ ਦੀ ਬਜਾਏ ਮੈਂ ਰਿਪੋਰਟਾਂ ਹੀ ਦੇਖਦੇ ਰਹਿੰਦੇ, ਡਾਕਟਰ ਕੀ ਕਹਿ ਰਹੇ, ਸਮਝਦੇ ਹੋ ਕਿ ਨਹੀਂ? ਹੁਣ ਜੇ ਫਰਜ਼ ਕਰੋ ਉਸਲੇ ਕੋਈ ਸਾਇੰਟਿਸਟ ਹੁੰਦੇ, ਹਨੂਮਾਨ ਨੂੰ ਕਹਿੰਦੇ ਠਹਿਰ ਭਾਈ ਪਹਿਲਾਂ ਸਮੁੰਦਰ ਨੂੰ ਨਾਪ ਲੈਣ ਦੇ, ਆ ਫੀਤਾ ਲੈ ਕੇ ਨਾਪ ਦਿੱਤਾ ਸੀ ਸਮੁੰਦਰ ਨੂੰ, ਛਾਲ ਮਾਰ ਕੇ ਪਾਰ ਕਰਨਾ ਬੜਾ ਔਖਾ ਹੈ। ਹਨੂਮਾਨ ਇਹ ਨਹੀਂ ਹੋ ਸਕਦਾ, ਮੂਰਖਤਾ ਨਾ ਕਰੀ, ਦੇਖੀ ਕਿਤੇ ਐਡਾ ਵੱਡਾ ਸਮੁੰਦਰ ਛਾਲ ਮਾਰ ਕੇ ਪਾਰ ਹੋ ਹੀ ਨਹੀਂ ਸਕਦਾ। ਸਾਇੰਸ ਦੀ ਨਜ਼ਰੀਏ ਨੇ ਇਹ ਹੋਣਾ ਸੀ, ਸਮਝਦੇ ਹੋ? ਇੱਕ ਕਾਲਾ ਜਿਹਾ ਭਮਰਾ ਹੁੰਦਾ ਨਾ, ਭਮਰਾ ਕਹਿੰਦੇ ਉਹਨੂੰ, ਕਾਲਾ ਜਿਹਾ ਭੂੰਡ ਜਿਹਾ ਹੁੰਦਾ, ਮੋਟਾ ਜਿਹਾ, ਮੋਰੇ ਪੀਲਾ ਜਿਹਾ ਹੁੰਦਾ, ਪਿੱਛੋਂ ਕਾਲਾ, ਏਦਾਂ ਕੁਝ ਹੁੰਦਾ ਨਾ। ਤੁਸੀਂ ਨੈਟ ਤੇ ਜਾ ਕੇ ਸਰਚ ਕਰਿਓ ਉਹਨੂੰ ਸ਼ਾਇਦ ਕੀ ਕਹਿੰਦੇ ਆ, ਹੁਣ ਨਾਮ ਨਹੀਂ ਯਾਦ ਆ ਰਿਹਾ ਸਾਨੂੰ, ਸ਼ਾਇਦ ਭਮਰਾ ਹੀ ਕਹਿੰਦੇ ਆ, ਕੁਛ ਏਦਾਂ ਕਹਿੰਦੇ। ਸਰਚ ਕਰੋਗੇ ਨਾ ਸਾਇੰਸ ਦੇ ਅਕੋਰਡਿੰਗ, ਸਾਇੰਸ ਦੇ ਨਜ਼ਰੀਏ ਨਾਲ, ਤੁਸੀਂ ਦੇਖੋਗੇ ਲਿਖਿਆ ਹੋਏਗਾ ਉੱਥੇ ਕਿ ਸਾਇੰਸ ਦੀ ਮੰਨੀਏ ਇਹ ਭਮਰਾ ਕਦੀ ਉੜ ਨਹੀਂ ਸਕਦਾ। ਕਿਉਂ? ਕਿਉਂਕਿ ਇਹਦੇ ਪੰਖ ਬੜੇ ਛੋਟੇ ਐ, ਇਹ ਆਪ ਬੜਾ ਭਾਰਾ ਹੈ, ਮੋਟਾ ਹੈ, ਉਹਦਾ ਸਾਈਜ਼ ਬੜਾ ਮੋਟਾ ਆ, ਪੰਖ ਬੜੇ ਛੋਟੇ ਐ। ਕਹਿੰਦੇ ਜੇ ਆਕਾਰ ਨੂੰ ਦੇਖਿਆ ਜਾਵੇ ਨਾ, ਸਾਇੰਸ ਗੱਲ ਮੰਨਦੀ ਹੈ ਇਹ, ਔਰ YouTube ਤੇ ਜਾਂ ਤੁਹਾਨੂੰ ਗੂਗਲ ਤੇ ਮਿਲ ਜਾਏਗਾ ਕਿ ਸਾਇੰਸ ਕਹੇਗੀ, ਤੁਸੀਂ ਭਮਰਾ ਲਿਖੋਗੇ ਨਾ ਤਾਂ ਆ ਜਾਏਗਾ ਕਿ ਸਾਇੰਸ ਮੰਨਦੀ ਹੈ ਕਿ ਇਹਦੇ ਪੰਖ ਬੜੇ ਛੋਟੇ ਆ, ਤਾਂ ਆਕਾਰ ਬਹੁਤ ਵੱਡਾ ਹੈ, ਭਾਰ ਬਹੁਤ ਜ਼ਿਆਦਾ ਹੈ। ਕਹਿੰਦੇ ਅਗਰ ਇਹਦੇ ਪੰਖਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਉੜ ਨਹੀਂ ਪਾਏਗਾ, ਪਰ ਫਿਰ ਵੀ ਸਾਨੂੰ ਹੈਰਾਨੀ ਹੈ ਉੜ ਕਿੱਦਾਂ ਰਿਹਾ ਹੈ। ਅਸੀਂ ਕਿਹਾ ਸ਼ੁਕਰ ਹੈ ਭਰਾਵਾ ਭਮਰਾ ਤੁਹਾਡੀ ਗੱਲ ਨਹੀਂ ਸਮਝਦਾ, ਨਹੀਂ ਤਾਂ ਤੁਹਾਡੀ ਗੱਲ ਸੁਣ ਲੈਂਦਾ, ਇਹ ਉੜ ਨਹੀਂ ਸਕਦਾ, ਭਾਰਾ ਬਹੁਤ ਹੈ। ਭਮਰੇ ਨਾਲ ਗਿਰਿਆ ਮੈਂ, ਉਹ ਕੀ ਗੱਲ, ਉਹ ਸਾਇੰਸ ਕਹਿੰਦੀ ਮੈਂ ਉੜ ਨਹੀਂ ਸਕਦਾ, ਮੈਂ ਕਿੱਦਾਂ ਉੜਾਂ। ਇਹਦਾ ਸ਼ੁਕਰ ਹੈ ਭਮਰਾ ਸਮਝਦਾ ਨਹੀਂ ਸਾਇੰਸ ਨੂੰ, ਆਪਣੇ ਪੰਖਾਂ ਤੇ ਵਿਸ਼ਵਾਸ ਹੈ ਕਿ ਜੇ ਮੈਨੂੰ ਮੇਰੇ ਮਾਲਿਕ ਨੇ ਪੰਖ ਦਿੱਤੇ ਹੈ ਤਾਂ ਇਹ ਪੰਖ ਉੱਤੇ ਨਹੀਂ ਦਿੱਤੇ, ਉੜਨ ਵਾਸਤੇ ਦਿੱਤੇ ਹੈ। ਇਸੇ ਤਰ੍ਹਾਂ ਜੇ ਤੁਹਾਨੂੰ ਰੱਬ ਨੇ ਜ਼ਿੰਦਗੀ ਦਿੱਤੀ, ਉੱਤੇ ਨਹੀਂ ਦਿੱਤੀ, ਆਨੰਦ ਲੈਣ ਵਾਸਤੇ ਦਿੱਤੀ ਹੈ। ਫਿਰ ਡਾਕਟਰ ਸਾਇੰਸ ਜੋ ਮਰਜ਼ੀ ਕਹਿੰਦੀ ਕਹੀ ਜਾਵੇ, ਉਹ ਮੈਨੂੰ ਮੇਰੇ ਮਾਲਿਕ ਨੇ ਜੀਵਨ ਆਨੰਦ ਲੈਣ ਵਾਸਤੇ ਦਿੱਤਾ, ਤਾਂ ਮੈਂ ਆਨੰਦ ਲੈਣਾ ਹੈ। ਸਮਝਦੇ ਹੋ? ਇਹ ਸਾਇੰਸ ਦੀ ਥਿਊਰੀ ਹੈ, ਦੇਖ ਲੈਣਾ ਤੁਸੀਂ, ਕੋਈ ਆਪਣੇ ਕੋਲੋਂ ਨਹੀਂ ਬਣਾ ਕੇ ਕਹਿ ਰਹੇ ਕਿ ਭਮਰਾ ਉੜ ਨਹੀਂ ਸਕਦਾ। ਪਰ ਭਮਰੇ ਨੂੰ ਪਤਾ ਨਹੀਂ ਹੈ, ਉਹ ਉੜਦਾ ਹੈ ਆਪਣੀ ਹਿੰਮਤ ਨਾਲ, ਆਪਣੇ ਪਿਆਰ ਨਾਲ, ਵਿਸ਼ਵਾਸ ਨਾਲ। ਜੇ ਤੁਹਾਨੂੰ ਵੀ ਰੱਬ ਨੇ ਜ਼ਿੰਦਗੀ ਦਿੱਤੀ ਨਾ, ਤੁਸੀਂ ਵੀ ਉਡਾਰੀਆਂ ਮਾਰ ਸਕਦੇ ਹੋ। ਇਹ ਨਾ ਦੇਖੋ ਦੁਨੀਆ ਕੀ ਕਹਿੰਦੀ ਹੈ, ਤਾਂ ਹੀ ਤਾਂ ਅਸੀਂ ਕਹੀਦਾ ਹੈ ਕਿ ਜਿਹੜੇ ਹਾਲੇ ਤੱਕ ਮਾਲਕ ਦੇ ਘਰ ਤੱਕ ਨਹੀਂ ਪਹੁੰਚੇ ਨਾ, ਉਹ ਛੋਟੀ ਛੋਟੀਆਂ ਬਿਮਾਰੀਆਂ ਨੂੰ ਲੈ ਕੇ ਰੋਈ ਜਾਂਦੇ ਆ, ਉਹ ਛੋਟੀ ਛੋਟੀਆਂ ਪਰੇਸ਼ਾਨੀਆਂ ਨੂੰ ਲੈ ਕੇ ਰੋਈ ਜਾਂਦੇ ਆ। ਪਰ ਜਿਹੜਾ ਮਾਲਕ ਦੇ ਦਰ ਤੱਕ ਪਹੁੰਚ ਗਿਆ ਨਾ, ਤਾਂ ਫਿਰ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਤੇ ਉਹਨੂੰ ਡਰ ਚਿੰਤਾਵਾਂ ਖਤਮ ਕਰ ਦਈਏ ਔਰ ਉਹਨੂੰ ਇੰਨਾ ਮਜ਼ਬੂਤ ਬਣਾ ਦਈਏ ਕਿ ਹਰ ਬਿਮਾਰੀ ਨੂੰ ਜਿੱਤ ਸਕੇ, ਹਰ ਮੁਸ਼ਕਿਲ ਨੂੰ ਹਰਾ ਸਕੇ ਔਰ ਆਪਣੀ ਖੁਸ਼ੀਆਂ ਦੀ ਮੰਜ਼ਿਲ ਨੂੰ ਪਾ ਸਕੇ। ਕਿਉਂਕਿ ਜਿਹਦਾ ਦੱਸਿਆ ਪੈਟਰੋਲ ਖਤਮ ਹੋ ਗਿਆ, ਧੱਕਾ ਲਾ ਕੇ ਜਾ ਰਹੇ, ਹੁਣ ਤੇਲ ਭਰਨਾ ਹੈ ਅਸੀਂ ਤੁਹਾਡੇ ਅੰਦਰ, ਵਿਸ਼ਵਾਸ ਦਾ, ਮਾਲਕ ਦੀ ਰਹਿਮਤ ਦਾ, ਮਾਲਕ ਦੀ ਕਿਰਪਾ ਦਾ। ਉਹ ਐਸਾ ਪੈਟਰੋਲ ਪਾਣਾ ਹੈ ਕਿ ਤੁਸੀਂ ਅੱਜ ਕਹਿੰਦੇ ਨਾ ਜ਼ਿੰਦਗੀ ਦੁੱਖ ਪਰੇਸ਼ਾਨੀ ਉਲਝਣ, ਉਹ ਨਹੀਂ, ਤੁਸੀਂ ਕਹੋ ਜ਼ਿੰਦਗੀ ਮਜ਼ੇਦਾਰ। ਸਮਝਦੇ ਹੋ ਕਿ ਨਹੀਂ? ਜ਼ਿੰਦਗੀ ਆਨੰਦਦਾਰ, ਮਜ਼ੇਦਾਰ। ਮਜ਼ਾ ਆਇਆ ਕਿ ਨਹੀਂ? ਫਿਰ ਕਹਿ ਦਿਓ ਮਜ਼ਾ ਆ ਗਿਆ, ਆ ਗਿਆ, ਆ ਗਿਆ, ਆ ਗਿਆ। ਹੁਣ ਦੇਖੋ ਕਹਿ ਕੇ ਦੇਖੋ ਆਉਂਦਾ ਕਿ ਨਹੀਂ? ਹਰ ਦੁੱਖ ਆ ਗਿਆ,
ਪਰੇਸ਼ਾਨੀ ਆ ਗਈ। ਇੱਕ ਬੰਦਾ ਬੈਠਾ ਹੋਵੇ ਤਾਂ ਕੀ ਹੋ ਗਿਆ, ਉਹ ਸੋਚਦਾ ਕਿਤੇ ਪਰੇਸ਼ਾਨੀ ਨਾ ਆ ਜਾਵੇ, ਕੋਈ ਸੋਚਦਾ ਕਿਤੇ ਚੋਰੀ ਨਾ ਹੋ ਜਾਵੇ ਕੁਛ। ਭਾਈ ਚੰਗੀਆਂ ਸੋਚਾਂ ਸੋਚ, ਜੇ ਸੋਚਣਾ ਤਾਂ ਉਹ ਸੋਚ ਜਿਹੜੀ ਖੁਸ਼ੀ ਲੈ ਕੇ ਆਵੇ। ਸਮਝਦੇ ਹੋ ਕਿ ਨਹੀਂ? ਮਾੜੀ ਇੱਥੇ ਨਾ ਕੁਛ ਹੋ ਜਾਵੇ, ਕੀ ਹੋਇਆ ਕਿਤੇ ਅਟੈਕ ਨਾ ਹੋ ਜਾਵੇ, ਮੈਨੂੰ ਇੱਥੇ ਮਾੜੀ ਜਿਹੀ ਦਰਦ ਹੋਈ ਸੀ, ਉਹ ਚੰਗਾ ਸੋਚ ਲੈ। ਸਮਝਦੇ ਹੋ ਕਿ ਨਹੀਂ? ਦਰਦ ਤਾਂ ਗੈਸ ਨਾਲ ਵੀ ਹੋ ਜਾਂਦੀ ਹੈ। ਸਮਝਦੇ ਹੋ ਕਿ ਨਹੀਂ? ਸੋ ਦੱਸਣਾ ਕੀ ਚਾਹੁੰਦਾ, ਮਾੜਾ ਜ਼ਰੂਰੀ ਸੋਚਣਾ। ਹਮੇਸ਼ਾ ਬੰਦਾ ਮਾੜਾ ਹੀ ਸੋਚਦਾ। ਕਿਉਂ ਨਹੀਂ ਸੋਚਦੇ ਕਿ ਮਾਲਿਕ ਦੀ ਰਹਿਮਤ ਆ ਗਈ, ਆ ਗਈ, ਆ ਗਈ, ਆ ਗਈ, ਖੁਸ਼ੀਆਂ ਆ ਗਈਆਂ, ਆ ਗਈਆਂ, ਆ ਗਈਆਂ, ਆ ਗਈਆਂ, ਆਨੰਦ ਆ ਗਿਆ, ਆ ਗਿਆ, ਆ ਗਿਆ, ਆ ਗਿਆ। ਹੁਣ ਫੀਲ ਕਰਿਆ ਕਰੋ। ਜਦੋਂ ਆਨੰਦ ਨੂੰ ਫੀਲ ਕਰਾਂਗੇ ਆਨੰਦ ਆਏਗਾ, ਖੁਸ਼ੀ ਨੂੰ ਫੀਲ ਕਰਾਂਗੇ ਖੁਸ਼ੀ। ਪਰ ਹੁਣ ਸਤਸੰਗ ਖਤਮ ਕਰਨਾ ਪੈਣਾ ਤਾਂ। ਪਰ ਨਾਲ ਇਹ ਵੀ ਕਹਿ ਦਈਏ, ਕਿਤੇ ਵੀ ਸਤਸੰਗ ਹੋਵੇ ਜਨਰੇਟਰ ਦਾ ਪ੍ਰਬੰਧ ਜ਼ਰੂਰ ਕਰ ਲਿਆ ਕਰੋ। ਕਿਉਂ ਕਹਿੰਦੇ ਨਾ ਕਿ ਗਾਹਕ ਔਰ ਮੌਤ ਨਾਲੇ ਬਿਜਲੀ ਦਾ ਕੋਈ ਪਤਾ ਨਹੀਂ, ਕਦੋਂ ਆਵੇ ਤਾਂ ਕਦੋਂ ਚਲਾ ਜਾਵੇ। ਇਸ ਕਰਕੇ ਪ੍ਰਬੰਧ ਪਹਿਲਾਂ ਹੀ ਕਰ ਲਿਆ ਕਰੋ। ਤੋ ਸਮਝ ਲੈਣਾ ਸਾਰਿਆਂ ਨੇ। ਸੋ ਇਸ ਲਈ ਆਓ ਹੁਣ ਆਖਰਲੇ ਵਚਨਾਂ 'ਚ ਇਹੀ ਕਵਾਂਗੇ ਕਿ ਤੁਹਾਡੇ ਅੰਦਰ ਜਿੱਦਾਂ ਦੱਸਿਆ ਨਾ ਸ਼ਕਤੀਆਂ ਨੂੰ ਜਗਾਉਣਾ ਹੈ। ਕਿਉਂਕਿ ਆਪਣੇ ਆਪ ਨੂੰ ਬੜਾ ਕਰ ਲਓ। ਹੁਣ ਆਪਣੀ ਹਰ ਪਰੇਸ਼ਾਨੀ ਨੂੰ ਛੋਟਾ ਸਮਝੋ ਕਿ ਮੇਰੇ ਮਾਲਿਕ ਦੀ ਰਹਿਮਤ ਦੇ ਸਾਹਮਣੇ ਹਰ ਚੀਜ਼ ਬੜੀ, ਔਰ ਮੇਰੇ ਮਾਲਿਕ ਦੀ ਰਹਿਮਤ ਬਹੁਤ, ਮੇਰਾ ਮਾਲਿਕ ਬਹੁਤ, ਉਹਦੀ ਰਹਿਮਤ ਬਹੁਤ। ਤਾਂ ਫਿਰ ਜੇ ਉਹਦੀ ਰਹਿਮਤ ਬੜੀ ਹੈ ਤਾਂ ਫਿਰ ਮੈਂ ਪਰੇਸ਼ਾਨੀਆਂ, ਬਿਮਾਰੀਆਂ, ਤਕਲੀਫਾਂ ਦਾ ਕਿਉਂ ਡਰਨਾ? ਕਿਉਂਕਿ ਜਿਹਨੂੰ ਬੜੇ ਦਾ ਸਾਥ ਮਿਲ ਜਾਵੇ ਛੋਟੀ ਛੋਟੀਆਂ ਚੀਜ਼ਾਂ ਦੀ ਪਰਵਾਹ ਹੋ ਕਰਦਾ ਹੀ ਨਹੀਂ ਹੈ। ਮਤਲਬ ਸਮਝਦੇ ਹੋ ਕਿ ਨਹੀਂ? ਜਰਾ ਆਪ ਸੋਚ ਕੇ ਦੇਖੋ, ਜਿਹੜਾ ਸ਼ੇਰਾਂ ਨਾਲ ਲੜਦਾ ਹੋਵੇ ਉਹ ਕੁੱਤਿਆਂ ਦੀ ਫਿਕਰ ਕਰੇਗਾ। ਸਮਝਦੇ ਹੋ ਕਿ ਨਹੀਂ? ਉਹ ਜਿਹੜਾ ਸ਼ੇਰਾਂ ਨੂੰ ਹਰਾਉਣ ਵਾਲਾ ਹੈ ਉਹ ਕੁੱਤਿਆਂ ਬਿੱਲਿਆਂ ਦੀ ਕੀ ਚਿੰਤਾ ਕਰੇਗਾ? ਉਹਨੂੰ ਪਤਾ ਮੈਂ ਤਾਂ ਸ਼ੇਰਾਂ ਨੂੰ ਨਹੀਂ ਮੰਨਦਾ ਕੁਛ ਵੀ, ਤਾਂ ਇਹ ਚੀਜ਼ਾਂ ਕੀ ਹੈ? ਇਸੇ ਤਰ੍ਹਾਂ ਜਿਹੜੇ ਮਾਲਿਕ ਨਾਲ ਪਿਆਰ ਕਰਨ ਵਾਲੇ ਹੈ ਉਹ ਵੀ ਇੱਕੋ ਹੀ ਗੱਲ ਜਾਣਦੇ ਕਿ ਮੇਰੇ ਅੰਦਰ ਉਹ ਸ਼ਕਤੀ ਹੈ, ਉਹ ਸ਼ਕਤੀ ਦਾ ਦਾਤਾ ਮੇਰੇ ਨਾਲ ਹੈ। ਤਾਂ ਮੇਰੇ ਜੀਵਨ 'ਚ ਚਾਹੇ ਕੋਈ ਘਰੇਲੂ ਪਰੇਸ਼ਾਨੀ ਹੋਵੇ, ਸਰੀਰਕ ਪਰੇਸ਼ਾਨੀ ਹੋਵੇ, ਜਾਂ ਕਿਸੇ ਤਰ੍ਹਾਂ ਦੀ ਵੀ ਕੰਮਕਾਰ ਨੂੰ ਲੈ ਕੇ ਕੋਈ ਪ੍ਰੋਬਲਮ ਹੈ, ਮੈਂ ਡਰਨਾ ਨਹੀਂ, ਚਿੰਤਾ ਨਹੀਂ ਕਰਨੀ, ਫਿਕਰ ਨਹੀਂ ਕਰਨੀ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ। ਉਹ ਮੈਨੂੰ ਹਰ ਮੁਸ਼ਕਿਲ 'ਚੋਂ ਜ਼ਰੂਰ ਬਚਾਏਗਾ, ਜ਼ਰੂਰ ਕੱਢੇਗਾ, ਔਰ ਮੈਨੂੰ ਖੁਸ਼ੀਆਂ ਦੀ ਮੰਜ਼ਿਲ ਜ਼ਰੂਰ, ਕਿਉਂਕਿ ਮੇਰਾ ਮਾਲਿਕ ਮੇਰੇ, ਮੈਨੂੰ ਸਫਲਤਾ ਜ਼ਰੂਰ, ਕਿਉਂਕਿ ਮੇਰਾ ਮਾਲਿਕ ਮੇਰੇ, ਮੈਨੂੰ ਕਾਮਯਾਬੀ ਜ਼ਰੂਰ, ਮੇਰਾ ਮਾਲਿਕ ਮੇਰੇ ਸਾਰੇ ਦੁੱਖ ਦੂਰ ਹੋਣਗੇ। ਹੋਣਗੇ ਕਿ ਨਹੀਂ? ਤੇ ਕਹਿ ਦਿਓ ਹੋ ਗਏ, ਮੇਰੇ ਸਾਰੇ ਦੁੱਖ ਦੂਰ ਹੋ ਗਏ, ਹੋ ਗਏ, ਹੋ ਗਏ, ਹੋ ਗਏ। ਸੁੱਖ ਆ ਗਿਆ, ਆ ਗਿਆ, ਆ ਗਿਆ, ਆ ਗਿਆ, ਖੁਸ਼ੀ ਆ ਗਈ, ਆ ਗਈ, ਆ ਗਈ, ਆ ਗਈ। ਔਰ ਹੁਣ ਇਹ ਵੀ ਕਹਿ ਦੇਣਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਦਿਲੋਂ ਗਿਆ ਹੈ ਨਾ, ਹੋ ਗਏ ਮਾਲਿਕ ਦੇ, ਫਿਰ ਜਾਓ, ਫਿਰ ਤੁਹਾਡੇ ਨਾਲ ਹੀ ਹਮੇਸ਼ਾ। ਕਿਉਂਕਿ ਜਿਹੜਾ ਮਾਲਕਾਂ ਦਾ ਹੋ ਗਿਆ, ਫਿਰ ਜਿੱਦਾਂ ਦੱਸਿਆ એનર્ਜੀ ਦਾ ਭਰ ਦੇਣੀ ਉਹਦੇ ਅੰਦਰ, ਕਮੀ ਤਾਂ ਛੱਡਣੀ ਕੋਈ ਨਹੀਂ। ਔਰ ਜਿੱਦਾਂ ਕਿ ਕਬੀਰ ਸਾਹਿਬ ਦੀ ਉਹ ਸ਼ਬਦ ਪੂਰਾ ਕਰੀਏ ਕਿ ਨਿਸ ਦਿਨ ਸਤ ਸੰਗਤ ਮੇ ਰਾਚੇ, ਸ਼ਬਦ ਮੇ ਸੁਰਤ ਸਮਾਈ, ਕਹੇ ਕਬੀਰ ਤਿਨ ਕੋ ਭਉ ਨਾਹੀ, ਨਿਰਭੈ ਪਦਵੀ। ਕਹਿੰਦੇ ਜਿਹੜੇ ਸਤਸੰਗ ਨਾਲ ਜੁੜ ਜਾਂਦੇ, ਕਾਮਿਲ ਸਤਿਗੁਰ ਨਾਲ ਜੁੜ ਜਾਂਦੇ ਆ, ਫਿਰ ਉਹਨਾਂ ਦੇ ਜੀਵਨ 'ਚੋਂ ਡਰ ਖਤਮ ਹੋ ਜਾਂਦੇ ਆ, ਨਿਰਭੈ ਪਦਵੀ ਪਾਉਂਦੇ ਆ ਉਹ, ਜਿੱਥੇ ਕੋਈ ਡਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਰਹਿ ਜਾਂਦੀ। ਜਿੱਦਾਂ ਅਸੀਂ ਕਹੀਦਾ ਨਾ, ਜਦ ਮੇਰਾ ਮਾਲਿਕ ਮੇਰੇ ਤੋਂ ਡਰਨੇ ਕੀ ਕਿਹਾ? ਜਦੋਂ ਉਹਦਾ ਸਾਥ ਮਿਲ ਗਿਆ ਤਾਂ ਹੁਣ ਡਰ, ਚਿੰਤਾ ਸਾਰੀਆਂ ਖਤਮ ਹੋ ਗਈਆਂ। ਇਸ ਕਰਕੇ ਅਸੀਂ ਵੀ ਤੁਹਾਡੇ ਡਰ, ਚਿੰਤਾਵਾਂ ਨੂੰ ਖਤਮ ਕਰਨਾ, ਔਰ ਤੁਹਾਨੂੰ ਆਨੰਦ ਨਾਲ ਜੀਣ ਦੀ ਕਲਾ ਸਿਖਾਣੀ ਹੈ ਕਿ ਕਿੱਦਾਂ ਆਨੰਦ ਨਾਲ ਜੀ ਸਕਦੇ ਹੋ, ਕਿੱਦਾਂ ਖੁਸ਼ੀਆਂ ਦੀ ਮੰਜ਼ਿਲ ਨੂੰ ਪਾ ਸਕਦੇ ਹੋ, ਕਿੱਦਾਂ એનર્ਜੀ ਨੂੰ ਹਾਸਿਲ ਕਰ ਸਕਦੇ ਹੋ। ਕਿਉਂਕਿ ਫਿਰ ਕਵਾਂਗੇ એનર્ਜੀ ਦਾ ਭੰਡਾਰ ਤੁਹਾਡੇ ਅੰਦਰ ਹੈ, ਬਸ ਥੋੜਾ ਚਾਬੀ ਘੁਮਾਉਣ ਦੀ ਲੋੜ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਕਿ ਹੁੰਦਾ ਨਾ, ਤੁਸੀਂ ਦੇਖ ਲਓ ਗੁੱਡੀ ਹੁੰਦੀ ਹੈ ਜਾਂ ਗੁੱਡਾ ਹੁੰਦਾ ਜਾਂ ਕੋਈ ਕਾਰ ਹੁੰਦੀ, ਚਾਬੀ ਘੁਮਾ ਕੇ ਆਪੀ ਦੌੜੀ ਫਿਰਦੀ ਹੈ। ਤੁਹਾਡੇ ਅੰਦਰ ਵੀ એનર્ਜੀ ਹੈ, ਆ ਚਾਬੀ ਘੁਮਾਉਣ ਵਾਲਾ ਕੋਈ ਹੈ, ਉਹ ਚਾਬੀ ਦੇਣ ਵਾਲਾ, ਕੁੰਡੀ ਦੇਣ ਵਾਲਾ ਕੋਈ ਹੈ। ਇਸ ਲਈ ਜੁੜੋ ਮਾਲਿਕ ਦੇ ਨਾਲ। ਅੱਜ ਤੋਂ ਸਾਰੀਆਂ ਟੈਨਸ਼ਨਾਂ ਛੱਡ ਦਿਓ, ਬਸ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ। ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਏਗਾ।
ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਪਰ ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਇਹ ਵੀ ਦੱਸਣਾ ਚਾਹਾਂਗੇ ਕਿ ਜਿੱਦਾਂ ਅੱਜ ਤੁਸੀਂ ਇੱਥੇ ਦਿਹਾੜੇ ਵਿਖੇ ਸਤਸੰਗ 'ਚ ਪਹੁੰਚੇ ਹੋ, ਇਸੇ ਤਰ੍ਹਾਂ 18 ਤਰੀਕ 18 ਹੀ ਹੈ ਨਾ, 18 ਤਰੀਕ ਦਿਨ ਐਤਵਾਰ ਪੰਡੋਗਾ ਨਿਚਲਾ, ਜੋ ਤੁਹਾਡੇ ਬਿਲਕੁਲ ਨਜ਼ਦੀਕ ਹੈ, ਕੋਈ ਜ਼ਿਆਦਾ ਦੂਰ ਨਹੀਂ ਹੈ, ਸਮਝ ਲਓ ਤੋਂ 15-16 ਕਿਲੋਮੀਟਰ ਜਾਂ 15-20 ਕਿਲੋਮੀਟਰ ਦੇ ਅੰਦਰ ਅੰਦਰ ਹੀ ਹੋਏਗਾ, ਜੋ ਗਗਰੇਟ ਤੋਂ ਊਨਾ ਰੋਡ ਤੇ ਪੈਂਦਾ ਹੈ। ਪੰਡੋਗਾ ਕਿਹੜਾ ਨਿਚਲਾ। ਹੁਣ ਤੁਸੀਂ ਸਾਰਿਆਂ ਨੇ 18 ਤਰੀਕ ਦਿਨ ਵੀ ਛੁੱਟੀ ਵਾਲਾ ਐਤਵਾਰ ਉੱਥੇ ਹੁਮ ਕੇ ਪਹੁੰਚਣਾ। ਉੱਥੇ ਇਹਨਾਂ ਨੇ ਰੱਥ ਯਾਤਰਾ ਦਾ ਵੀ ਪ੍ਰਬੰਧ ਕੀਤਾ ਹੈ। ਠੀਕ 11 ਵਜੇ ਅਸੀਂ ਉੱਥੇ ਪਹੁੰਚ ਜਾਣਾ, ਰੱਥ ਯਾਤਰਾ ਆਰੰਭ ਹੋਏਗੀ, ਕਿਉਂਕਿ ਰੱਥ ਦਾ ਪ੍ਰਬੰਧ ਕੀਤਾ ਹੈ। ਫਿਰ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ 11 ਵਜੇ ਤੋਂ ਪਹਿਲਾਂ ਉੱਥੇ ਪਹੁੰਚੋ, ਤਾਂ ਕਿ ਜਦੋਂ ਅਸੀਂ ਰੱਥ ਤੇ ਸਵਾਰ ਹੋ ਕੇ ਚੱਲੀਏ ਤਾਂ ਤੁਸੀਂ ਸਾਡੇ ਨਾਲ ਭੰਗੜੇ ਖੁਸ਼ੀਆਂ ਨਾਲ ਆਨੰਦ ਲੈਣਾ ਪੂਰਾ ਅਸੀਂ ਲੈਣਾ ਕਿ ਨਹੀਂ? ਫਿਰ ਪਹੁੰਚੂਗੇ ਕਿ ਨਹੀਂ? ਕਿਹੜਾ ਪਹੁੰਚੇਗਾ ਦੱਸ ਦਿਓ ਜ਼ਰਾ ਸਾਨੂੰ। ਉੱਦਾਂ ਹੀ ਨਾ 8 ਖੜਾ ਕਰਿਓ, ਦੱਸਤਾ ਤੁਹਾਨੂੰ। ਸੋ 18 ਤਰੀਕ ਨੂੰ ਪੂਰਾ ਆਨੰਦ ਲੈਣਾ, ਕਿਉਂਕਿ ਸਾਲਾਨਾ ਸਮਾਗਮ ਹੈ, ਸਾਲਾਨਾ ਸਤਸੰਗ ਹੈ, ਔਰ ਬਹੁਤ ਅੱਛਾ ਇੰਤਜ਼ਾਮ ਕੀਤਾ ਜਾਂਦਾ ਹੈ। ਔਰ ਤੁਸੀਂ ਜੇਕਰ ਜਾ ਕੇ ਦੇਖੋਗੇ ਨਾ ਸਤਸੰਗ ਦੇ ਨਾਲ ਤੁਹਾਡੇ ਵਾਸਤੇ ਸ਼ਾਪਿੰਗ ਕਰਨ ਨੂੰ ਵੀ ਬਹੁਤ ਕੁਝ ਰੱਖਿਆ ਉੱਥੇ, ਕਿਉਂਕਿ ਪਿਛਲੀ ਵਾਰ ਅਸੀਂ ਜਾ ਰਹੇ ਸੀ ਸਤਸੰਗ ਤੋਂ ਬਾਅਦ, ਜਦੋਂ ਜਾ ਰਹੇ ਤਾਂ ਇੱਕ ਬੀਬੀ ਤੁਰੀ ਹੋਈ ਸੀ ਨਾ ਝੋਲਾ ਭਰ ਕੇ, ਕਹਿੰਦੀ ਬਹੁਤ ਵਧੀਆ ਹੋ ਗਿਆ, ਸਤਸੰਗ ਵੀ ਸੁਣ ਲਿਆ, ਭਾਂਡੇ ਵੀ ਲੈ ਜਾਣੇ, ਕਿਉਂਕਿ ਗੱਡੀ ਜਾਂਦੀ ਹੈ ਤਾਂ ਗੱਲਾਂ ਕਰਦੇ ਪਤਾ ਲੱਗ ਹੀ ਜਾਂਦਾ ਹੈ। ਇਹ ਕਿਹਾ ਚਲੋ ਮਾਈ ਨੂੰ ਕੋਈ ਤਾਂ ਫਾਇਦਾ ਹੋ ਗਿਆ, ਕਿਉਂਕਿ ਦੁਕਾਨਾਂ ਲੱਗੀਆਂ ਹੁੰਦੀਆਂ ਭਾਂਡਿਆਂ ਦੀਆਂ, ਕੱਪੜਿਆਂ ਦੀਆਂ, ਝੂਲੇ ਵੀ ਲੱਗੇ ਹੁੰਦੇ ਬੱਚਿਆਂ ਵਾਸਤੇ। ਸੋ ਬੜਾ ਵਧੀਆ ਇੰਤਜ਼ਾਮ ਕੀਤਾ ਹੁੰਦਾ ਸਾਰਾ ਉੱਥੇ। ਇਸ ਕਰਕੇ ਸਮਝ ਲਓ ਕਿ ਸਤਸੰਗ ਦਾ ਆਨੰਦ ਵੀ ਲੈਣਾ, ਸ਼ਾਪਿੰਗ ਵੀ ਕਰ ਲੈਣੇ ਹੋ ਤੁਸੀਂ। ਹੱਸ ਲਓ, ਥੋੜਾ ਜਿਹਾ ਹਸਾ ਰਹੇ ਹਾਂ ਤੁਹਾਨੂੰ ਨਾ, ਖੁਸ਼ੀ ਦਾ ਟਾਈਮ ਹੈ। ਸੋ ਕਹਿਣਾ ਕੀ ਚਾਹੁੰਦੇ ਹਾਂ ਅਸੀਂ ਕਿ ਸਭ ਤੋਂ ਬੜੀ ਗੱਲ ਤਾਂ ਆਨੰਦ ਲੈਣਾ ਹੈ, ਉਹ એનર્ਜੀ ਲੈਣੀ ਹੈ, ਉਹ ਸ਼ਕਤੀ ਲੈਣੀ ਹੈ, ਜਿਹੜੀ ਸ਼ਕਤੀ ਦੀ ਸਾਨੂੰ ਸਾਰਿਆਂ ਨੂੰ એનર્ਜੀ ਦੀ ਲੋੜ ਹੈ ਕਿ ਨਹੀਂ? ਜਿੱਦਾਂ ਫੇਰ ਕਵਾਂਗੇ ਪੈਟਰੋਲ ਦੀ ਗੱਡੀ ਨੂੰ ਲੋੜ ਹਮੇਸ਼ਾ ਰਹਿੰਦੀ ਹੈ। ਇਸ ਕਰਕੇ ਥੋੜੀ ਇੱਕ ਵਾਰ ਭਰਾ ਲਿਆ ਹੁਣ ਸਤਸੰਗ ਸੁਣ ਲਿਆ ਲੋੜ ਹੀ ਨਹੀਂ, ਤੇ ਬੰਦਾ ਜਾਵੇ ਪੈਟਰੋਲ ਪੰਪ ਤੇ ਹੁਣ ਭਰ ਲਿਆ ਹੁਣ ਸਾਰੀ ਜ਼ਿੰਦਗੀ ਲੋੜ ਹੀ ਨਹੀਂ। ਜਦੋਂ ਲੱਗੇ ਜਿੱਦਾਂ ਨਾ ਫਿਊਲ ਘਟ ਰਿਹਾ ਹੈ, એનર્ਜੀ ਘਟ ਰਹੀ, ਤਾਂ ਹੁਣ ਮੈਂ ਜਾਵਾਂ ਤਾਂ ਕਿ ਚਾਰਜ ਹੋ ਜਾਵਾਂ। ਜਿੱਦਾਂ ਮੋਬਾਈਲ ਦੀ ਬੈਟਰੀ 10% ਰਹਿ ਜਾਵੇ, ਬੰਦਾ ਦੁਬਾਰਾ ਚਾਰਜ ਲਾਉਂਦਾ ਹੈ। ਇਹਦੇ ਅੱਜ એનર્ਜੀ ਦੇ ਚੱਲਿਆ ਤੁਹਾਨੂੰ। ਹੁਣ ਜਦੋਂ ਵੀ ਨਜ਼ਦੀਕ ਕਿਤੇ ਸਤਸੰਗ ਹੋਵੇ ਜ਼ਰੂਰ ਪਹੁੰਚੋ, ਕਿਉਂਕਿ ਸਮਝ ਲਓ ਕਿ ਇਹ ਵੀ ਮਾਲਕ ਦੇ ਘਰ ਦੀ ਉਹ એનર્ਜੀ ਹੈ ਜਿਹੜੀ ਸਾਨੂੰ ਹਰ ਵੇਲੇ ਜ਼ਰੂਰਤ ਰਹਿੰਦੀ ਹੈ। ਔਰ ਜਿੰਨੀ એનર્ਜੀ ਵਧੇਗੀ ਉਨੇ ਤੁਹਾਡੇ ਜੀਵਨ 'ਚ ਖੁਸ਼ੀਆਂ ਵੀ ਵਧਣਗੀਆਂ, ਆਨੰਦ ਵੀ ਵਧੇਗਾ, ਔਰ ਤੁਹਾਡੇ ਜੀਵਨ ਦੀਆਂ ਟੈਨਸ਼ਨਾਂ, ਚਿੰਤਾਵਾਂ, ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਚਲੀਆਂ ਜਾਣਗੀਆਂ। ਇਸ ਲਈ 18 ਤਰੀਕ ਯਾਦ ਰੱਖਣਾ, ਪੰਡੋਗਾ ਨਿਚਲਾ ਵਿਖੇ ਜ਼ਰੂਰ ਪਹੁੰਚਣਾ। ਔਰ 4 ਦਸੰਬਰ ਦਿਨ ਐਤਵਾਰ, ਕਿਉਂਕਿ 18 ਤਾਂ ਹਲੇ ਦੂਰ ਹੈ, ਪਰ ਉੱਥੇ ਹੀ ਪਹੁੰਚਣਾ ਹੈ। ਔਰ ਉਸ ਤੋਂ ਪਹਿਲਾਂ 4 ਦਸੰਬਰ ਦਿਨ ਐਤਵਾਰ ਇਹ ਸਾਲ ਦਾ ਆਖਰੀ, ਕਿਉਂਕਿ ਸਨ 2022 ਦਾ ਆਖਰੀ 11ਵੀਂ ਰੋਜ਼ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਸਰਬ ਸਾਂਝਾ ਦਰਬਾਰ ਕਾਂਟੀਆਂ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਹ ਆਖਰੀ 11ਵੀਂ ਰੋਜ਼ ਦਾ ਦਰਬਾਰ ਤੇ ਸੈਲੀਬ੍ਰੇਟ ਕੀਤਾ ਜਾ ਰਿਹਾ, ਮਨਾਇਆ ਜਾ ਰਿਹਾ। ਸਤਸੰਗ ਵਿੱਚ ਜ਼ਰੂਰ ਸ਼ਾਮਿਲ ਹੋਵੋ, ਕਿਉਂਕਿ 11ਵੀਂ ਦਾ ਦਿਨ ਬਹੁਤ ਰਹਿਮਤਾਂ ਦਾ ਦਿਨ ਹੁੰਦਾ ਹੈ। ਜਿਹਨੂੰ ਵੀ ਕੋਈ ਮੁਸ਼ਕਿਲ, ਕੋਈ ਪਰੇਸ਼ਾਨੀ ਹੁੰਦੀ ਹੈ, ਜਦੋਂ ਪ੍ਰੇਮ ਸ਼ਰਧਾ ਨਾਲ ਚੱਲ ਕੇ ਮਾਲਕ ਦੇ ਘਰ 'ਚ ਆ ਜਾਂਦਾ ਹੈ, ਤਾਂ ਚਾਹੇ ਦੁਨਿਆਵੀ ਹੋਵੇ ਚਾਹੇ ਰੂਹਾਨੀ ਹੋਵੇ, ਉਹਦੀ ਹਰ ਮੰਗ ਨੂੰ ਮਾਲਕ ਦੀ ਰਹਿਮਤ ਨਾਲ ਪੂਰਾ ਕੀਤਾ ਜਾਂਦਾ, ਉਹਦੀ ਝੋਲੀਆਂ ਨੂੰ ਖੁਸ਼ੀਆਂ ਨਾਲ ਭਰਿਆ ਜਾਂਦਾ ਹੈ। ਇਸ ਕਰਕੇ ਇਹ ਟਾਈਮ ਯਾਦ ਰੱਖਣਾ, 4 ਦਸੰਬਰ ਦਿਨ ਐਤਵਾਰ 11ਵੀਂ ਰੋਜ਼ ਦਾ ਪਵਿੱਤਰ ਦਿਨ ਹੈ। ਸੋ ਜ਼ਰੂਰ ਹੁਮ ਕੇ ਪਹੁੰਚੋ। ਔਰ ਕਈ ਜੀਵ ਹੁੰਦੇ ਜਿਹੜੇ ਨਾਮ ਨਾਲ ਜੁੜਨਾ ਚਾਹੁੰਦੇ, ਸ਼ਬਦ ਦੀ ਵਿਧੀ ਲੈਣਾ ਚਾਹੁੰਦੇ ਆ, ਉਹਨਾਂ ਨੂੰ ਦੱਸਣਾ ਚਾਹਾਂਗੇ ਕਿ 11ਵੀਂ ਤੋਂ ਹਰ ਮਹੀਨੇ 11ਵੀਂ ਤੋਂ ਇੱਕ ਦਿਨ ਪਹਿਲਾਂ, ਜਿਸ ਤਰ੍ਹਾਂ ਇਸ ਵਾਰ 4 ਤਰੀਕ ਦੀ 11ਵੀਂ ਆ ਰਹੀ ਹੈ, ਤਾਂ 3 ਤਰੀਕ ਸ਼ਾਮ ਨੂੰ ਨਾਮ ਦੀ ਦਾਤ ਦਿੱਤੀ ਜਾਣੀ ਹੈ। ਜੇ ਕੋਈ ਜੀਵ ਸ਼ਬਦ ਨਾਲ ਜੁੜਨਾ ਚਾਹੁੰਦਾ ਹੈ, ਉਹ ਨਾਮ ਦਾ ਅੰਦਰਲਾ ਗਿਆਨ ਲੈਣਾ ਚਾਹੁੰਦਾ ਹੈ, ਉਹ 3 ਤਰੀਕ ਸ਼ਨੀਵਾਰ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਦਰਬਾਰ ਤੇ ਪਹੁੰਚ ਜਾਣ, ਕਿਉਂਕਿ ਉਹਨਾਂ ਦਾ ਨਾਮ ਲਿਖਿਆ ਜਾਏਗਾ। ਫਿਰ 5 ਵਜੇ ਜੀਵਾਂ ਨੂੰ ਬਿਠਾ ਲਿਆ ਜਾਂਦਾ ਹੈ ਉਹ ਵਿਧੀ ਦੱਸਣ ਵਾਸਤੇ। ਪਰ ਕਈ ਵਾਰ ਜੀਵ ਲੇਟ ਆਉਂਦੇ ਆ, ਤਾਂ ਫਿਰ ਕਹਿੰਦੇ ਨਾਮ ਦੀ ਦਾਤ ਲੈਣੀ, ਤਾਂ ਫਿਰ ਮੁਸ਼ਕਿਲ ਹੋ ਜਾਂਦਾ ਹੈ। ਇਹ ਤੁਹਾਡੀ ਸੁਵਿਧਾ ਵਾਸਤੇ ਦੱਸ ਰਹੇ ਹਾਂ ਕਿ ਨਾਮ ਨਾਲ ਜੁੜਨਾ ਹੈ, ਮਾਲਕ ਦੇ ਚਰਨਾਂ ਨਾਲ ਜੁੜਨਾ, ਤਾਂ 3 ਤਰੀਕ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਪਹੁੰਚ ਜਾਣਾ। ਔਰ ਫਿਰ ਰਾਤ ਦਰਬਾਰ ਤੇ ਰੁਕ ਸਕਦੇ ਹੋ, ਸਾਰਾ ਪ੍ਰਬੰਧ ਹੁੰਦਾ ਹੈ, ਲੰਗਰ ਪਾਣੀ ਦਾ, ਰਹਿਣ ਦਾ ਸਾਰਾ ਇੰਤਜ਼ਾਮ ਹੁੰਦਾ ਹੈ, ਕਿ ਕੋਈ ਦਿੱਕਤ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਕਿ ਜੇ ਰਾਤ ਨੂੰ ਗਏ ਤਾਂ ਰਾਤ ਰਵਾਂਗੇ ਕਿੱਥੇ, ਬਲਕਿ ਬੰਦਾ ਰਾਤ ਮਾਲਕ ਦੇ ਚਰਨਾਂ 'ਚ ਰੁਕੇ, ਅਗਲੇ ਦਿਨ 11ਵੀਂ ਦਾ ਸਤਸੰਗ ਸੁਣ ਕੇ ਬੰਦਾ ਸ਼ਾਮ ਨੂੰ ਆਪਣੇ ਘਰ ਆਰਾਮ ਨਾਲ ਆ ਸਕਦਾ ਹੈ। ਤਾਂ ਨਹੀਂ ਤਾਂ ਫਿਰ ਸਵੇਰੇ 4 ਤਰੀਕ 11 ਵਜੇ ਤੋਂ ਪਹਿਲਾਂ ਦਰਬਾਰ ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਔਰ ਜਿੱਦਾਂ ਦੱਸਿਆ ਕਿ 4 ਦਸੰਬਰ ਦਿਨ ਐਤਵਾਰ ਆਖਰੀ 11ਵੀਂ ਰੋਜ਼ ਹੈ ਸਾਲ ਦਾ। ਸੋ ਜ਼ਰੂਰ ਪਹੁੰਚੋ, ਔਰ ਪਹੁੰਚ ਕੇ ਮਾਲਕ ਦੇ ਦਰਬਾਰ ਤੇ ਹਾਜ਼ਰੀ ਲਗਾ ਕੇ ਮਾਲਕ ਦੀਆਂ ਰਹਿਮਤਾਂ ਪ੍ਰਾਪਤ ਕਰਕੇ, ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਓ। ਔਰ ਇਹ ਵੀ ਕਹਾਂਗੇ, ਅਗਰ ਤੁਸੀਂ 11ਵੀਂ ਤੇ ਆਓਗੇ ਤਾਂ ਬਹੁਤ ਕੁਝ ਲੈ ਕੇ ਆਓਗੇ ਉੱਥੋਂ, ਖਾਲੀ ਨਹੀਂ ਆਉਣ ਦਿੰਦੇ ਤੁਹਾਨੂੰ, क्योंकि रंग देते हैं, नूर देते हैं, बिन पिए ही सरूर देते हैं, जो आ जाते हैं मेरे मालिक के दर पे उसे कुछ ना कुछ जरूर
ਮਿਲੇਗਾ ਜ਼ਰੂਰ ਕੁਛ ਨਾ, ਕੋਈ ਖਾਲੀ ਨਹੀਂ ਆਉਂਦਾ ਕੋਈ ਵੀ ਮਾਲਕ ਦੇ ਘਰ ਚੋਂ। ਤਾਂ ਪਹੁੰਚੋ ਔਰ ਪਹੁੰਚ ਕੇ ਮਾਲਕ ਦੀ ਰਹਿਮਤ ਦਾ ਆਨੰਦ ਲਓ, ਆਪਣਾ ਜੀਵਨ ਸਫਲ ਬਣਾਓ। ਔਰ ਹੁਣ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਮਾਲਕ ਤੁਹਾਨੂੰ ਬਲ ਬਖਸ਼ਣ ਔਰ ਤੁਹਾਡੇ ਸਭ ਤੇ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਹਮੇਸ਼ਾ ਬਣਾਈ ਰੱਖਣ ਕਿ ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ ਔਰ ਹਰ ਤਕਲੀਫ, ਹਰ ਦੁੱਖ ਤੋਂ ਮਾਲਕ ਤੁਹਾਨੂੰ ਬਚਾ ਕੇ ਰੱਖੇ ਔਰ ਆਪਣੀ ਰਹਿਮਤ ਨਾਲ ਸਦਾ ਤੁਹਾਨੂੰ ਭਰਪੂਰ ਰੱਖਣ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।